SSTV देख रहे ਸਾਰੇ ਹੀ ਦਰਸ਼ਕਾਂ ਨੂੰ ਰਾਣਾ ਰਣਧੀਰ ਸਿੰਘ ਸਿੱਧੂ ਵੱਲੋਂ ਸਤਿ ਸ਼੍ਰੀ ਅਕਾਲ ਤੇ ਅੱਜ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਜੀ ਆਇਆਂ ਨੂੰ। ਮੁਆਫੀ ਚਾਹੁੰਦੇ ਆ ਕਿ ਅੱਜ ਦਾ ਪ੍ਰੋਗਰਾਮ ਥੋੜ੍ਹਾ ਜਿਹਾ ਲੇਟ ਸ਼ੁਰੂ ਕਰਨ ਜਾ ਰਹੇ ਹਾਂ। ਸਾਡੀ ਦਰਅਸਲ ਪੰਜਾਬੀ ਬ੍ਰੌਡਕਾਸਟਰਸ ਐਸੋਸੀਏਸ਼ਨ ਦੀ ਮੀਟਿੰਗ ਸੀ, ਕਿਉਂਕਿ ਇਹ ਮੀਟਿੰਗ ਪਹਿਲਾਂ ਦੀ ਤੈਅ ਹੋਈ ਸੀ। ਸੋ ਹੁਣ ਵੀ ਮੀਟਿੰਗ ਵਿੱਚੋਂ ਛੱਡ ਕੇ ਭੱਜਿਆ ਮੈਂ, ਕਿਉਂਕਿ ਮੰਗਲਵਾਰ ਪਹਿਲਾਂ ਆਪਣੇ ਸਕੈਜੂਲ 'ਚ ਨਹੀਂ ਸੀ ਹੁੰਦਾ ਤੇ ਹੁਣ ਮੰਗਲਵਾਰ ਨੂੰ ਆਪਾਂ ਪ੍ਰੋਗਰਾਮ ਕਰਦੇ ਹਾਂ। ਇੱਕ ਬਾਹਰ ਬਾਰਿਸ਼ ਕਾਫੀ ਆ ਤੇ ਜਿਹੜਾ ਸਫ਼ਰ 10 ਮਿੰਟਾਂ ਦਾ ਸੀ ਤੇ ਉਹਨੂੰ 20 ਮਿੰਟ ਲੱਗ ਗਏ। ਬਹਾਨਾ ਜਿਹੜਾ ਮਰਜ਼ੀ ਹੋਵੇ, ਲੇਟ ਆ ਤੇ ਇਸ ਗੱਲ ਦੀ ਅਸੀਂ ਮੁਆਫੀ ਚਾਹੁੰਦੇ ਹਾਂ। ਔਰ ਜਿਵੇਂ ਤੁਸੀਂ ਜਾਣਦੇ ਹੋ ਕਿ ਸਰਦਾਰੀ ਲਾਈਵ ਵਿਦ ਰਾਣਾ ਸਿੱਧੂ ਦੇ ਵਿੱਚ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਮਿਊਨਿਸਪਲ ਕੈਂਡੀਡੇਟਸ ਨੇ ਉਹਨਾਂ ਕੈਂਡੀਡੇਟਸ ਦੇ ਨਾਲ ਤੁਹਾਡੀ ਗੱਲਬਾਤ ਜਿਹੜੀ ਆ ਉਹ ਕਰਵਾਈ ਜਾਵੇ। ਅੱਜ ਵੀ ਆਪਣੇ ਕੋਲ 2 ਮਹਿਮਾਨ ਹੋਣਗੇ ਔਰ ਜਿਹੜਾ ਸਕੈਜੂਲ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਕਿ ਜਿਹੜੇ ਅਵੇਲੇਬਿਲਿਟੀ ਦੇ ਹਿਸਾਬ ਦੇ ਨਾਲ ਉੱਥੇ ਕਈ ਵਾਰੀ ਇੱਦਾਂ ਹੁੰਦਾ ਕਿ ਬਾਹਰ ਅੰਦਾਜ਼ੇ ਲੱਗ ਜਾਂਦੇ ਆ ਕਿ ਜੇ ਫਲਾਣੇ 2 ਕੈਂਡੀਡੇਟ ਇਕੱਠੇ ਬੈਠੇ ਆ ਕਿਤੇ ਇਹਨਾਂ ਦੀ ਆਪਸ ਵਿੱਚ ਸੁਲਹਤ ਨਹੀਂ, ਇਹੋ ਜਿਹੀ ਕੋਈ ਗੱਲਬਾਤ ਨਹੀਂ। ਇਹਨਾਂ ਨੂੰ ਫੋਨ ਜਿਹੜੇ ਨੇ ਕੁਦਰਤੀ ਮੈਂ ਕਰਨੇ ਹੁੰਦੇ ਆ ਕਿ ਤੁਸੀਂ ਆ ਜਿਓ ਤੇ ਨਾਲ ਫਿਰ ਮੈਂ ਉਸ ਕੈਲੀਬਰ ਦਾ ਬੰਦਾ ਜੀ ਤੁਸੀਂ ਵੀ ਆ ਜਿਓ। ਕਈ ਵਾਰੀ ਹੁੰਦੇ ਕਿ ਉਹ ਕੁਦਰਤੀ ਸੇਮ ਵਾਰਡ ਦੇ ਵਿੱਚੋਂ ਹੀ ਇੱਕ ਜਿਹੜੇ ਸਾਡੇ ਮਹਿਮਾਨ ਹੋ ਜਾਂਦੇ ਨੇ, ਕਈ ਵਾਰੀ ਅਲੱਗ-ਅਲੱਗ ਵਾਰਡਸ ਹੋ ਜਾਂਦੇ ਨੇ। ਕਈ ਵਾਰੀ ਮੇਅਰ ਦੇ ਨਾਲ ਅਸੀਂ ਜਿਹੜੇ ਕੌਂਸਲਰ ਦੇ ਉਮੀਦਵਾਰ ਹੁੰਦੇ, ਸਿਟੀ ਕੌਂਸਲਰ ਹੁੰਦੇ ਨੇ, ਉਹ ਬਿਠਾ ਲਈਦੇ ਨੇ। ਮੇਨ ਮਕਸਦ ਇਹੀ ਆ ਕਿ ਤੁਸੀਂ ਜਿਹੜੇ ਮੁੱਦੇ, ਕਿਉਂਕਿ ਸੇਮ ਹੀ ਨੇ ਬਰੈਂਪਟਨ ਦੇ ਵਿੱਚ ਇਸ਼ੂਜ਼ ਜਿਹੜੇ ਨੇ, ਜਿਹੜੀਆਂ ਸਾਨੂੰ ਸਮੱਸਿਆਵਾਂ ਨੇ ਕਮਿਊਨਿਟੀ ਨੂੰ, ਤਕਰੀਬਨ ਸਾਰੀਆਂ ਸੇਮ ਹੀ ਨੇ। ਸਾਰੇ ਉਮੀਦਵਾਰਾਂ ਨੇ ਉਹੀ ਜਿਹੜੇ ਮੁੱਦੇ ਨੇ ਉਹ ਉਭਾਰਨੇ ਹੁੰਦੇ ਨੇ ਔਰ ਤੁਸੀਂ ਦੇਖਣਾ ਕਿ ਹੁੰਦਾ ਕਿ ਕਿਹੜਾ ਉਹਨਾਂ ਮੁੱਦਿਆਂ ਨੂੰ ਕਿਸ ਢੰਗ ਦੇ ਨਾਲ ਤੁਹਾਡੇ ਕੋਲ ਪ੍ਰੈਜ਼ੈਂਟ ਕਰ ਰਿਹਾ। ਹੁਣ ਕੱਲ੍ਹ ਗੁਰਰਤਨ ਸਿੰਘ ਹੋਰੀ ਅਤੇ ਨਾਲ ਹਰਕੰਵਲ ਥਿੰਦ ਹੋਰਾਂ ਦੇ ਨਾਲ ਗੱਲਬਾਤ ਹੋਈ, ਸੇਮ ਸਵਾਲ ਸੀ। ਦੋਨਾਂ ਹੀ ਕੈਂਡੀਡੇਟਸ ਨੇ ਜਿਹੜੇ ਆਪੋ ਆਪਣੇ ਢੰਗ ਨਾਲ ਜਵਾਬ ਦਿੱਤੇ। ਉਹਦੇ ਨਾਲ ਤੁਹਾਨੂੰ ਜ਼ਰੂਰ ਲੱਗਿਆ ਹੋਣਾ ਕਿ ਕਿਹੜੇ ਬੰਦੇ ਨੇ ਸਪਸ਼ਟ ਜਵਾਬ ਦਿੱਤੇ ਆ ਅਤੇ ਕਿਹਦੇ ਕੋਲ ਪੂਰਾ ਜਵਾਬ ਹੈ ਨਹੀਂ ਸੀ, ਜਾਂ ਫਿਰ ਕਿਹਨੇ ਵਧੀਆ ਜਵਾਬ ਦਿੱਤੇ, ਕਿਹਨੂੰ ਸੁਣ ਕੇ ਤੁਹਾਨੂੰ ਸਵਾਦ ਨਹੀਂ ਆਇਆ। ਉਹ ਤੁਸੀਂ ਬਾਅਦ ਦੇ ਵਿੱਚ ਆਪਣਾ ਅੰਦਾਜ਼ਾ ਲਾਉਣਾ ਹੁੰਦਾ। ਔਰ ਜਿਹੜੀਆਂ ਡਿਬੇਟਸ ਨੇ ਉਹ ਵੀ ਆਪਾਂ ਸ਼ੁਰੂ ਕਰਨੀਆਂ ਨੇ ਅਗਲੇ ਹਫ਼ਤੇ ਤੋਂ। ਜਦੋਂ 12 ਤਰੀਕ ਨੂੰ ਐਤਕੀ ਐਤਵਾਰ ਆ, ਸੋ ਜਦੋਂ 13 ਵਾਲਾ ਵੀਕਐਂਡ ਆਉਣਾ, ਉਹ ਜਿਹੜਾ ਸਾਰਾ ਹਫ਼ਤਾ ਹੋਣਾ, ਉਹਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੇ ਟੌਪ 3 ਨੇ, ਸਾਡੀ ਕੋਸ਼ਿਸ਼ ਇਹ ਹੋਵੇਗੀ, ਕਿਉਂਕਿ ਤੁਸੀਂ ਪੰਜਾਬੀ ਦਰਸ਼ਕ ਹੋ, ਕੋਸ਼ਿਸ਼ ਤਾਂ ਮੇਰੀ ਇਹੀ ਰਹਿਣੀ ਆ ਕਿ ਜਿਹੜੇ ਪੰਜਾਬੀ ਉਮੀਦਵਾਰ ਨੇ ਉਹਨਾਂ ਨੂੰ ਲਿਆ ਕੇ ਅਤੇ ਉਹਨਾਂ ਦੀ ਆਪਸ ਵਿੱਚ ਜਿਹੜੀ ਆ ਗੱਲਬਾਤ ਕਰਵਾਈ ਜਾਵੇ। ਨਾਲ ਦੀ ਨਾਲ ਮੈਨੂੰ ਵਾਰਡ 9 ਅਤੇ ਵਾਰਡ 10 ਦੇ ਵਿੱਚੋਂ ਥੋੜ੍ਹੀ ਜਿਹੀ ਦਿੱਕਤ ਇਹ ਆ ਰਹੀ ਹੈ ਕਿ ਜੌਨ ਸੁਪਰਾਵੇਰੀ ਹੋਰਾਂ ਨੂੰ ਸੱਦਿਆ ਜਾਵੇ ਜਾਂ ਨਾ ਸੱਦਿਆ ਜਾਵੇ। ਸੋ ਜੇ ਆਪਾਂ ਜੌਨ ਸੁਪਰਾਵੇਰੀ ਹੋਰਾਂ ਨੂੰ ਸੱਦਦੇ ਹਾਂ ਅਤੇ ਜਿਹੜੇ ਤਿੰਨੇ ਕੈਂਡੀਡੇਟ ਨੇ ਉਹਨਾਂ ਨੇ ਸਾਰਾ ਕੁਝ ਜਿਹੜਾ ਉਹ ਜੌਨ ਦੇ ਦੁਆਲੇ ਹੋ ਜਾਣਾ। ਫਿਰ ਜਿਹੜੀ ਕੈਪੇਬਿਲਿਟੀ ਆ ਉਹਨਾਂ ਤਿੰਨਾਂ ਦੀ, ਕਿਉਂਕਿ ਸਾਡੇ ਅੱਜ ਕੱਲ੍ਹ ਸਮੱਸਿਆ ਇਹ ਆ ਕਿ ਅਸੀਂ ਉਹਨਾਂ ਤਿੰਨਾਂ ਦੇ ਵਿੱਚੋਂ ਕਿਹੜਾ ਯੋਗ ਉਮੀਦਵਾਰ ਆ ਜਿਹੜਾ ਜਾ ਕੇ ਜੌਨ ਨੂੰ ਟੱਕਰ ਦੇ ਸਕਦਾ। ਸਾਨੂੰ ਪਤਾ ਤਾਂ ਹੈਗਾ ਹੀ ਆ ਵੀ ਜਿਹੜੀ ਪੰਜਾਬੀ ਜਿਹੜੇ ਨੇ ਉਹਨਾਂ ਦੀ ਲੜਾਈ ਜਿਹੜੀ ਆ ਉਹ ਕਿਸ ਉਮੀਦਵਾਰ ਦੇ ਨਾਲ। ਸੋ ਇਹਨਾਂ ਤਿੰਨਾਂ ਪੰਜਾਬੀਆਂ ਦੇ ਵਿੱਚੋਂ ਕਿਹੜਾ ਕੈਪੇਬਲ ਆ, ਅਸਲ ਦੇ ਵਿੱਚ ਆਪਾਂ ਉਹ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਉਹਦੇ ਲਈ ਤੁਸੀਂ ਮੈਨੂੰ ਫੋਨ ਕਰਕੇ ਸੁਝਾਅ ਵੀ ਦੇ ਸਕਦੇ ਹੋ, ਹੁਣ ਫੋਨ 'ਤੇ ਨਹੀਂ, ਪ੍ਰੋਗਰਾਮ ਦੇ ਦੌਰਾਨ ਨਹੀਂ, ਪ੍ਰੋਗਰਾਮ ਤੋਂ ਬਾਅਦ 'ਚ ਕੱਲ੍ਹ ਨੂੰ ਕਿਸੇ ਵੇਲੇ ਫੋਨ ਕਰ ਲਿਓ। ਮੈਂ ਵੈਸੇ ਜਿਹੜੇ ਬਾਕੀ ਦੇ ਹੋਰ ਸਿਆਣੇ ਬੰਦੇ ਨੇ ਜੀ ਮੀਡੀਆ ਦੇ ਜਾਂ ਫਿਰ ਸੱਜੇ ਖੱਬੇ ਵਾਲੇ, ਉਹਨਾਂ ਨਾਲ ਵੀ ਸਲਾਹ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਸਾਨੂੰ ਕੀ ਕਰਨਾ ਚਾਹੀਦਾ। ਵੈਸੇ ਕੋਸ਼ਿਸ਼ ਇਹ ਰਹੇਗੀ ਜਿਹੜੇ ਪੰਜਾਬੀ ਉਮੀਦਵਾਰ ਨੇ ਉਹਨਾਂ ਨੂੰ ਲਿਆਂਦਾ ਜਾਵੇ ਔਰ ਜਿਹੜੇ ਮੇਅਰਲ ਕੈਂਡੀਡੇਟ ਨੇ, ਸੋ 3 ਮੇਨ ਸਟ੍ਰੀਮ ਦੇ ਕੈਂਡੀਡੇਟ ਨੇ, ਜਿਹੜੇ ਟੌਪ 5 ਨੇ ਜਾਂ ਟੌਪ 4 ਨੇ, ਉਹਨਾਂ ਨੂੰ ਪਿਕ ਕੀਤਾ ਜਾਵੇ। ਸੋ ਜੇ ਕਿਤੇ ਆਪਾਂ ਹੁਣ 13 ਦੇ 13 ਉਮੀਦਵਾਰ ਸੱਦ ਲਈਏ, ਜਵਾਬ ਦੇਣ ਨੂੰ ਜਿਹੜਾ ਉਹ ਕਿਸੇ ਨੂੰ 1-1, 2-2, 3-3 ਮਿੰਟ ਵੀ ਨਾ ਆਉਣ, ਸੋ ਉਹੋ ਜਿਹੀ ਡਿਬੇਟ ਦਾ ਕਰਾਉਣ ਦਾ ਕੀ ਫਾਇਦਾ। ਉਹਦਾ ਕਾਰਨ ਫਿਰ ਉਹ ਹੁੰਦਾ ਵੀ ਅਸੀਂ ਸਿਰਫ ਇੱਕ ਭੁੱਸ ਪੂਰਾ ਕਰ ਲਿਆ, ਸੋ ਨਾ ਉਹਨਾਂ ਦੇ ਪੱਲੇ ਕੁਛ ਪਿਆ ਅਤੇ ਨਾ ਤੁਹਾਡੇ ਪੱਲੇ ਕੁਛ ਪਿਆ। ਸੋ ਅਸੀਂ ਇੱਕ ਵਧੀਆ ਫਾਰਮੈਟ ਉਲੀਕਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਪੰਜਾਬੀ ਬ੍ਰੌਡਕਾਸਟਰਸ ਐਸੋਸੀਏਸ਼ਨ ਇਹ SSTV ਦੇ ਉੱਪਰ ਵੀ ਆਪਾਂ ਡਿਬੇਟਸ ਕਰੀਏ, 770 ਰੇਡੀਓ ਦੇ ਉੱਪਰ ਵੀ ਡਿਬੇਟਸ ਕਰੀਏ। ਹਾਲੇ ਸਾਡੀ ਮੀਟਿੰਗ ਉੱਥੇ ਚੱਲ ਰਹੀ ਹੈ ਜੀ, ਉਸ ਮੀਟਿੰਗ ਦੇ ਵਿੱਚ ਡਿਸਾਈਡ ਹੋਣਾ ਸਾਰਾ ਫਾਰਮੈਟ। ਔਰ ਸਾਡੀ ਕੋਸ਼ਿਸ਼ ਇਹੀ ਰਹੇਗੀ ਕਿ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਆ ਉਹ ਦਿੱਤੀ ਜਾਵੇ। ਅੱਜ ਦਾ ਇਹ ਪ੍ਰੋਗਰਾਮ ਫਲਾਇੰਗ ਫੈਸ਼ਨ ਦੇ ਸਹਿਯੋਗ ਨਾਲ ਤੁਹਾਡੇ ਤੱਕ ਪਹੁੰਚਦਾ ਕੀਤਾ ਜਾ ਰਿਹਾ। ਸੋ ਫਲਾਇੰਗ ਫੈਸ਼ਨ ਜਿਹੜੇ ਕਿ ਆਪਣੇ ਗ੍ਰੀਨ ਪਲਾਜ਼ਾ ਦੇ ਵਿੱਚ ਖੁੱਲ੍ਹ ਚੁੱਕੇ ਨੇ, ਸੋ ਤੁਸੀਂ ਗ੍ਰੀਨ ਪਲਾਜ਼ਾ ਦੇ ਵਿੱਚ ਪਹੁੰਚਣਾ ਜੀ। ਸੋ ਉੱਥੇ ਕੀਮਤਾਂ ਇੰਨੀਆਂ ਘਟਾ ਦਿੱਤੀਆਂ ਗਈਆਂ ਨੇ ਜੀ ਕਿ ਤੁਸੀਂ ਬਿਲੀਵ ਨਹੀਂ ਕਰੋਗੇ।
ਸ਼ੁੱਕਰਵਾਰ ਤੱਕ ਜਿਹੜਾ ਉਹ ਹਰ ਤਰ੍ਹਾਂ ਦਾ ਖੁੱਲ੍ਹਾ ਕੱਪੜਾ ਜਾਂ ਫਿਰ ਬਾਕੀ ਦੇ ਕੱਪੜੇ ਦੀ ਸੇਲ ਲੱਗੇਗੀ। ਸ਼ਨੀਚਰਵਾਰ ਨੂੰ ਇੱਕ ਸਪੈਸ਼ਲ ਸੇਲ ਲੱਗਣ ਜਾ ਰਹੀ ਹੈ ਔਰ ਉਹ ਸੇਲ ਦਾ ਤੁਸੀਂ ਫਾਇਦਾ ਉਠਾਉਣ ਲਈ ਉੱਥੇ ਜ਼ਰੂਰ ਪਹੁੰਚਣਾ। ਸਰਦਾਰਾ ਸਿੰਘ ਚੇੜਾ ਹੋਰੀ ਜਿਹੜਾ ਇਮੀਗ੍ਰੇਸ਼ਨ ਤੋਂ ਅਸੀਂ ਪਿਛਲੇ ਲੰਬੇ ਸਮੇਂ ਤੋਂ ਸਰਵਿਸ ਦੇ ਰਹੇ ਨੇ, 25 ਸਾਲ ਤੋਂ ਉਹ ਇਸ ਫੀਲਡ ਦੇ ਵਿੱਚ ਨੇ, ਪ੍ਰੈਕਟਿਸ ਦੇ ਵਿੱਚ ਨੇ। ਔਰ ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਕੇਸ ਹੋਵੇ, ਕਿਉਂਕਿ ਆਮ ਤੌਰ ਦੇ ਉੱਪਰ ਜਿਹੜੇ ਉਹਨਾਂ ਕੋਲ ਕੇਸ ਆਉਂਦੇ ਨੇ, ਸੋ ਜਦੋਂ ਬਾਕੀਆਂ ਕੋ ਖਰਾਬ ਹੋ ਜਾਂਦੇ ਫਿਰ ਉਹਨਾਂ ਕੋਲ ਲੈ ਕੇ ਜਾਂਦੇ ਨੇ ਵੀ ਅੰਕਲ ਜੀ ਤੁਸੀਂ ਸਹੀ ਕਰੋ। ਸੋ ਤੁਸੀਂ ਇੱਕ ਤਰੀਕੇ ਦੇ ਨਾਲ ਕਿਸੇ ਹੋਰ ਕੋ, ਜਿਨ੍ਹਾਂ ਦੀ ਅੱਜ ਕੱਲ੍ਹ ਐਡਵਰਟਾਈਜ਼ਮੈਂਟ ਵੀ ਕਾਫੀ ਚੱਲਦੀਆਂ ਨੇ, ਤੁਸੀਂ ਉਹਨਾਂ ਕੋਲ ਲੈ ਕੇ ਜਾਂਦੇ ਹੋ, ਤੁਹਾਨੂੰ ਲੱਗਦਾ ਕਿ ਕੰਮ ਉਹਨਾਂ ਨੇ ਕਰਵਾ ਕੇ ਦਿੱਤਾ, ਅਸਲ ਦੇ ਵਿੱਚ ਫਾਈਲ ਜਿਹੜੀ ਆ ਉਹ ਸਰਦਾਰਾ ਸਿੰਘ ਹੋਰਾਂ ਕੋਲ ਪਹੁੰਚੀ ਹੁੰਦੀ ਹੈ। ਸੋ ਮੈਂ ਫਿਰ ਉਹਨਾਂ ਨੂੰ ਬਹੁਤ ਲੰਬੇ ਸਮੇਂ ਤੋਂ ਜਾਣਦਾ ਔਰ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿਉਂਕਿ ਤੁਸੀਂ ਸਿੱਧੇ ਆਓ, ਇਹਦੇ ਨਾਲ ਜਿਹੜੇ ਦਰਸ਼ਕ ਨੇ ਉਹਨਾਂ ਦੇ ਪੈਸੇ ਵੀ ਬਚਣਗੇ, ਕਿਉਂਕਿ ਦੂਜਿਆਂ ਨੇ ਜਿਹੜੀ ਫਾਈਲ ਦੇਣੀ ਆ ਆਪਣਾ ਹਿੱਸਾ ਰੱਖ ਕੇ ਫੇਰ ਹੀ ਗਾਂ ਇਹਨਾਂ ਨੂੰ ਦੇਣੀ ਹੈ। ਸੋ ਤੁਸੀਂ ਸਿੱਧੇ ਇਹਨਾਂ ਕੋਲ ਜਾ ਸਕਦੇ ਹੋ। 905 461 9885 461 9885 ਇਹਨਾਂ ਦਾ ਫ਼ੋਨ ਨੰਬਰ ਆ ਜੀ ਆਫਿਸ ਦਾ। ਸੋ ਮੇਰੇ ਨਾਲ ਅੱਜ ਜਿਹੜੇ ਮਹਿਮਾਨ ਨੇ ਉਹਨਾਂ ਦੇ ਨਾਲ ਤੁਹਾਡਾ ਮੈਂ ਤਾਰੁਫ ਕਰਾਉਣਾ। ਰੀਜਨਲ ਕੌਂਸਲਰ ਵਜੋਂ ਇਲੈਕਸ਼ਨ ਲੜ ਰਹੇ ਨੇ ਜੀ 7 ਤੇ 8 ਵਾਰਡ ਦੇ ਵਿੱਚੋਂ ਮਨਜੀਤ ਸਿੰਘ ਭੋਂਦੀ ਹੋਰੀ। ਭੋਂਦੀ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ। ਬਹੁਤ ਮਿਹਰਬਾਨੀ ਰਾਣਾ ਜੀ। SSTV ਤੇ ਸਰਦਾਰੀ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪ੍ਰਵਾਨ ਹੋਵੇ। ਸੋ ਦੂਜੇ ਮਹਿਮਾਨ ਨੇ ਜੀ, ਉਹਨਾਂ ਨੂੰ ਤੁਸੀਂ ਪਹਿਲਾਂ ਵੀ ਮਿਲ ਚੁੱਕੇ ਨੇ, ਉਹ ਵੀ ਵਾਰਡ 7 ਤੇ 8 ਦੇ ਵਿੱਚੋਂ ਹੀ ਨੇ, ਅਜੇ ਮਲਹੋਤਰਾ ਜੀ। ਸੋ ਇਹਨਾਂ ਨੂੰ ਮੈਂ ਇਸ ਕਰਕੇ ਸੱਦਿਆ ਕਿਉਂਕਿ ਇਹ ਇਸ਼ੂਜ਼ ਨੂੰ ਸਮਝਦੇ ਨੇ। ਕਈ ਵਾਰੀ ਹੁੰਦਾ ਕਿ ਬਹੁਤ ਘੱਟ ਕੈਂਡੀਡੇਟ ਇਹੋ ਜਿਹੇ ਨੇ ਜੀ ਜਿਹੜੇ ਸਿਰਫ ਇਸ਼ੂਜ਼ ਨਹੀਂ ਗਣਾਉਂਦੇ, ਉਹਨਾਂ ਦਾ ਹੱਲ ਵੀ ਦੱਸਦੇ ਨੇ। ਔਰ ਇਹਨਾਂ ਦੇ ਨਾਲ ਗੱਲ ਕਰਕੇ ਹੋ ਸਕਦਾ ਤੁਹਾਨੂੰ ਵੀ ਚੰਗਾ ਲੱਗੇ, ਮੈਨੂੰ ਵੀ ਚੰਗਾ ਲੱਗਦਾ, ਕੁਝ ਇੱਕ ਨਵੀਂ ਚੀਜ਼ ਜਿਹੜੀ ਆ ਉਹ ਡਿੱਗ ਕਰਨ ਨੂੰ ਮਿਲਦੀ ਆ। ਆਮ ਤੌਰ ਦੇ ਉੱਪਰ ਜਦੋਂ ਆਪਾਂ ਰਾਜਨੀਤਿਕ ਲੋਕਾਂ ਦੇ ਨਾਲ ਗੱਲ ਕਰਦੇ ਹਾਂ ਤਾਂ ਸਵਾਲਾਂ ਦੇ ਜਵਾਬ ਤਕਰੀਬਨ ਸੇਮ ਹੁੰਦੇ ਆ। ਸੋ ਇਹ ਹੀ ਆਲਸੋ ਹੈਵ ਅ ਨਿਊ ਵਿਜ਼ਨ ਕਿ ਅਸੀਂ ਇਸ ਸਮੱਸਿਆ ਨੂੰ ਇਸ ਢੰਗ ਦੇ ਨਾਲ ਵੀ ਦੇਖ ਸਕਦੇ ਹਾਂ। ਇੱਕ ਨਵੇਂ ਪ੍ਰੋਸਪੈਕਟਸ ਤੋਂ ਇਹ ਹਮੇਸ਼ਾ ਗੱਲ ਕਰਦੇ ਨੇ। ਅਜੇ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਟੂ ਆਲ ਵਿਊਅਰਸ। ਤੇ ਰਾਣਾ ਜੀ, thank you so much for giving me so much of praise. I do not know if I deserve this or not, but I have been working. मैं ਤੁਹਾਡੇ ਸਾਰਿਆਂ ਲਈ ਕੰਮ ਕਰ ਰਿਹਾ, ਹਾਜ਼ਰ ਵੀ ਕਰ ਰਿਹਾ ਤੇ ਕਰਦਾ ਰਹਾਂਗਾ। ਤੇ thank you so much। ਤੁਹਾਡੀ ਕਾਲਸ ਆਉਂਦੀਆਂ ਮੈਨੂੰ ਬੜਾ ਚੰਗਾ ਲੱਗਦਾ ਤੁਹਾਡੇ ਕੋਲੋਂ ਸੁਣ ਕੇ, ਤੇ ਪਲੀਜ਼ ਕੀਪ ਦੈਟ ਕਮਿੰਗ। ਮੈਂ ਨਵੇਂ ਵੀਡੀਓ ਵੀ ਪਾਏ ਆਪਣੀ ਵੈਬਸਾਈਟ 'ਤੇ malhotra.ca, ਤੇ ਉਹਨਾਂ ਨੂੰ ਵੀ ਦੇਖੀਏ। ਤੇ ਥੈਂਕ ਯੂ ਫॉर ਸੋ ਮਚ ਫॉर योर ਕਾਈਂਡ ਵਰਡਸ ਐਂਡ ਬਲੈਸਿੰਗ। ਬਹੁਤ ਬਹੁਤ ਮਿਹਰਬਾਨੀ ਜੀ। ਸੋ ਆਪਾਂ ਗੱਲਬਾਤ ਜਿਹੜੀ ਆ ਮਨਜੀਤ ਸਿੰਘ ਹੋਰਾਂ ਤੋਂ ਸ਼ੁਰੂ ਕਰਦੇ ਹਾਂ, ਕਿਉਂਕਿ ਮਲਹੋਤਰਾ ਸਾਹਿਬ ਤੋਂ ਪਹਿਲਾਂ ਵੀ 2-3 ਵਾਰੀ ਆਪਾਂ ਇੱਥੇ ਗੱਲਬਾਤ ਕਰ ਚੁੱਕੇ ਹਾਂ। ਸੋ ਮੈਂ ਦੋਨੇ ਹੀ 7 ਤੇ 8 ਵਾਰਡ ਦੇ ਵਿੱਚੋਂ ਦੇ ਇੱਕ ਸਿਟੀ ਕੌਂਸਲ ਵਾਸਤੇ ਉਮੀਦਵਾਰ ਨੇ ਤੇ ਦੂਜੇ ਕੌਂਸਲ ਵਾਸਤੇ ਉਮੀਦਵਾਰ ਨੇ। ਮੈਂ ਇੱਥੇ ਥੋੜ੍ਹਾ ਜਿਹਾ ਇਹ ਕਲੀਅਰ ਕਰ ਦਿਆਂ ਕਿਉਂਕਿ ਕਈ ਵਾਰੀ ਬਹੁਤੀ ਵਾਰੀ ਬਾਹਰ ਕਨਫਿਊਜ਼ਨ ਹੁੰਦੀ ਆ। ਇੱਥੇ ਟੋਟਲ ਤੁਸੀਂ 4 ਵੋਟਾਂ ਪਾਉਣੀਆਂ ਨੇ। ਇੱਕ ਵਾਰੀ ਅੱਜ ਬਜ਼ੁਰਗਾਂ ਨਾਲ ਗੱਲ ਹੁੰਦੀ ਸੀ ਵੀ ਪੁੱਤ ਕਿੰਨੀਆਂ ਕੁ ਵੋਟਾਂ ਪਾਉਣੀਆਂ, ਉਹ ਕਹਿੰਦੇ ਅਸੀਂ ਪਿਛਲੀ ਵਾਰੀ ਇੱਕ ਹੀ ਪਾਉਂਦੇ ਰਹੇ ਹਾਂ। ਇੱਕ ਨੇ ਜੀ ਜਿਹੜੇ ਜਦੋਂ ਤੁਸੀਂ ਇੱਕ ਦਿਨ ਜਾਣਾ ਉਹ 4 ਵੋਟਾਂ ਪੈਣੀਆਂ ਨੇ। ਇੱਕ ਵੋਟ ਪੈਣੀ ਹੈ ਜੀ ਮੇਅਰ ਵਾਸਤੇ, ਦੂਜੀ ਵੋਟ ਜਿਹੜੀ ਹੈ ਜੀ ਉਹ ਪੈਣੀ ਆ ਰੀਜਨਲ ਕੌਂਸਲ ਵਾਸਤੇ, ਕੌਂਸਲਰ ਵਾਸਤੇ ਤੇ ਸਿਟੀ ਕੌਂਸਲ ਵਾਸਤੇ। ਸੋ ਰਾਤੀ ਗੱਲ ਚੱਲੀ ਸੀ ਇਹ ਦੋਨੇ ਪਾਸੇ ਉਹ ਬੈਲਟ ਦੇ ਉੱਪਰ ਨਾਂ ਲਿਖੇ ਹੋਣੇ ਨੇ। ਕੱਲ੍ਹ ਥਿੰਦ ਸਾਹਿਬ ਕਹਿੰਦੇ ਸੀ ਵੀ ਨਹੀਂ ਜੀ ਮੇਅਰ ਤੇ ਨਾਲ ਜਿਹੜੇ ਸਕੂਲ ਟਰਸਟੀ ਨੇ ਉਹ ਇੱਕ ਪਾਸੇ ਹੋਣੇ, ਨਹੀਂ ਜੀ। ਸੋ ਕਿਉਂਕਿ ਸਕੂਲ ਟਰਸਟੀ ਤੇ ਰੀਜਨਲ ਕੌਂਸਲ ਜਿਹੜੇ ਨੇ ਉਹ ਦੋਨੇ ਹੀ ਰੀਜਨ ਦੇ ਨਾਲ ਬਿਲੋਂਗ ਕਰਦੇ ਨੇ, ਸੋ ਉਹਨਾਂ ਨੇ ਇੱਕ ਪੇਜ ਤੇ ਰੱਖੇ ਨੇ। ਔਰ ਮੇਅਰ ਅਤੇ ਸਿਟੀ ਕੌਂਸਲ ਜਿਹੜੇ ਨੇ ਉਹ ਇੱਕ ਪੇਜ ਤੇ ਰੱਖੇ ਨੇ ਕਿਉਂਕਿ ਉਹ ਸਿਟੀ ਦਾ ਵਿਸ਼ਾ। ਸੋ ਇਸ ਕਰਕੇ ਪੇਜ ਦੇ ਇੱਕ ਪਾਸੇ ਹੋਣੇ ਆ ਜੀ ਸਾਰੇ ਮੇਅਰਾਂ ਦੀ ਲਿਸਟ। ਸੋ 13 ਉੱਥੇ ਨਾਂ ਹੋਣੇ ਆ। ਤੁਸੀਂ ਆਪਣੇ ਪਸੰਦੀਦਾ ਉਮੀਦਵਾਰ ਤੇ ਉੱਥੇ ਜਿਹੜਾ ਗੋਲ ਬਣਿਆ ਹੋਣਾ ਤਾਂ ਉਹਦੇ ਵਿੱਚ ਕਾਂਟਾ ਮਾਰਨਾ। ਔਰ ਥੱਲੇ ਪਾਸੇ ਉਹਦੇ ਹੋਣੇ ਆ ਜੀ ਜਿਹੜੇ ਸਿਟੀ ਕੌਂਸਲਰ। ਸੋ ਉਹਨਾਂ ਦੀ ਲਿਸਟ ਹੋਣੀ ਜਿੱਥੇ 1 2 3 4 5 6 7 ਜਿੰਨੇ ਵੀ ਉਮੀਦਵਾਰ ਨੇ ਉਹ ਸਾਰੇ ਜਿਹੜੇ ਅਲਫਾਬੈਟਿਕਲੀ ਹੁੰਦੇ ਨੇ। ਔਰ ਉੱਥੇ ਤੁਸੀਂ ਜਿਹੜਾ ਮੂਹਰਲੇ ਪਾਸੇ ਉਹਨਾਂ ਨੇ ਗੋਲ ਜਿਹਾ ਬਿੰਦੀ ਬਣੀ ਹੋਣੀ ਹੈ ਤੇ ਅਗਲੇ ਪਾਸੇ ਨਾਂ ਲਿਖਿਆ ਹੋਣਾ। ਸੋ ਉਹਦੇ ਮਾਰੇ ਤੁਸੀਂ ਉਹਦੇ ਮੂਹਰੇ ਜਿਹੜਾ ਉਹ ਕਾਂਟਾ ਮਾਰਨਾ। ਫਿਰ ਤੁਸੀਂ ਪੇਪਰ ਥੱਲ ਲੈਣਾ, ਉਹਦੇ ਉੱਪਰਲੇ ਪਾਸੇ ਜਿਹੜਾ ਹੈ ਜੀ ਰੀਜਨਲ ਕੌਂਸਲ ਦੇ ਸਾਰੇ ਉਮੀਦਵਾਰਾਂ ਦੇ ਨਾਂ ਲਿਖੇ ਹੋਣੇ ਆ, ਉੱਥੇ ਤੁਸੀਂ ਨਿਸ਼ਾਨ ਲਾਉਣਾ ਆਪਣੇ ਪਸੰਦੀਦਾ ਉਮੀਦਵਾਰ ਲਈ। ਔਰ ਥੱਲੇ ਪਾਸੇ ਜਿਹੜੇ ਆ ਉਹ ਸਕੂਲ ਟਰਸਟੀ ਵਾਸਤੇ ਹੋਣਾ, ਉੱਥੇ ਤੁਸੀਂ ਨਾਂ ਲੈਣਾ। ਔਰ ਉਹਦੇ ਵਿੱਚ ਇੱਕ ਜਿਹੜੇ ਪਬਲਿਕ ਸਕੂਲ ਅਤੇ ਜਿਹੜੇ ਕੈਥਲਿਕ ਸਕੂਲ ਆ ਜੀ, ਸੋ ਉਹਨਾਂ ਦੇ ਨਾਂ ਲਿਖੇ ਹੋਣੇ ਆ। ਤੁਹਾਨੂੰ ਉੱਥੇ ਵੀ ਹਾਂ ਜਦੋਂ ਬੈਲਟ ਦਾ ਇੱਕ ਵਾਰੀ ਸੈਂਪਲ ਸਾਡੇ ਕੋਲ ਆ ਗਿਆ ਵੋਟਾਂ ਦੇ ਲਾਗੇ ਜਾ ਕੇ, ਕਿਉਂਕਿ ਅਸੀਂ 11 ਨੂੰ ਜਿਹੜੀਆਂ ਉਹ ਐਡਵਾਂਸ ਪੋਲ ਸ਼ੁਰੂ ਹੋਣੀ ਆ, ਮੈਂ ਕੋਸ਼ਿਸ਼ ਕਰਾਂਗਾ ਕਿ ਪਹਿਲਾਂ ਵੋਟ ਪਾ ਕੇ ਆਵਾਂ। ਔਰ ਜਦੋਂ ਵੋਟ ਪਾ ਕੇ ਤੇ ਮੈਂ ਉਹ ਬੈਲਟ ਪੇਪਰ ਦੀ ਘੱਟੋ ਘੱਟ ਜੇ ਮੈਂ ਫੋਟੋ ਖਿੱਚ ਲਿਆਵਾਂ,
ਸੋ ਉਹਦੇ ਨਾਲ ਇਹ ਪਤਾ ਲੱਗ ਜਾਏਗਾ ਕਿ ਬੈਲਟ ਜਿਹੜਾ ਕਿਸ ਹਿਸਾਬ ਦਾ। ਸੋ ਤੁਹਾਡੀ ਜਿਹੜੀ ਪਾਈ ਹੋਈ ਵੋਟ ਆ ਉਹ ਅਜਾਈ ਨਹੀਂ ਜਾਣੀ ਚਾਹੀਦੀ। ਸੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਵਾਰਡ 3 ਤੇ 4 ਦੀ, ਉੱਥੇ ਸਿਰਫ ਆਪਣੇ 2 ਪੰਜਾਬੀ ਉਮੀਦਵਾਰ ਨੇ ਜੀ। ਪਰਮਿੰਦਰ ਗਰੇਵਾਲ ਹੋਰੀ ਜਿਹੜੇ ਨੇ ਉਹ ਸਿਟੀ ਕੌਂਸਲ ਵਾਸਤੇ ਖੜੇ ਨੇ, ਉਹ ਇੱਕੋ ਹੀ ਪੰਜਾਬੀ ਹੈ ਜੀ, ਪਰਮਿੰਦਰ ਗਰੇਵਾਲ। ਦੂਜੇ ਨੇ ਜੀ ਸ਼ਾਨ ਗਿੱਲ ਹੋਰੀ, ਉਹ ਵੀ ਉਸੇ ਵਾਰਡ 'ਚੋਂ ਖੜੇ ਨੇ, ਪਰ ਉਹ ਰੀਜਨਲ ਕੌਂਸਲ ਵਾਸਤੇ ਖੜੇ ਨੇ। ਇਹ ਦੋਨੇ ਇੱਕ ਦੂਜੇ ਦੇ ਅਗੇਂਸਟ ਨਹੀਂ ਖੜੇ। ਇੱਥੇ ਤੁਸੀਂ 2 ਵੋਟਾਂ ਪਾ ਕੇ ਆਉਣੀਆਂ, ਇੱਕ ਪਰਮਿੰਦਰ ਨੂੰ ਪਾ ਕੇ ਆਉਣੀ ਹੈ ਜੇ ਤੁਸੀਂ ਪੰਜਾਬੀ ਉਮੀਦਵਾਰ ਨੂੰ ਵੋਟ ਪਾਉਣੀ ਹੈ। ਸੋ ਦੂਜੀ ਪੰਜਾਬੀ ਉਮੀਦਵਾਰ ਨੂੰ ਜੇ ਵੋਟ ਪਾਉਣੀ ਹੈ ਉਹ ਸ਼ਾਨ ਗਿੱਲ ਨੂੰ ਪਾ ਕੇ ਆਉਣੀ ਹੈ। ਸੋ ਉੱਥੇ ਕਨਫਿਊਜ਼ ਨਾ ਹੋ ਜਾਓ। ਆਮ ਤੌਰ ਦੇ ਉੱਪਰ ਬਾਹਰ ਇੱਕ ਰਿਊਮਰ ਇਹ ਵੀ ਆ ਵੀ ਇਹ ਦੋਨੇ ਸ਼ਾਇਦ ਇੱਕ ਦੂਜੇ ਦੇ ਅਗੇਂਸਟ ਖੜ ਗਏ ਆ। ਇਹ ਇੱਕ ਦੂਜੇ ਦੇ ਅਗੇਂਸਟ ਨਹੀਂ ਖੜੇ, ਇੱਕ ਰੀਜਨਲ ਕੌਂਸਲ ਵਾਸਤੇ ਖੜਿਆ ਤੇ ਦੂਜਾ ਪਰਮਿੰਦਰ ਗਰੇਵਾਲ ਜਿਹੜਾ ਹੈ ਉਹ ਸਿਟੀ ਕੌਂਸਲ ਵਾਸਤੇ ਖੜਿਆ। ਸੋ ਇੱਕ ਵੋਟ ਤੁਸੀਂ ਉਧਰ ਪਾ ਕੇ ਆਉਣੀ, ਇੱਕ ਤੁਸੀਂ ਵੋਟ ਉਧਰ ਪਾ ਕੇ ਆਉਣੀ ਹੈ। ਸੋ ਮੈਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਮੈਂ ਜ਼ਰੂਰ ਕਲੀਅਰ ਕਰਨ ਦੀ ਕੋਸ਼ਿਸ਼ ਕਰਦਾ ਰਹਾਂਗਾ। ਮਨਜੀਤ ਸਿੰਘ ਜੀ, ਤੁਸੀਂ ਪਹਿਲਾਂ ਆਪਣੇ ਬਾਰੇ ਇੰਟਰੋਡਕਸ਼ਨ ਦਿਓ ਜੀ ਦਰਸ਼ਕਾਂ ਨੂੰ। ਮੈਂ ਵਾਰਡ 7 ਤੇ 8 ਵਿੱਚੋਂ ਰੀਜਨਲ ਕੌਂਸਲ ਦਾ ਉਮੀਦਵਾਰ ਹਾਂ ਜੀ। ਮੈਂ ਪਿਛਲੇ 22 ਸਾਲਾਂ ਤੋਂ ਬਰੈਂਪਟਨ ਦੇ ਵਿੱਚ ਰਹਿੰਦਾ ਹਾਂ ਤੇ ਬਿਜ਼ਨਸ ਕਰਦਾ ਹਾਂ। ਸੋ ਜਿਹੜੇ ਲੋਕਲ ਇਸ਼ੂ ਨੇ, ਬਰੈਂਪਟਨ ਦੇ ਇਸ਼ੂ ਨੇ, ਉਹਨਾਂ ਨੂੰ ਮੈਂ ਚੰਗੀ ਤਰ੍ਹਾਂ ਸਮਝਦਾ ਹਾਂ ਔਰ ਮੈਂ ਉਹਨਾਂ ਨੂੰ ਹੱਲ ਕਰਨ ਦੇ ਲਈ ਯੋਗਤਾ ਰੱਖਦਾ ਹਾਂ। ਮੇਰੀ ਬਿਜ਼ਨਸ ਦੇ ਵਿੱਚ ਲੰਬੀ ਜਿਹੜੀ ਉਹ ਮੇਰਾ ਤਜਰਬਾ ਹੈ, ਐਕਸਪੀਰੀਅੰਸ ਹੈ। ਮੈਂ ਆਪਣੀਆਂ ਕਾਰਪੋਰੇਸ਼ਨਸ ਰਨ ਕੀਤੀਆਂ ਨੇ। ਸਿਟੀ ਇਜ਼ ਜਸਟ ਲਾਈਕ ਅ ਬਿਗ ਕਾਰਪੋਰੇਸ਼ਨ। ਸੋ ਮੈਂ ਸਮਝਦਾ ਹਾਂ ਕਿ ਆਪਣੀ ਨਵੀਂ ਟੀਮ ਜਿਹੜੀ ਕਿ ਕੌਂਸਲ ਦੇ ਵਿੱਚ ਨਵੀਂ ਟੀਮ ਆਉਣੀ ਆ, ਉਹਨਾਂ ਦੇ ਨਾਲ ਮਿਲ ਕੇ ਜੋ ਵੀ ਬਰੈਂਪਟਨ ਦੀਆਂ, ਜੋ ਵੀ ਸਾਡੇ ਬਰੈਂਪਟੋਨੀਅਨਸ ਦੀਆਂ ਪ੍ਰੋਬਲਮਸ ਨੇ, ਇਸ਼ੂਜ਼ ਨੇ, ਉਹਨਾਂ ਨੂੰ ਹੱਲ ਕਰਨ ਦੀ ਸਮਰੱਥਾ ਰੱਖਦਾ ਹਾਂ। ਸੋ ਜਿਹੜੀ ਮੌਜੂਦਾ ਕੌਂਸਲ ਆ, ਤੁਸੀਂ ਉਹਨਾਂ ਦੀ ਕਾਰਗੁਜ਼ਾਰੀ ਤੋਂ ਖੁਸ਼ ਹੋ? ਬਿਲਕੁਲ ਨਹੀਂ ਜੀ। ਇਹ ਤਾਂ ਪੂਰਾ ਬਰੈਂਪਟਨ ਜਾਣਦਾ ਹੈ ਕਿ ਜੋ ਸਿਟੀ ਦੇ ਵਿੱਚ ਵਾਤਾਵਰਨ ਇਸ ਵੇਲੇ ਬਣਿਆ ਹੈ, ਮਾਹੌਲ ਜੋ ਬਣਿਆ ਹੋਇਆ ਹੈ, ਪਿਛਲੇ ਦਿਨਾਂ ਦੇ ਵਿੱਚ ਆਪਾਂ ਨਿਊਜ਼ ਤੇ ਪੜ੍ਹਿਆ, ਟੀਵੀ ਤੇ ਦੇਖਿਆ ਕਿ ਕਿਤਨੀ ਕਰਪਸ਼ਨ ਜਿਹੜੀ ਹੈ, ਕਿਤਨੇ ਘੁਟਾਲੇ ਜਿਹੜੇ ਹਨ ਛੋਟੇ ਤੋਂ ਲੈ ਕੇ ਵੱਡੇ ਤੱਕ ਉਹ ਸਿਟੀ ਦੇ ਵਿੱਚ ਹੋਏ ਨੇ। ਪਿਛਲੀ ਕੌਂਸਲ ਨੇ ਕੋਈ ਉਹਦੇ ਵਿੱਚ ਕਸਰ ਨਹੀਂ ਛੱਡੀ। ਸੋ ਜਿਹੜੇ ਬਰੈਂਪਟਨ ਦੇ ਲੋਕ ਨੇ, ਬਰੈਂਪਟਨ ਦੇ ਵਾਸੀ ਨੇ, ਉਹ ਇਸ ਤੋਂ ਤੰਗ ਆ ਚੁੱਕੇ ਨੇ ਔਰ ਕੌਂਸਲ ਨੂੰ ਚੇਂਜ ਕਰਨਾ ਚਾਹੁੰਦੇ ਨੇ ਔਰ ਫਰੈਸ਼ ਫੇਸ ਜਿਹੜੇ ਕੌਂਸਲ ਦੇ ਵਿੱਚ ਦੇਖਣਾ ਚਾਹੁੰਦੇ ਨੇ। ਉਹ ਕਿਹੜੇ ਮੁੱਦੇ ਨੇ ਤੁਹਾਡੇ ਪਲੇਟਫਾਰਮ ਦੇ ਵਿੱਚ, ਜੇ ਆਪਾਂ ਸੀਰੀਜ਼ ਵਾਈਜ਼ ਤੁਸੀਂ ਕਰਾਉਣਾ ਚਾਹੋਗੇ, ਕਿ ਜਿਨ੍ਹਾਂ ਵੱਲ ਤੁਸੀਂ ਬਣਦੇ ਸਾਰ ਹੀ ਤਵੱਜੋ ਦਿਓਗੇ? ਸਭ ਤੋਂ ਪਹਿਲਾਂ ਸਾਡਾ ਮੇਨ ਮੁੱਦਾ ਹੈ ਜੀ ਜਿਹੜਾ ਇਸ ਸਿਟੀ ਨੂੰ ਕਲੀਨ ਕਰਨਾ। ਕਰਪਸ਼ਨ ਜਿਹੜੀ ਹੋਈ ਹੈ ਉਸ ਸਿਸਟਮ ਨੂੰ ਸਿਰੇ ਤੋਂ ਲੈ ਕੇ ਕਲੀਨ ਕਰਨਾ। ਦੂਸਰਾ ਜਿਹੜਾ ਸਾਡਾ ਮੇਨ ਮੁੱਦਾ ਹੈ ਕਿ ਮੈਨੇਜਮੈਂਟ ਦੇ ਜ਼ਰੀਏ ਜਿਹੜੇ ਟੈਕਸਿਸ ਅਸੀਂ ਹੈਵੀ ਟੈਕਸਿਸ ਪੇ ਕਰਦੇ ਹਾਂ ਬਰੈਂਪਟਨ ਦੇ ਵਿੱਚ, ਜਿਹੜੇ ਕਿ ਬਨਿਸਬਤ ਦੂਸਰੇ ਸ਼ਹਿਰਾਂ ਦੇ ਨਾਲੋਂ ਬਹੁਤ ਜ਼ਿਆਦਾ ਅਸੀਂ ਪੇ ਕਰਦੇ ਹਾਂ, ਸਾਡਾ ਉਹ ਪਹਿਲ ਦੇ ਆਧਾਰ 'ਤੇ ਅਸੀਂ ਟੈਕਸਿਸ ਨੂੰ ਕੰਟਰੋਲ ਕਰਨਾ। ਸੋ ਇਸ ਤੋਂ ਇਲਾਵਾ ਜਿਹੜੇ ਮੌਜੂਦਾ ਜਿਹੜੇ ਰੀਜਨਲ ਕੌਂਸਲ ਨੇ ਜੀ, ਸੋ ਕਿਹੜੀਆਂ ਚੀਜ਼ਾਂ ਤੁਸੀਂ ਸਮਝਦੇ ਹੋ ਕਿ ਉਹਨਾਂ ਨੇ ਠੀਕ ਨਹੀਂ ਕੀਤੀਆਂ, ਜਿਹਨੂੰ ਜਾ ਕੇ ਤੁਸੀਂ ਠੀਕ ਕਰੋਗੇ? ਸਭ ਤੋਂ ਪਹਿਲਾਂ ਤਾਂ ਜਿਹੜੇ ਮੌਜੂਦਾ ਰੀਜਨਲ ਕੌਂਸਲ ਨੇ ਉਹ ਪਿਛਲੇ 25 ਸਾਲਾਂ ਤੋਂ ਲੈ ਕੇ ਕੌਂਸਲ ਦੇ ਵਿੱਚ ਸਿਟੀ ਕੌਂਸਲ ਦੇ ਤੌਰ ਤੇ ਔਰ ਰੀਜਨਲ ਕੌਂਸਲ ਦੇ ਤੌਰ ਤੇ ਉਹਨਾਂ ਨੇ ਕੰਮ ਕੀਤਾ ਹੈ। ਮੈਂ ਸਮਝਦਾ ਕਿ ਉਹਨਾਂ ਦੀ 25 ਸਾਲਾਂ ਵਾਲੀ ਸੋਚ ਜਿਹੜੀ ਉਹ ਅੱਜ ਵੀ ਸਾਡੇ ਤੇ ਥੋਪੀ ਜਾ ਰਹੀ ਹੈ ਔਰ ਜੋ ਅੱਛੇ ਕੰਮ ਕਰਨ ਦੀ ਬਜਾਏ ਉਹ ਸਿਟੀ ਨੂੰ ਕਰਪਸ਼ਨ ਦੇ ਰਾਹ ਤੇ ਪਾਤਾ, ਉਹਨਾਂ ਵਿੱਚ ਉਹਨਾਂ ਦਾ ਵੱਡਾ ਯੋਗਦਾਨ ਹੈ। ਸੋ ਜਿਹਦੇ ਪ੍ਰੂਫ ਵੀ ਸਾਡੇ ਕੋਲ ਨੇ ਔਰ ਇਹ ਜਿਹੜੀ ਪਿਰਤ ਸਿਟੀ ਦੇ ਵਿੱਚ ਪਾਤੀ, ਰੀਜਨ ਦੇ ਵਿੱਚ ਪਾਤੀ, ਇਹ ਬਹੁਤ ਗਲਤ ਹੈ। ਜਿਵੇਂ ਕਿ ਮੈਂ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਜੀ। ਜਿਹੜੀ ਸਿਟੀ ਦੀ ਐਕਸਪੈਂਸ਼ਨ ਹੋਈ ਹੈ, ਛੋਟੇ ਮੋਟੇ ਕੰਮ ਆਪਾਂ ਇਗਨੋਰ ਤੇ ਨਹੀਂ ਕਰਦੇ, ਪਰ ਜਿਹੜਾ ਮੇਨ ਕਰਪਸ਼ਨ ਵਾਲਾ ਮੁੱਦਾ ਹੈ ਉਹ ਇਹ ਹੈ ਕਿ ਸਿਟੀ ਦੀ ਜਿਹੜੀ ਐਕਸਪੈਂਸ਼ਨ ਕੀਤੀ ਗਈ ਹੈ ਜੀ, ਉਹਦੀ ਪਹਿਲੀ ਜਿਹੜੀ ਵਿਡ ਸੀਗੀ ਉਹ $105 ਮਿਲੀਅਨ ਦੀ ਸੀਗੀ ਜੀ। ਉਸ ਨੂੰ ਰਾਤੋਂ ਰਾਤ ਇਹਨਾਂ ਨੇ ਚੇਂਜ ਕਰਕੇ ਦੂਸਰੇ ਡਿਵੈਲਪਰ ਨੂੰ ਦੇਤੀ, ਦੂਸਰੇ ਬਿਲਡਰ ਨੂੰ ਦੇਤੀ, ਜਿਹੜੀ ਕਿ ਮੇਰੇ ਹਿਸਾਬ ਦੇ ਨਾਲ 205 ਮਿਲੀਅਨ 100 ਮਿਲੀਅਨ ਦਾ ਜਿਹੜਾ ਗੈਪ ਆ, 100 ਮਿਲੀਅਨ ਦੀ ਜਿਹੜੀ ਇਨਕਰੀਜ਼ ਹੈ ਜੀ, ਉਹ ਅਨਟੋਲਰੇਬਲ ਹੈ, ਉਹ ਨਹੀਂ ਟੋਲਰੇਟ ਕੀਤੀ ਜਾ ਸਕਦੀ। ਸਭ ਤੋਂ ਵੱਡਾ ਘੁਟਾਲਾ ਤਾਂ ਇਹ ਹੈ $100 ਮਿਲੀਅਨ ਵਾਲਾ। ਇੱਕ ਜਿਹੜੀ ਸੇਫ ਬਰੈਂਪਟਨ, ਸ਼ਾਇਦ ਸੇਫ ਸਿਟੀ ਜੀ। ਸੋ ਸੇਫ ਸਿਟੀ ਦਾ ਜਿਹੜਾ ਇਸ਼ੂ ਆ ਉਹ ਹੋਰ ਤੁਸੀਂ ਬੜੇ ਜ਼ੋਰ ਸ਼ੋਰ ਦੇ ਨਾਲ ਉਠਾਇਆ ਔਰ ਮੇਰੇ ਖਿਆਲ ਦੇ ਵਿੱਚ ਤੁਹਾਡੇ ਤੋਂ ਇਲਾਵਾ ਸ਼ਾਇਦ ਕਿਸੇ ਹੋਰ ਕੈਂਡੀਡੇਟ ਦੇ ਮੂੰਹੋਂ ਮੈਂ ਉਹ ਗੱਲਬਾਤ ਨਹੀਂ ਸੁਣੀ।
ਤੁਹਾਡਾ ਕੀ ਪ੍ਰਤੀਕਰਮ ਆ? ਤੁਸੀਂ ਕਾਫੀ ਉਹਦੇ ਬਾਰੇ ਜਿਹੜੇ ਡਿਗ ਆਊਟ ਕੀਤਾ ਔਰ ਉਹਦੇ ਵਿੱਚ ਜਿਹੜੀਆਂ ਫਾਈਂਡਿੰਗਸ ਨੇ ਜੇ ਉਹ ਸਹੀ ਨੇ ਤਾਂ ਉਹਦਾ ਕ੍ਰੈਡਿਟ ਵੀ ਤੁਹਾਨੂੰ ਜਾਂਦਾ। ਮੈਂ ਧੰਨਵਾਦੀ ਹਾਂ ਜੀ ਆਪਣੀ ਕਮਿਊਨਿਟੀ ਦਾ। ਉਹਨਾਂ ਨੇ ਇਸ ਚੀਜ਼ ਨੂੰ ਬਹੁਤ ਸੀਰੀਅਸਲੀ ਲਿਆ ਜਦੋਂ ਕਿ ਮੈਂ ਇਸ ਇਨਫੋਰਮੇਸ਼ਨ ਨੂੰ ਆਪਣੇ ਦਰਸ਼ਕਾਂ ਦੇ ਨਾਲ ਆਪਣੇ ਰੇਡੀਓ ਦੇ ਉੱਤੇ ਅਖਬਾਰ ਦੇ ਜ਼ਰੀਏ ਉਹਨੂੰ ਹਾਈਲਾਈਟ ਕੀਤਾ ਹੈ, ਉਹਨੂੰ ਦਰਸ਼ਕਾਂ ਦੇ ਸਾਹਮਣੇ ਸਰੋਤਿਆਂ ਦੇ ਸਾਹਮਣੇ ਆਪਣੇ ਵਿਊਅਰਸ ਦੇ ਸਾਹਮਣੇ ਰੱਖਿਆ ਜੀ। ਤੇ ਉਹਨਾਂ ਨੇ ਇਸ ਨੂੰ ਬਹੁਤ ਸੀਰੀਅਸਲੀ ਲਿਆ ਔਰ ਮੈਨੂੰ ਇਸ ਦਾ ਬਹੁਤ ਭਰਮਾ ਹੁੰਗਾਰਾ ਮਿਲਿਆ ਆਪਣੀ ਕਮਿਊਨਿਟੀ ਤੋਂ ਕਿ ਇੱਕ ਸੇਫ ਸਿਟੀ ਨਾਂ ਦੇ ਉੱਤੇ ਇੱਕ ਆਰਗੇਨਾਈਜੇਸ਼ਨ ਖੜੀ ਕੀਤੀ ਗਈ ਹੈ ਜੀ। ਉਹ ਸੇਫ ਸਿਟੀ ਦਾ ਕੰਮ ਕੀ ਹੈ ਜਦ ਕਿ ਸਾਡੇ ਕੋਲ ਸਕਸੈਸਫੁਲ ਪੀਲ ਪੁਲਿਸ ਹੈ ਜੀ। ਉਸ ਤੋਂ ਬਾਅਦ ਸਾਡੇ ਕੋਲ ਸਾਈਡ ਆਰਗੇਨਾਈਜੇਸ਼ਨ ਹੈ ਕ੍ਰਾਈਮ ਸਟਾਪਰ, ਉਸ ਤੋਂ ਬਾਅਦ ਸਾਡੇ ਕੋਲ ਫਾਇਰ ਡਿਪਾਰਟਮੈਂਟ ਹੈ, ਪੈਰਾਮੈਡਿਕ ਡਿਪਾਰਟਮੈਂਟ ਹੈ ਔਰ ਸਾਰੇ ਸਕਸੈਸਫੁਲੀ ਆਪਣਾ ਜਿਹੜਾ ਉਹ ਕੰਮ ਕਰ ਰਹੇ ਨੇ ਜੀ। ਸੋ ਉਸ ਤੋਂ ਬਾਅਦ ਮੈਂ ਨਹੀਂ ਸਮਝਦਾ ਕਿ ਸਾਨੂੰ ਹੋਰ ਇਹੋ ਜਿਹੀਆਂ ਸਾਈਡ ਆਰਗੇਨਾਈਜੇਸ਼ਨ ਦੀ ਲੋੜ ਹੈ। ਔਰ ਇਹ ਦਰਅਸਲ ਇਹ ਕਰਦੀ ਕੀ ਆ? ਇਹਦਾ ਹਾਊਸ ਵਰਕ ਅਸੀਂ ਇਸ ਦੀ ਫੰਕਸ਼ਨਿੰਗ ਸਮਝ ਨਹੀਂ ਸਕੇ। ਇੰਨੀ ਗੱਲ ਜ਼ਰੂਰ ਸਮਝ ਸਕੇ ਹਾਂ ਕਿ ਉਹਦਾ ਬਜਟ ਜਿਹੜਾ ਹੈ ਓਵਰ $500,000 ਹੈ ਜੀ, ਜਿਹਦੇ ਵਿੱਚੋਂ ਸਿਟੀ ਜਿਹੜਾ ਹੈ ਉਹ 2.5 ਲੱਖ ਦੇ ਕਰੀਬ ਗ੍ਰਾਂਟ ਦਿੰਦਾ ਹੈ ਸੇਫ ਸਿਟੀ ਜਿਹੜੀ ਆਰਗੇਨਾਈਜੇਸ਼ਨ ਹੈ ਜੀ, ਔਰ 1.5 ਲੱਖ ਦੇ ਕਰੀਬ ਜਿਹੜਾ ਰੀਜਨ ਹੈ ਉਸ ਵਿੱਚ ਆਪਣਾ ਯੋਗਦਾਨ ਪਾਉਂਦਾ, ਆਪਣੀ ਗ੍ਰਾਂਟ ਦਿੰਦਾ ਹੈ ਜੀ, ਤੇ $1 ਲੱਖ ਤੋਂ ਉੱਪਰ ਜਿਹੜੀ ਡੋਨੇਸ਼ਨਸ ਇਕੱਠੀਆਂ ਹੁੰਦੀਆਂ ਨੇ ਤੇ $4 ਲੱਖ ਦਾ ਜਿਹੜਾ ਇਸ ਦਾ ਹਿੱਸਾ ਹੈ $4 ਲੱਖ ਦੇ ਕਰੀਬ ਜੀ, ਉਹ ਵੇਜਸ ਅਤੇ ਬੈਨੀਫਿਟਸ ਦੇ ਲਈ ਜਿਹੜਾ ਉਹ ਪੇ ਉਹ ਤਨਖਾਹ ਦੇ ਰੂਪ ਚ ਚਲ ਜਾਂਦਾ, ਉਹ ਤਨਖਾਹ ਦੇ ਰੂਪ ਚ ਚਲੇ ਜਾਂਦਾ। ਸੋ ਬਾਕੀ ਦਾ ਜਿਹੜਾ ਪੈਸਾ ਕੁਝ ਰੈਂਟ ਵਗੈਰਾ ਪੇ ਕਰ ਦਿੱਤਾ ਜਾਂਦਾ ਆਫਿਸ ਦਾ ਜੀ। ਉਹ ਜਿਸ ਪਰਪਸ ਵਾਸਤੇ ਇਹ ਆਰਗੇਨਾਈਜੇਸ਼ਨ ਖੜੀ ਕੀਤੀ ਗਈ ਹੈ ਉਸ ਤੇ ਸਿਰਫ $15,000 ਖਰਚ ਜਾਂਦੇ ਹਨ, ਜਿਸ ਦਾ ਵੀ ਵੇਰਵਾ ਕੋਈ ਨਹੀਂ ਦਿੰਦੇ। ਕੋਈ ਕਿਸ ਚੀਜ਼ ਤੇ ਫਲਾਇਰਸ ਬਣਦੇ ਨੇ ਜਾਂ ਕੋਈ ਐਕਟੀਵਿਟੀ ਵੀ ਕਰਦੇ ਨੇ ਜਾਂ ਕੋਈ ਸੈਮੀਨਾਰ ਵੀ ਕਰਦੇ ਨੇ, ਉਸ ਦਾ ਕੋਈ ਵੇਰਵਾ ਨਹੀਂ ਦਿੱਤਾ ਜਾਂਦਾ। ਔਰ ਇਹ ਜਿਹੜੀ ਇਨਫੋਰਮੇਸ਼ਨ ਹੈ 2012 ਦੀ ਹੈ ਜੀ, ਉਹ 2013 ਦੀ ਇਨਫੋਰਮੇਸ਼ਨ ਜਿਹੜੀ ਅਸੀਂ ਵਾਰ-ਵਾਰ ਉਹਨਾਂ ਕੋਲ ਮੰਗੀ ਹੈ, ਵਾਰ-ਵਾਰ ਡਿਮਾਂਡ ਕੀਤੀ ਹੈ, ਉਹ ਸਾਨੂੰ ਦਿੱਤੀ ਨਹੀਂ ਗਈ। ਪਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ ਅਸੀਂ ਉਹ ਇਨਫੋਰਮੇਸ਼ਨ ਵੀ ਡਿਗ ਆਊਟ ਕਰ ਲਈਏ ਤੇ ਤੁਹਾਨੂੰ ਉਸ ਇਨਫੋਰਮੇਸ਼ਨ ਦੇ ਨਾਲ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜਿਵੇਂ ਅਸੀਂ ਕੱਲ੍ਹ ਵੀ ਗੱਲ ਕਰਦੇ ਸੀ ਕਿ ਜਦੋਂ ਕਿਤੇ ਇਲੈਕਸ਼ਨ ਹੁੰਦੀਆਂ ਉਹਦੇ ਵਿੱਚ ਪਾਰਟੀਕੂਲਰ ਇਸ਼ੂਜ਼ ਜਿਹੜੇ ਨੇ ਉਹ ਡਿਸਕਸ ਹੋਣੇ ਸ਼ੁਰੂ ਹੋ ਜਾਂਦੇ ਨੇ। ਬੇਨਿਯਮੀਆਂ ਜਿਹੜੀਆਂ ਇਹਨਾਂ ਨੇ ਵਾਧੂ ਖਰਚਾ ਕੀਤਾ ਜੀ, ਉਹ ਹਾਈਲਾਈਟ ਹੋ ਗਿਆ। ਔਰ ਅਸੀਂ ਸਿਰਫ ਜਿਹੜਾ ਉਹ ਜੇ ਆਪਾਂ ਕੁੱਲ ਮਿਲਾ ਕੇ ਦੇਖੀਏ ਤੇ ਜੇ ਮੇਅਰ ਸਾਹਿਬਾ ਦਾ ਜਿਹੜਾ ਉਹ $3 ਲੱਖ ਪਾ ਲਈਏ ਤੇ ਬਾਕੀਆਂ ਦਾ ਕੁੱਲ ਮਿਲਾ ਕੇ ਪਾ ਲਈਏ ਤਾਂ $3.5 ਲੱਖ ਬਣਦਾ ਜੀ। ਟੋਟਲ ਜਿਹੜਾ ਹਾਂ ਜੇ ਉਹਨਾਂ ਲਿਮੋਜ਼ੀਨ ਵਾਲਾ ਖਰਚੇ ਪਾਉਣੇ ਆ ਜੀ ਫਿਰ ਥੋੜਾ ਜਿਹਾ ਵੱਧ ਜਾਂਦਾ। ਟੋਟਲ ਜਿਹੜਾ ਜੀ ਉਹ 526 ਮਿਲੀਅਨ ਦਾ ਬਜਟ ਹੈ ਜੀ ਸਿਟੀ ਦਾ 2014 ਦਾ। ਔਰ ਜਿਹੜੇ ਬਾਕੀ ਦੇ ਕਹਿ ਲਓ ਵੀ 525 ਮਿਲੀਅਨ ਆ, ਉਹਨਾਂ ਨੂੰ ਇਹ ਕਿਸ ਢੰਗ ਦੇ ਨਾਲ ਖਰਚਦੇ ਨੇ, ਕਿੱਥੇ ਕਿੱਥੇ ਇਹ ਕਿਹੜੀਆਂ ਬੇਨਿਯਮੀਆਂ ਕਰਦੇ ਨੇ। ਆਹ ਹੁਣ ਇੱਕ ਨਵੀਂ ਚੀਜ਼ ਨਿਕਲ ਆਈ ਆ ਵੀ ਜੇ $5 ਲੱਖ ਮੰਨ ਲਓ ਇਹਦਾ ਬਜਟ ਆ, ਉਹਦੇ ਵਿੱਚੋਂ $4 ਲੱਖ ਜਿਹੜਾ ਤਨਖਾਹਾਂ ਦਾ ਨਿਕਲ ਜਾਂਦਾ, ਬਾਕੀ ਪੈਸੇ ਜਿਹੜੇ ਆ ਜੀ ਉਹ ਜਿਸ ਦਫ਼ਤਰ ਦੇ ਵਿੱਚ ਬਹਿੰਦੇ ਨੇ ਉਹਦਾ ਕਿਰਾਇਆ ਸ਼ਰਾਇਆ ਨਿਕਲ ਗਿਆ। ਸੋ ਜਿਹੜਾ ਜਿਸ ਮੁੱਦੇ ਵਾਸਤੇ ਉਹ ਇਕੱਠੇ ਹੁੰਦੇ ਨੇ ਜੀ ਉਹ ਤਕਰੀਬਨ ਉੱਤੇ $15,000 ਜਿਹੜਾ ਉਹ ਖਰਚਿਆ ਜਾਂਦਾ। ਗੱਲ ਕੀ ਕਿ ਇਹਨਾਂ ਨੇ ਉਹ ਚੋਚਲੇ ਨੇ ਜੀ, ਮੈਨੂੰ ਗੱਲ ਆ ਗਈ ਵੀ ਕਹਿੰਦੇ ਵੀ ਅਮੀਰਾਂ ਦੇ ਚੋਚਲੇ ਚਮਚਿਆਂ ਨਾਲ ਸ਼ਰਾਬਾਂ ਤੇ ਗਰੀਬ ਦੀ ਸ਼ਕੀਨੀ ਤੰਬੇ ਨਾਲ ਸ਼ਰਾਬਾਂ। ਹਾਂਜੀ, ਸੋ ਇਹ ਚੋਚਲੇ ਕਰਕੇ ਇਹੋ ਜਿਹੀਆਂ ਪਤਾ ਨਹੀਂ ਕਿੰਨੀਆਂ ਹੋਰ ਆਰਗੇਨਾਈਜੇਸ਼ਨਾਂ ਹੋਣੀਆਂ ਜੀ ਜਿਹਦੇ ਵਿੱਚ ਉਹੀ ਵੀ ਰੱਬ ਨੇ ਗਾਜਰਾਂ ਦਿੱਤੀਆਂ ਵਿੱਚ ਇਹ ਰੰਬਾ ਰੱਖ। ਹਾਂਜੀ, ਔਰ ਮਨਮਰਜ਼ੀ ਕਰ ਰਹੇ ਨੇ। ਅਸੀਂ ਇਹ ਜਿਹੜੀ ਇਨਫੋਰਮੇਸ਼ਨ ਅਗਲੇ ਪ੍ਰੋਗਰਾਮ ਦੇ ਵਿੱਚ ਪੂਰੀ ਸਾਂਝੀ ਕਰਾਂਗੇ ਕਿ ਇਹਨਾਂ ਨੇ ਹੋਰ ਇਹੋ ਜਿਹੀਆਂ ਕਿੰਨੀਆਂ ਆਰਗੇਨਾਈਜੇਸ਼ਨ ਜਿਹੜੀਆਂ ਬਣਾਈਆਂ ਹੋਈਆਂ ਨੇ ਔਰ ਐਗਜ਼ਿਸਟ ਕਰਦੀਆਂ ਨੇ, ਜਿਹੜੀਆਂ ਕਿ ਸਿਟੀ ਤੋਂ ਗ੍ਰਾਂਟ ਲੈ ਕੇ ਆਪਣੇ ਫਾਇਦੇ ਵਾਸਤੇ ਜਿਹੜੀ ਉਹ ਯੂਜ਼ ਕੀਤੀਆਂ। ਔਰ ਜਿਹੜੀ ਇੱਥੇ ਮੈਂ ਇੱਕ ਹੋਰ ਗੱਲ ਐਡ ਕਰਨੀ ਚਾਹਾਂਗਾ ਜੀ ਕਿ ਜਿਹੜੀ ਇਹ ਰੀਜਨਲ ਕਾਉਂਸਲਰ ਇਸ ਵੇਲੇ ਹੈ ਨੇ, ਉਹਨਾਂ ਦਾ ਸਾਰਾ ਪਰਿਵਾਰ ਸਮ ਹਾਊਸ ਸਿਟੀ ਦੇ ਵਿੱਚ ਹੀ ਕੰਮ ਕਰਦਾ, ਜਾਂ ਰੀਜਨ ਦੇ ਵਿੱਚ ਜਾਂ ਇਸ ਸੇਫ ਸਿਟੀ ਦੇ ਵਿੱਚ। ਔਰ ਉੱਥੋਂ ਹੀ ਸਾਰੇ ਦੇ ਸਾਰੇ ਪਰਿਵਾਰ ਨੂੰ ਜਿਹੜਾ ਬੈਨੀਫਿਟ ਪਹੁੰਚਦਾ ਕਿ ਬੀਇੰਗ ਰੀਜਨਲ ਕਾਉਂਸਲਰ ਉਹ ਆਪਣੇ ਪਰਿਵਾਰ ਨੂੰ ਕਿਵੇਂ ਫਾਇਦਾ ਪਹੁੰਚਾਉਂਦੇ ਨੇ। ਇਹ ਸੋਚਣ ਵਾਲੀ ਗੱਲ ਹੈ, ਇਹ ਦੇਖਣ ਵਾਲੀ ਗੱਲ ਹੈ, ਇਹ 'ਤੇ ਗੌਰ ਫਰਮਾਉਣ ਵਾਲੀ ਗੱਲ ਹੈ। ਸੋ ਆਪਾਂ ਅੱਗੇ ਜਾ ਕੇ ਹੋਰ ਵੀ ਜਿਹੜੇ ਮਸਲੇ ਨੇ ਉੱਤੇ ਗੱਲਬਾਤ ਕਰਦੇ ਹਾਂ। ਹੁਣ ਮੈਂ ਅਜੇ ਹੋਰਾਂ ਦੇ ਨਾਲ ਗੱਲਬਾਤ ਕਰ ਲਵਾਂ, ਤੁਸੀਂ ਥੋੜ੍ਹਾ ਜਿਹਾ ਸਾਹ ਲੈ ਲਓ। ਅਜੇ ਜੀ ਤੁਹਾਨੂੰ ਵੀ ਮੈਂ ਬੇਨਤੀ ਕਰਦਾ ਕਿ ਕਿਉਂਕਿ ਬਹੁਤ ਸਾਰੇ ਦਰਸ਼ਕ ਜਿਹੜੇ ਨੇ ਉਹ ਹੋ ਸਕਦਾ ਨਵੇਂ ਜੁੜੇ ਹੋਣ, ਤੁਸੀਂ ਆਪਣਾ ਇੰਟਰੋਡਕਸ਼ਨ ਤੋਂ ਹੀ ਸ਼ੁਰੂ ਕਰੋ ਜੀ। ਤੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਜੀ ਅਜੇ ਮਲਹੋਤਰਾ ਤੇ ਮੈਂ ਵਾਰਡ 7 ਤੇ 8 ਤੋਂ ਸਿਟੀ ਕੌਂਸਲ ਵਾਸਤੇ ਰਨ ਕਰ ਰਿਹਾ।
ਮੈਂ ਜੀ ਰਨ ਕਰਨ ਤੋਂ ਪਹਿਲੇ ਸਾਰੀ ਸਟੱਡੀ ਕੀਤੀ, ਬਰੈਂਪਟਨ ਦੇ ਬਜਟਸ ਦੇਖੇ ਤੇ ਬਰੈਂਪਟਨ ਦੀ ਸਾਰੀ ਵਰਕਿੰਗ ਦੇਖੀ ਸਿਟੀ ਦੀ। ਉਹਦੇ ਤੋਂ ਪਹਿਲੇ ਵੀ ਮੈਂ ਸਿਟੀ ਦੇ ਨਾਲ ਤੇ ਪੀਲ ਪੁਲਿਸ ਡਿਪਾਰਟਮੈਂਟ ਦੇ ਨਾਲ ਇਨਵੋਲਵ ਰਹਾ। ਜਿਵੇਂ ਅਸੀਂ ਹੋਰ ਗੱਲ ਕਰਾਂਗੇ ਤੇ ਆਲ ਟਾਕ ਅ ਲਿਟਲ ਬਿਟ ਅਬਾਊਟ ਬਰੈਂਪਟਨ ਸੇਫ ਸਿਟੀ, ਕਿਉਂਕਿ ਮੇਰਾ ਆਪਣਾ ਐਕਸਪੀਰੀਅੰਸ ਰਿਹਾ ਹੈ ਉਹਨਾਂ ਨਾਲ ਥੋੜ੍ਹਾ ਜਿਹਾ, ਬਹੁਤ ਥੋੜ੍ਹਾ ਜਿਹਾ ਰਿਹਾ, ਬਟ ਮੈਂ ਦੱਸਾਂਗਾ ਕਿ ਕੀ ਉਹਨਾਂ ਨੇ ਸਾਡੇ ਵਾਸਤੇ ਕੀਤਾ ਹੈ ਤੇ ਤੁਸੀਂ ਆਪ ਡਿਸਾਈਡ ਕਰੋ ਕਿ ਕਿਹੋ ਜਿਹੀ ਐਸੋਸੀਏਸ਼ਨ ਹੈਗੀ ਹੈ। ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਕਿ ਮੈਨੂੰ ਟਾਈਮ ਦਿੱਤਾ ਤੇ ਮੈਨੂੰ ਓਪਰਚੁਨਿਟੀ ਦਿੱਤੀ ਹੈ। ਮੈਂ ਡਰੱਗ ਪ੍ਰੋਬਲਮ ਵਾਸਤੇ ਕੰਮ ਕੀਤਾ ਜੀ ਆਪਣੇ ਨੇਬਰਹੁੱਡ 'ਚ, ਮੈਂ ਬੱਚਿਆਂ ਵਾਸਤੇ ਕੰਮ ਕੀਤਾ ਹੈ, ਮੈਂ ਸੀਨੀਅਰਸ ਵਾਸਤੇ ਕੰਮ ਕੀਤਾ ਆਪਣੇ ਨੇਬਰਹੁੱਡ 'ਚ, ਤੇ ਹੁਣ ਮੇਰੀ ਪੂਰੀ ਕੋਸ਼ਿਸ਼ ਹੈਗੀ ਹੈ ਕਿ ਅਗਰ ਤੁਹਾਡੀ ਮਦਦ ਨਾਲ ਮੈਂ ਸਿਟੀ ਕੌਂਸਲ 'ਚ ਜਾਵਾਂ ਤੇ ਮੈਂ ਤੁਹਾਡੀ ਆਵਾਜ਼ ਉੱਥੇ ਚੁੱਕ ਸਕਾਂ ਤੇ ਹੋਰ ਵੱਧ ਤੋਂ ਵੱਧ ਤੁਹਾਡੇ ਵਾਸਤੇ ਕੰਮ ਕਰ ਸਕਾਂ ਉੱਥੇ। ਤੁਸੀਂ ਡਰੱਗ ਦੀ ਗੱਲ ਕੀਤੀ, ਤੁਸੀਂ ਨੋਟਿਸ ਕਿਵੇਂ ਕੀਤਾ ਕਿ ਸਾਡੇ ਇਸ ਇਲਾਕੇ ਦੇ ਵਿੱਚ ਨੇਬਰਹੁੱਡ ਦੇ ਵਿੱਚ ਡਰੱਗ ਦੀ ਸਮੱਸਿਆ ਹੈ ਤੇ ਉਸ ਨੂੰ ਕੰਟਰੋਲ ਕਰਨ ਲਈ ਤੁਸੀਂ ਕਿਹੜੇ ਕਦਮ ਚੁੱਕੇ? ਜੀ ਬੜਾ ਸਿੰਪਲ ਸੀਗਾ ਡਰੱਗ ਦੀ ਪ੍ਰੋਬਲਮ ਨੂੰ ਨੋਟਿਸ ਕਰਨਾ। ਸਾਡੇ ਇੱਥੇ ਨਾ ਇੱਕ ਪਾਰਕ ਹੈਗਾ ਹੈ ਤੇ ਇੱਕ ਬ੍ਰਿਜ ਹੈਗਾ ਹੈ, ਤੇ ਬ੍ਰਿਜ ਦੇ ਥੱਲੇ ਬੱਚੇ ਜਾਂਦੇ ਸੀ ਤੇ ਉੱਥੇ ਬਹਿ ਕੇ ਸਮੋਕਿੰਗ ਕਰਦੇ ਸੀ। ਤੇ ਜੋ ਪਾਰਕ ਹੈਗਾ ਉਹਦੇ 'ਚ ਬੱਚੇ ਜਾਂਦੇ ਸੀ, ਮਰਵਾਨਾ ਯੂਜ਼ ਕਰਦੇ ਸੀ, ਹੋਰ ਵੀ ਚੀਜ਼ਾਂ ਯੂਜ਼ ਕਰਦੇ ਸੀ। ਹੁਣ ਆਈ ਐਮ ਨਾਟ ਅ ਸਮੋਕਰ, ਮੈਂ ਕਦੀ ਵੀ ਸਮੋਕ ਨਹੀਂ ਕੀਤਾ ਆਪਣੀ ਲਾਈਫ 'ਚ। ਮੈਂ 1 ਮਹੀਨਾ ਫਿਲਿਪ ਮੋਰਿਸ ਵਾਸਤੇ ਕੰਮ ਵੀ ਕੀਤਾ ਸੀ ਜੀ। ਤਾਂ ਇਟ ਵਾਸ ਵੈਰੀ ਪੇਨਫੁਲ ਫॉर ਮੀ, ਕਿਉਂਕਿ ਮੇਰੇ ਅੱਜ ਆਂਢੀ ਗੁਆਂਢੀ ਸਾਰੇ ਜਣੇ ਸਮੋਕ ਕਰਦੇ ਸੀ ਤੇ ਮੈਂ ਮਹੀਨੇ 'ਚ ਉਹ ਨੌਕਰੀ ਛੱਡ ਦਿੱਤੀ। ਤੇ ਮੈਨੂੰ ਪਤਾ ਵੀ ਨਹੀਂ ਸੀ ਕਿ ਮੈਰੀਜੁਆਨਾ ਦੀ ਸਮੈਲ ਕਿਸ ਤਰ੍ਹਾਂ ਹੁੰਦੀ ਹੈ, ਬਟ ਵਿਦ ਨੇਬਰਸ ਅਸੀਂ ਇਹਨਾਂ ਨੂੰ ਅਪਰੋਚ ਕੀਤਾ, ਅਸੀਂ ਇਹਨਾਂ ਨੂੰ ਦੇਖਿਆ ਤੇ ਫਿਰ ਸਾਨੂੰ ਪਤਾ ਚੱਲਿਆ ਕਿ ਦਿਸ ਇਜ਼ ਮੈਰੀਜੁਆਨਾ, ਦਿਸ ਇਜ਼ ਐਨ ਇਲੀਗਲ ਸਬਸਟੈਂਸ, ਦੇ ਆਰ ਸਮੋਕਿੰਗ ਇਟ ਦੇਅਰ ਜੀ। ਤੇ ਫਿਰ ਉਹਨੂੰ ਕੰਟਰੋਲ ਕਰਨ ਵਾਸਤੇ ਅਸੀਂ ਸਭ ਤੋਂ ਪਹਿਲੇ ਅਸੀਂ ਬਰੈਂਪਟਨ ਸੇਫ ਸਿਟੀ ਨੂੰ ਵੀ ਕਾਲ ਕੀਤਾ, ਬਟ ਉਹਦੇ ਤੋਂ ਬਾਅਦ ਅਸੀਂ ਆਪਣੇ ਪੀਲ ਪੁਲਿਸ ਡਿਪਾਰਟਮੈਂਟ ਨੂੰ ਕਾਲ ਕੀਤਾ ਜੀ, ਤੇ ਉਹਨਾਂ ਨਾਲ ਅਸੀਂ ਕੰਟੀਨਿਊਸ ਆਪਣਾ ਚੈਨਲ ਖੋਲਿਆ। ਪੀਲ ਪੁਲਿਸ ਦਾ ਇੱਕ ਪਬਲਿਕ ਲੀਏਜ਼ਨ ਆਫਿਸਰ ਹੁੰਦਾ ਜੀ, ਹਰ ਕਮਿਊਨਿਟੀ ਵਾਸਤੇ ਇੱਕ ਪਬਲਿਕ ਲੀਏਜ਼ਨ ਆਫਿਸਰ ਹੁੰਦਾ, ਤੇ ਸਾਡੇ ਵਾਸਤੇ ਇੱਕ ਕੁੜੀ ਹੈਗੀ ਹੈ ਕਾਲਡ ਮਲਿਸਾ ਫ੍ਰੈਂਚ ਜੀ, ਤੇ ਅਸੀਂ ਉਹਨੂੰ ਸੱਦਿਆ। ਨਾ ਹਰ ਗਵਰਨਮੈਂਟ ਡਿਪਾਰਟਮੈਂਟ ਦੇਖੋ ਕੰਮ ਤੇ ਸੇਮ ਤਰੀਕੇ ਨਾਲ ਹੀ ਕਰਦਾ, ਤੁਹਾਨੂੰ ਬਾਰ-ਬਾਰ ਉਹਨਾਂ ਨਾਲ ਯੂ ਹੈਵ ਟੂ ਬੀ ਪਰਸਿਸਟੈਂਟ ਜੀ। ਤੇ ਉਹ ਮੇਰਾ ਕੰਮ ਹੈਗਾ ਸੀ ਸਾਡੀ ਕਮਿਊਨਿਟੀ ਤੋਂ ਹਰ 2 ਦਿਨ ਬਾਅਦ ਉਹਨਾਂ ਨੂੰ ਮੇਲ ਭੇਜ ਦੇਣਾ, ਹਰ 2 ਦਿਨ ਬਾਅਦ ਉਹਨਾਂ ਨੂੰ ਫੋਨ ਕਾਲ ਕਰ ਦੇਣਾ। ਤੇ ਇਹ ਸਾਰਾ ਕੁਝ ਕਰਨ ਦੇ ਬਾਅਦ ਸਾਡੇ ਕੋਲ ਪੂਰੀ ਟੀਮ ਆਈ ਪੀਲ ਪੁਲਿਸ ਦੀ, ਉਹਨਾਂ ਨਾਲ ਅਸੀਂ ਬੈਠੇ, ਉਹਨਾਂ ਨੇ ਸਾਰੇ ਨੇਬਰਸ ਨੂੰ ਸਮਝਾਇਆ ਕਿ ਕਿਵੇਂ ਇਹਨੂੰ ਹੈਂਡਲ ਕਰ ਸਕਦੇ ਹੋ ਜੀ। ਇੱਕ ਬੰਦਾ ਹੈਗਾ ਕਾਲਡ ਟੌਮ ਮਕੇ, ਉਹ ਇੱਕੋ ਹੀ ਬੰਦਾ ਹੈਗਾ ਬਰੈਂਪਟਨ 'ਚ who does something called safe city by design, ਤੇ ਉਹਨੇ ਕੀ ਕੀਤਾ, ਉਹ ਥੱਲੇ ਗਿਆ ਬ੍ਰਿਜ ਦੇ, ਉੱਥੇ ਦੇਖਿਆ ਕਿ ਕਿਹੋ ਜਿਹਾ ਐਟਮੋਸਫੇਅਰ ਹੈਗਾ ਹੈ। ਫਿਰ ਜੋ ਉੱਥੇ ਰੀਪੇਂਟ ਹੋਣ ਵਾਲਾ ਸੀ ਉਹ ਉਹਨੇ ਸਿਟੀ ਨੂੰ ਭੇਜਿਆ। ਫਿਰ ਅਸੀਂ ਉਹਨੂੰ ਪਾਰਕ 'ਚ ਲੈ ਕੇ ਆਏ ਤੇ ਉਹਨੇ ਦੱਸਿਆ ਸਿਟੀ ਨੂੰ ਕਿ ਇੱਥੇ ਪਾਰਕ 'ਚ ਅਗਰ 2 ਪਿੱਛੇ ਲਾਈਟਾਂ ਹੋਰ ਲਾ ਦਿਓ, ਤੇ ਜੋ ਕਿ ਅਸੀਂ ਫਿਰ ਸਿਟੀ ਨਾਲ ਕੰਮ ਕੀਤਾ ਤੇ ਅਸੀਂ 2015 ਦੇ ਬਜਟ 'ਚ ਪਾਈਆਂ ਉਹਨਾਂ ਨੂੰ। ਤੇ ਇਸ ਤਰੀਕੇ ਨਾਲ ਨਾ ਅਸੀਂ ਵੀ ਵਰਕਡ ਵਿਦ ਦੀ ਸਿਟੀ, ਵੀ ਵਰਕਡ ਵਿਦ ਦੇਅਰ ਪ੍ਰੋਸੀਜਰਸ and we made sure ਕਿ ਪੀਲ ਪੁਲਿਸ ਸਾਨੂੰ ਪੂਰੀ ਸਹੂਲਤ ਆਂਦੇ। ਤੇ ਪਹਿਲੇ ਕੀ ਹੋ ਰਿਹਾ ਸੀ ਕਿ ਸਾਡੇ ਇਲਾਕੇ 'ਚ ਡਰੱਗ ਡੀਲਰ ਆ ਜਾਂਦੇ ਸੀ ਆਪਣੀ ਗੱਡੀ ਲੈ ਕੇ, ਔਰ ਰੋਲ ਕਰਦੇ ਸੀ ਆਪਣੀ ਖਿੜਕੀ ਤੇ ਨਾਲ ਪੁੱਛਦੇ ਸੀ ਚਾਹੀਦਾ ਕੁਝ, ਤੇ ਸਾਰਾ ਕੁਝ ਨਾ ਉਹਨਾਂ ਨੇ ਆਪਣੇ ਕੋਲ ਰੱਖਿਆ ਹੋਇਆ ਸੀਗਾ। ਤੇ ਇੰਨਾ ਬੁਰਾ ਹਾਲ ਹੋ ਗਿਆ ਸੀ, ਨਾਟ ਜਸਟ ਡਰੱਗ ਯੂਜ਼ਰਸ ਬਟ ਆਲਸੋ ਡਰੱਗ ਡੀਲਰਸ ਸਾਡੇ ਨੇਬਰਹੁੱਡ 'ਚ ਆ ਰਹੇ ਸੀ। ਹੁਣ ਅਸੀਂ ਜਦ ਤੋਂ ਇੱਥੇ ਐਨਫੋਰਸਮੈਂਟ ਕੀਤੀ ਹੈ ਤੇ ਪੀਲ ਪੁਲਿਸ ਤੇ ਜਦ ਅਸੀਂ ਪ੍ਰੈਸ਼ਰ ਪਾਇਆ ਜੀ ਕਿ ਦੇਖੋ ਇਹ ਪ੍ਰੋਬਲਮ ਤੁਸੀਂ ਸੋਲਵ ਕਰਨੀ ਹੈ, ਤੇ ਹੁਣ ਕੀ ਹੁੰਦਾ ਹੈ ਕਿ ਸਾਡੇ ਇੱਥੇ ਅਗਰ ਕੋਈ ਡਰੱਗ ਯੂਜ਼ਰ ਵੀ ਆਉਂਦਾ ਹੈ ਨਾ, ਤੇ ਸਾਡੇ ਨੇਬਰਸ ਇੰਨੇ ਅਵੇਅਰ ਹੈਗੇ ਹੈ ਕਿ ਮੈਂ ਨਹੀਂ ਕਾਲ ਕਰਾਂਗਾ ਤੇ ਕੋਈ ਹੋਰ ਕਰ ਦੇਗਾ, ਵਿਲ ਗੈਟ ਇਨ ਟੱਚ ਵਿਦ ਪੀਲ ਪੁਲਿਸ। ਸਾਨੂੰ ਸਾਰਿਆਂ ਨੂੰ ਪ੍ਰੋਸੀਜਰ ਪਤਾ ਹੈ ਕਿ ਕਿਸ ਤਰ੍ਹਾਂ ਤੁਸੀਂ ਇਹ ਕਾਲ ਪਾਣੀ ਹੈ ਪੀਲ ਪੁਲਿਸ 'ਚ ਜੀ। ਤੇ ਉਹਦੇ ਬਾਅਦ ਪੀਲ ਪੁਲਿਸ ਦੇ ਆਫਿਸਰਸ ਨੂੰ ਅਸੀਂ ਹਾਈ ਪ੍ਰਾਇੋਰਟੀ ਇਸ ਏਰੀਆ ਨੂੰ ਕਲਾਸੀਫਾਈ ਕਰਕੇ ਇੰਸਟਰਕਸ਼ਨ ਦਿੱਤੀਆਂ ਹੋਈਆਂ ਕਿ ਨਹੀਂ ਅਗਰ ਤੁਸੀਂ ਡਰੱਗ ਨਹੀਂ ਵੀ ਫੜੀ, ਤਦ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਡਰੱਗ ਯੂਸੇਜ ਹੈ ਤੇ ਤੁਸੀਂ ਉੱਥੇ ਬਾਈ ਲਾਅ ਇਨਫਰੈਕਸ਼ਨ ਦੀ ਟਿਕਟ ਕੱਟੋ। ਤੇ ਉਹ ਕਈ ਵਾਰੀ ਆਉਂਦੇ, ਅਗਰ ਉਹਨਾਂ ਨੂੰ 25 ਬੰਦੇ ਬੈਠੇ ਨਜ਼ਰ ਆਉਂਦੇ ਉੱਥੇ, ਤੇ ਉਹ ਉਸੇ ਵੇਲੇ ਡਰੱਗ ਛੁਪਾ ਲੈਂਦੇ ਹੈ, ਤੇ ਫੜਨਾ ਡਰੱਗ ਨੂੰ ਕਾਫੀ ਮੁਸ਼ਕਿਲ ਹੈ। ਤੇ ਉਹ ਸਿਰਫ ਉਹਨਾਂ ਨੂੰ ਆਈਡੈਂਟੀਫਾਈ ਕਰਨ ਵਾਸਤੇ ਉਹਨਾਂ ਨੂੰ ਬਾਈ ਲਾਅ ਇਨਫਰੈਕਸ਼ਨ ਦੀ, ਜੋ ਕਿ ਸਾਰਿਆਂ ਨੂੰ ਪਤਾ ਨਹੀਂ ਹੈ, ਬਟ ਇੱਕ ਬਾਈ ਲਾਅ ਹੈ ਕਿ ਰਾਤੀ 11 ਵਜੇ ਦੇ ਬਾਅਦ ਯੂ ਕੈਨ ਨਾਟ ਕੌਂਗਰੇਗੇਟ ਇਨ ਅ ਪਾਰਕ। ਜੋ ਬਾਈ ਲਾਅ ਇਨਫਰੈਕਸ਼ਨ ਦੀ ਟਿਕਟ ਵੀ ਕੱਟ ਕੇ ਜਾਂਦੇ ਹੈ, ਜੋ ਕਿ ਪਹਿਲੇ ਕਦੀ ਨਹੀਂ ਕੱਟੀ ਗਈ, ਬਟ ਵੈਨ ਵੀ ਗਾਟ ਦੀ ਪ੍ਰੈਸ਼ਰ ਔਨ ਦੇ ਆਰ ਸਟਾਰਟਿੰਗ ਟੂ ਡੂ ਦੈਟ। ਸੋ ਮੈਂ ਇਹ ਪਹਿਲੀ ਵਾਰ ਸੁਣਿਆ ਜੀ। ਸੋ ਕਿਉਂਕਿ ਆਮ ਤੌਰ ਦੇ ਉੱਪਰ ਬਹੁਤ ਸਾਰੀ ਸਮੱਸਿਆ ਇਹ ਹੈਗੀ ਆ। ਸੋ ਬਹੁਤ ਸਾਰੇ ਮਾਪੇ ਜਿਹੜੇ ਇਸ ਗੱਲ ਤੋਂ ਚਿੰਤਤ ਹੋਣਗੇ ਕਿ ਸਾਡੇ ਬੱਚੇ ਜਿਹੜੇ ਆ ਜੀ ਉਹ 12-12, 1-1, 2-2 ਵਜੇ ਤੱਕ ਬਾਹਰ ਰਹਿੰਦੇ ਆ, ਪਾਰਕ ਦੇ ਵਿੱਚ ਬੈਠੇ ਰਹਿੰਦੇ ਆ, ਔਰ ਤੁਸੀਂ ਉਹਨਾਂ ਦੇ ਕੋਲ ਇਹ ਗੱਲ ਜਿਹੜੀ ਆ ਜ਼ਰੂਰ ਇਟ ਇਜ਼ ਵੈਰੀ ਯੂਜ਼ਫੁਲ ਇਨਫੋਰਮੇਸ਼ਨ ਕਿ ਜੇ ਤੁਸੀਂ 11 ਵਜੇ ਤੋਂ ਬਾਅਦ ਇਕੱਠੇ ਹੋ ਕੇ ਪਾਰਕ ਦੇ ਵਿੱਚ ਬੈਠਦੇ ਹੋ ਤੇ ਤੁਹਾਨੂੰ ਪੁਲਿਸ ਜਿਹੜੀ ਆ ਟਿਕਟ ਦੇ ਸਕਦੀ ਆ।
ਔਰ ਜਿਹੜੇ ਸਾਡੇ ਜਿਸ ਢੰਗ ਦੇ ਨਾਲ ਅਜੇ ਹੋਰਾਂ ਨੇ ਆਪਣੇ ਨੇਬਰਹੁੱਡ ਦੇ ਵਿੱਚ ਆਪਣੇ ਆਂਢ ਗੁਆਂਢ ਨੂੰ ਇਕੱਠਾ ਕਰਕੇ ਉੱਥੇ ਇੱਕ ਮਾਹੌਲ ਤਿਆਰ ਕੀਤਾ, ਸੋ ਇਹੋ ਜਿਹਾ ਜੇ ਕਿਤੇ ਆਪਾਂ ਸਾਰੇ ਮੁਹੱਲਿਆਂ ਦੇ ਵਿੱਚ ਇਸ ਢੰਗ ਦੇ ਨਾਲ ਕਰਨ ਲੱਗ ਜਾਈਏ ਤੇ ਮੇਰੇ ਖਿਆਲ ਦੇ ਵਿੱਚ ਬਹੁਤ ਹੀ ਸਮੱਸਿਆ ਜਿਹੜੀ ਆਪਾਂ ਨਜਿੱਠ ਸਕਦੇ ਹਾਂ। ਉਸ ਤੋਂ ਪਹਿਲਾਂ ਕਿ ਮੈਂ ਬ੍ਰੇਕ ਤੇ ਜਾਵਾਂ, ਮੇਰੇ ਕੋਲ ਇੱਕ ਕਾਲਰ ਨੇ ਜੀ, ਉਹਨਾਂ ਨਾਲ ਗੱਲ ਕਰਕੇ ਦੇਖਦਾ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਜੀ ਮੇਰੇ ਖਿਆਲ 'ਚ ਇੱਕ ਬਹੁਤ ਪ੍ਰੋਬਲਮ ਆ ਵੀ ਜਿਹੜਾ ਪਾਰਕ ਦੇ ਵਿੱਚ ਵਿੰਨ ਆ ਜਿਹੜੇ ਗਾਰਬੇਜ ਦੇ, ਜੀ ਲੋਕੀ ਘਰਾਂ ਦਾ ਗਾਰਬੇਜ ਉੱਥੇ ਸਿੱਟੀ ਜਾਂਦੇ ਜਾਂ ਹੂੰ ਉਹ ਦੂਜੇ ਦਿਨ ਭਰ ਜਾਂਦੇ, ਸਮੈਲ ਮਾਰਦੇ ਆ ਤੇ ਪਤਾ ਨਹੀਂ ਕਿਉਂ ਇਦਾਂ ਕਰਦੇ। $1 ਦਾ ਤੁਹਾਨੂੰ ਕੋਪਰ ਮਿਲਦਾ ਵੀ ਘਰ ਤਾਂ ਬਹੁਤ ਵੱਡੇ ਲੈ ਲੈ ਜੀ ਤਾਂ ਉਹ ਰੱਖੀਆਂ ਜਿੱਦਾਂ ਕਹਿੰਦੇ ਆ। ਤੇ ਦੂਜਾ ਬਜ਼ੁਰਗਾਂ ਵਾਸਤੇ ਬਹਿਣ ਨੂੰ ਇਹਨੇ ਬੈਠੇ 'ਚ ਕਮਰੇ ਵਿਚਾਰੇ ਖੜੇ ਰਹਿੰਦੇ ਆ, ਹੁਣ ਸਾਰਾ ਦਿਨ ਘਰ ਨਹੀਂ ਬਹਿ ਸਕਦੇ ਤੇ ਉਹਨਾਂ ਨੂੰ ਕੀ ਕਰਦਾ ਆਪਣੇ ਫਰੈਂਡਾਂ ਨਾਲ ਕਿਤੇ ਜਾ ਕੇ ਗੱਲ ਕਰੀਏ ਜੀ। ਤੇ ਜੇ ਤਾਂ ਦੇ ਵਾਰਡ 7, 8, 9, 10 ਦੇ ਥੋੜੇ ਨਾ ਇਹਨਾਂ ਨੂੰ ਸ਼ੈਲਟਰ ਦਿੱਤੇ ਜਾਣ ਤੇ ਇਹਦੇ ਵਿੱਚ ਹੀਟ ਹੋਵੇ, ਟੀਵੀ ਲੱਗਾ ਹੋਵੇ, ਕਿਉਂਕਿ ਸਾਡੇ ਦੇ ਕਲਚਰ ਹੀ ਆ ਬਜ਼ੁਰਗਾਂ ਦਾ ਇੱਜ਼ਤ ਮਾਣ ਕਰੋ। ਉਹ ਖੜੇ ਆ ਖੁੰਝਿਆ ਤੇ ਸਾਡੇ ਪ੍ਰੋਫੈਸਰ ਕਿਤੇ ਦਾ ਫਾਇਦਾ ਕੀ ਹੋਇਆ? ਜੀ ਜੀ, ਬਹੁਤ ਮਿਹਰਬਾਨੀ ਜੀ। ਧਿਆਨ ਦਿਓ, 2-3 ਜਿਹੜੇ ਮੁੱਦੇ ਆ ਵੀ 1000 ਵਜੇ ਆਪਣੇ ਲੋਕੀ ਨਾ ਸੁੱਤੀ ਜਾਂਦੇ ਵੇ ਤਾਂ ਜਿਹੜਾ ਕੂੜਾ ਹੁੰਦਾ ਢੇਰ ਹੁੰਦਾ ਪਿੰਡ ਦਾ। ਬਹੁਤ ਮਿਹਰਬਾਨੀ ਜੀ, ਬਹੁਤ ਮਿਹਰਬਾਨੀ। ਸੋ ਇਹਦੇ ਵਿੱਚ ਇਹ ਜ਼ਰੂਰੀ ਨਹੀਂ ਵੀ ਜੇ ਸਿਰਫ ਆਪਣੇ ਬੰਦੇ ਆ ਉਹਨਾਂ ਨੇ ਇਹ ਸਮੱਸਿਆ ਦਾ ਹੱਲ ਕਰਨਾ। ਕੌਂਸਲਰ ਤੁਹਾਡਾ ਜਿਹੜਾ ਮਰਜ਼ੀ ਹੋਵੇ, ਚਾਹੇ ਉਹ ਤੁਹਾਡੀ ਭਾਸ਼ਾ ਸਮਝਣ ਵਾਲਾ ਹੋਵੇ ਜਾਂ ਫਿਰ ਉਹ ਮੇਨਸਟ੍ਰੀਮ ਕਮਿਊਨਿਟੀ ਦੇ ਵਿੱਚ ਹੋਵੇ, ਤੁਹਾਡੀ ਭਾਸ਼ਾ ਸਮਝਣ ਵਾਲਾ ਨਾ ਵੀ ਹੋਵੇ, ਪਰ ਉਹਦਾ ਇਹ ਜਿਹੜੀਆਂ ਸਹੂਲਤਾਂ ਨੇ, ਬੇਸਿਕ ਸਹੂਲਤਾਂ ਦੇਣੀਆਂ ਫਰਜ਼ ਬਣਦਾ। ਕਾਲਸ ਤੁਹਾਡੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ, ਪਰ ਮੈਂ ਇੱਕ ਛੋਟੀ ਜਿਹੀ ਬ੍ਰੇਕ ਲੈਣੀ ਚਾਹਾਂਗਾ। ਬ੍ਰੇਕ ਤੋਂ ਬਾਅਦ 10 ਮਿੰਟ ਅਸੀਂ ਹੋਰ ਗੱਲਬਾਤ ਕਰਾਂਗੇ। ਉਸ ਤੋਂ ਬਾਅਦ ਮੈਂ ਬੇਨਤੀ ਕਰਾਂਗਾ ਤੁਹਾਨੂੰ ਕਾਲ ਕਰਨ ਵਾਸਤੇ। ਤੁਸੀਂ ਜ਼ਰੂਰ ਕਾਲ ਕਰਕੇ ਜਿਹੜੇ ਆਪਣੇ ਕੰਸਰਨ ਜਿਹੜੇ ਨੇ ਉਹ ਦੱਸ ਸਕਦੇ ਹੋ। 1 ਮਿੰਟ ਲਾਵਾਂਗੇ ਅਸੀਂ ਸਵਾਲ ਜਵਾਬ ਦੇ ਸਿਲਸਿਲੇ ਦੇ ਬਾਅਦ ਵਿੱਚ, ਫਿਰ ਤੁਸੀਂ ਫੋਨ ਕਰ ਸਕਦੇ ਹੋ 10 ਮਿੰਟ ਬਾਅਦ। ਮੈਂ ਨਹੀਂ ਚਾਹੁੰਦਾ ਵੀ ਤੁਸੀਂ ਬਹੁਤਾ ਸਮਾਂ ਜਿਹੜਾ ਹੋਲਡ ਕਰਕੇ ਬੈਠੇ ਰਹੋ। ਸੋ ਜਦੋਂ ਆਵਾਜ਼ ਮਾਰਾਂਗੇ ਪਲੀਜ਼ ਯੂ ਕੈਨ ਕਾਲ। ਪੁੰਜ ਸਾਹਿਬ, ਮੈਂ ਤੁਸੀਂ ਕੋਈ ਐਡ ਕਰਨਾ ਚਾਹੁੰਦੇ ਸੀ ਕਿ ਜਿਹੜੇ ਪਾਰਕ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਸਨ, ਐਂਡ ਖਾਸ ਕਰਕੇ ਡਰੱਗ ਦੇ ਰਿਲੇਟਡ ਇਸ਼ੂਜ਼? ਜਿਹੜੀ ਗੱਲ ਅਜੇ ਮਲਹੋਤਰਾ ਜੀ ਨੇ ਕੀਤੀ ਹੈ, ਜੀ, ਆਈ ਮਸਟ ਐਪਰੀਸ਼ੀਏਟ ਹਿਸ ਐਫਰਟ ਐਂਡ ਹਿਸ ਕੰਟਰੀਬਿਊਸ਼ਨ। ਇਸੇ ਦੇ ਰਿਲੇਟਡ ਉਸ ਪਾਰਕ ਦੇ ਵਿੱਚ ਮੈਨੂੰ ਵੀ ਇਹਨਾਂ ਨੇ ਇਨਵਾਈਟ ਕੀਤਾ ਸੀਗਾ। ਮੀਟਿੰਗਸ ਮੈਂ ਅਟੈਂਡ ਕੀਤੀਆਂ ਨੇ ਜਦੋਂ ਕ੍ਰਾਈਮ ਸਟਾਪਰ ਆਏ ਨੇ, ਜਦੋਂ ਉਹਨਾਂ ਨੇ ਸਾਨੂੰ ਸਾਰੀ ਸਿਚੁਏਸ਼ਨ ਐਕਸਪਲੇਨ ਕੀਤੀ ਹੈ ਕਿ ਕਿਵੇਂ ਉਹ ਕੰਮ ਕਰਦੇ ਨੇ, ਕਿਵੇਂ ਉਹਨਾਂ ਦੀ ਆਰਗੇਨਾਈਜੇਸ਼ਨ ਜਿਹੜੀ ਸਾਡੀ ਹੈਲਪ ਕਰ ਸਕਦੀ ਹੈ, ਸਿਟੀਜ਼ਨਸ ਦੀ, ਲੋਕਲ ਸਿਟੀਜ਼ਨਸ ਦੀ ਕਿਵੇਂ ਹੈਲਪ ਕਰ ਸਕਦੇ ਨੇ, ਉਹ ਸਾਰਾ ਬੜੇ ਵਿਸਤਾਰ ਦੇ ਨਾਲ ਉਹਨਾਂ ਨੇ ਐਕਸਪਲੇਨ ਕੀਤਾ। ਉੱਥੇ ਸਾਡੇ ਬਹੁਤ ਸਾਰੇ ਸੀਨੀਅਰ ਬਜ਼ੁਰਗ ਜਿਹੜੇ ਉੱਥੇ ਬੈਠੇ ਸਨ ਔਰ ਉਹਨਾਂ ਨੇ ਲਗਾਤਾਰ ਇਸ ਚੀਜ਼ ਦਾ ਪ੍ਰੈਸ਼ਰ ਬਣਾਈ ਰੱਖਿਆ, ਜਿਸ ਦੇ ਵਿੱਚ ਇਹਨਾਂ ਨੂੰ ਨੇਬਰਹੁੱਡ ਨੂੰ ਪੂਰੀ ਕਾਮਯਾਬੀ ਮਿਲੀ ਹੈ। ਇਹਨਾਂ ਨੇ ਉੱਥੋਂ ਜਿਹੜੇ ਡਰੱਗ ਡੀਲਰ ਸੀ ਉਹਨਾਂ ਨੂੰ ਰਿਮੂਵ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਇਸ ਦੇ ਰਿਲੇਟਡ ਹੀ ਇੱਕ ਹੋਰ ਨੇਬਰਹੁੱਡ ਦੇ ਵਿੱਚ ਮੈਂ ਗਿਆ, ਜਿੱਥੇ ਕਿ ਜਿਹੜਾ ਉਹਨਾਂ ਦੇ ਨੇਬਰਹੁੱਡ ਦੇ ਨਾਲ ਜਿਹੜਾ ਪਾਰਕ ਲੱਗਦਾ ਹੈ, ਮੈਂ ਮੈਂਸ਼ਨ ਨਹੀਂ ਕਰਾਂਗਾ ਕਿ ਉਹਨਾਂ ਨੇ ਮੈਨੂੰ ਮਨਾ ਕੀਤਾ ਸੀ ਕਿ ਤੁਸੀਂ ਕਿਸੇ ਮੀਡੀਆ ਦੇ ਵਿੱਚ ਇਹ ਗੱਲ ਨਾ ਕਰਨਾ ਕਿ ਸਾਡੇ ਤੇ ਕੋਈ ਕਾਊਂਟਰ ਅਟੈਕ ਹੋਵੇ। ਜੀ। ਸੋ ਉਸ ਪਾਰਕ ਨੂੰ ਮੈਨੂੰ ਇੱਕ ਇਟਾਲੀਅਨ ਫੈਮਿਲੀ ਸੀ, ਉਹ ਹਸਬੈਂਡ ਵਾਈਫ ਮੈਨੂੰ ਲੈ ਗਏ ਉੱਥੇ ਪਾਰਕ ਦੇ ਵਿੱਚ। ਮੇਰੇ ਨਾਲ ਬਹੁਤ ਸਾਰੇ ਸੱਜਣ ਸੀ ਜਿਹੜੇ ਡੋਰ ਨੌਕਿੰਗ ਕਰ ਰਹੇ ਸਨ। ਤੇ ਉਸ ਪਾਰਕ ਦੀ ਹਾਲਤ ਇੱਕ ਜੰਗਲ ਵਾਲੀ ਹਾਲਤ ਬਣੀ ਹੋਈ ਹੈ ਔਰ ਉਸ ਪਾਰਕ ਦੇ ਮਿਡਲ ਦੇ ਵਿੱਚ ਜਾ ਕੇ ਇੱਕ ਟੈਂਟ ਲੱਗਿਆ ਹੋਇਆ। ਅੱਛਾ। ਉਸ ਟੈਂਟ ਦੇ ਵਿੱਚੋਂ ਡਰੱਗ ਡੀਲਿੰਗ ਹੋ ਰਹੀ ਹੈ ਔਰ ਉਹ ਮੈਨੂੰ ਦਿਖਾ ਕੇ ਚਲੇ ਗਏ ਕਿ ਉਹ ਸਾਹਮਣੇ ਟੈਂਟ ਲੱਗਿਆ ਹੋਇਆ, ਪਰ ਤੁਸੀਂ ਉੱਥੇ ਨੇੜੇ ਨਾ ਜਾਣਾ ਉਹਦੇ। ਮੈਂ ਉਸ ਬਿਲਕੁਲ ਟੈਂਟ ਦੇ ਨੇੜੇ ਗਿਆ ਔਰ ਜਾ ਕੇ ਮੈਂ ਉੱਥੇ ਨੌਕ ਕੀਤਾ, ਪਰ ਅਨਫੋਰਚੂਨਟਲੀ ਉੱਥੇ ਸੀਗਾ ਕੋਈ ਨਹੀਂ ਜੀ। ਸੋ ਪਰ ਉਹਨਾਂ ਨੇ ਕਿਹਾ ਇਹ ਲੇਟ ਨਾਈਟ ਆਉਂਦੇ ਨੇ, ਜਦੋਂ ਹਨੇਰਾ ਹੋ ਜਾਂਦਾ ਉਹ ਤੋਂ ਬਾਅਦ ਇਹ ਇੱਥੇ ਆ ਕੇ ਬੈਠਦੇ ਨੇ ਤੇ ਇੱਥੇ ਸ਼ਰੇਆਮ ਜਿਹੜੇ ਇਹਨਾਂ ਦੇ ਜਿਹੜੇ ਕਸਟਮਰ ਆ ਉਹਦੇ ਉਹਨਾਂ ਦੇ ਕਲਾਇੰਟ ਜਿਹੜੇ ਪੱਕੇ ਲੱਗੇ ਹੋਏ ਨੇ ਉਹਨਾਂ ਨੂੰ ਇਹ ਡਰੱਗ ਜਿਹੜੀ ਆ ਵੇਚਦੇ ਨੇ। ਜੀ। ਸੋ ਟੈਂਟ ਕੱਲ ਨੂੰ ਅੱਖ ਜੀ ਬਚਾ ਕੇ ਮੈਨੂੰ ਜ਼ਰੂਰ ਦਿਖਾ ਲਿਓ। ਮੈਂ ਤੁਹਾਨੂੰ ਦਿਖਾਵਾਂਗਾ ਜੀ, ਹੋਰ ਵੀ ਜਿਹੜਾ ਕੋਈ ਸੱਜਣ ਦੇਖਣਾ ਚਾਹੁੰਦਾ ਉੱਥੇ ਉਹਨਾਂ ਨੂੰ ਲੈ ਚਲਾਂਗੇ, ਆਪਾਂ ਦਿਖਾ ਦਾਂਗੇ। ਪਰ ਗੱਲ ਕਰਨ ਵਾਲੀ ਇਹ ਹੈ ਕਿ ਕਿੰਨੀ ਕੁ ਅਵੇਅਰਨੈਸ ਇਹਨਾਂ ਦੀ ਸੇਫ ਸਿਟੀ ਨੇ ਸਾਡੇ ਸਿਟੀਜ਼ਨ ਨੂੰ, ਸਾਡੇ ਬ੍ਰੈਂਪਟੋਨੀਅਨ ਨੂੰ ਦਿੱਤੀ ਹੈ, ਦਿਖਾਈ ਹੈ ਕਿ ਇਹਨਾਂ ਨੂੰ ਇਹ ਜਿਹੜੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ। ਜੀ। ਸਭ ਤੋਂ ਵੱਡੀ ਗੱਲ ਜਿਹੜੀ ਮੈਂ ਕੰਸਰਨਡ ਹੈਗੀ ਕਿ 25 ਸਾਲ ਤੋਂ ਇਹ ਜਿਹੜੀ ਰੀਜਨਲ ਕਾਉਂਸਲਰ ਹੈ, ਕਾਉਂਸਲਰ ਦੇ ਤੌਰ ਤੇ ਕੰਮ ਕੀਤਾ ਹੈ, ਇਹਨੇ ਕਦੇ ਆਪਣੇ ਜਿਹੜੇ ਕੰਸਟੀਚੁਐਂਟ ਉਹਨਾਂ ਨੂੰ ਦੱਸਿਆ ਕਿ ਮੈਂ ਕਿਸ ਵਾਰਡ ਵਿੱਚ ਰਹਿੰਦੀ ਹਾਂ? 7-8 ਵਾਰਡ ਵਿੱਚ ਕਦੀ ਸੋਚਿਆ ਕਿ ਮੇਰਾ ਇਹ ਵਾਰਡ ਹੈ ਔਰ ਮੈਂ ਇੱਥੇ ਆਪਣਾ ਜਿਹੜਾ ਰੈਜ਼ੀਡੈਂਸ ਇੱਥੇ ਮੂਵ ਕਰਾਂ? ਨੋ, ਨੈਵਰ। ਸੋ ਤੁਹਾਡੇ ਜਿਹੜਾ ਤੁਹਾਡਾ ਕਾਫੀ ਜ਼ਿਆਦਾ ਡਾਈਵਰਸ ਹੈਗਾ ਜੀ ਵਾਰਡ, ਇਹ ਕੋਈ ਬਹੁਤ ਸਾਰਾ ਨਵਾਂ ਜਿਹੜਾ ਡਿਵੈਲਪ ਹੋਇਆ ਏਰੀਆ ਹੈ ਉਹ 7-8 ਦੇ ਵਿੱਚ, ਕਿਉਂਕਿ ਇਸ ਵਾਰ ਜਿਹੜੀਆਂ ਨਵੀਆਂ ਡੈਮੋਗ੍ਰਾਫਿਕ ਨੇ ਉਹ ਕਾਫੀ ਚੇਂਜ ਹੋਈਆਂ ਨੇ ਔਰ ਇਧਰੋਂ ਆਪਾਂ ਜੇ ਉਹਦੀਆਂ ਬਾਉਂਡਰੀਜ਼ ਦੇਖਣੀਆਂ ਹੋਣ ਤਾਂ ਜਿਹੜੀ ਗੋਰ ਤੋਂ ਵੈਸਟ ਵਾਲਾ ਪਾਸਾ ਜੀ, ਹਾਂਜੀ, ਫਿਰ ਉਧਰੋਂ ਕੈਸਲਮੋਰ ਤੱਕ ਨੇ ਜੀ। ਇੱਧਰ ਕੈਸਲਮੋਰ, ਵੇਡ,
ਤੇ ਫਿਰ ਹੋਇਆ ਸਿੱਧਾ ਫੋਰਟਨ ਤੱਕ ਜਾਂਦਾ ਜੀ। ਵੈਸਟ ਬਾਉਂਡਰੀ ਹੈ ਉਹ ਫੋਰਟਨ ਹੈ ਜੀ ਤੇ ਫੋਰਟਨ ਬੁਵੇਟ ਤੋਂ ਸਾਊਥ ਨੂੰ ਕੁਈਨ ਤੱਕ ਜਾਂਦਾ ਹੈਗਾ। ਜੀ ਕੁਈਨ ਜਿਹੜਾ ਹੈ ਈਸਟ ਵੱਲ ਨੂੰ ਡਿਕਸੀ ਤਾਈਂ ਜਾਂਦਾ ਹੈਗਾ, ਜੀ ਪਰ ਆਲ ਦਾ ਵੇ ਗੋਰ ਜਾਂਦਾ ਹੈ, ਪਰ ਡਿਕਸੀ ਤੋਂ ਫਿਰ ਸਾਊਥ ਅਪ ਟੂ ਸਟੀਲਸ ਜਿਹੜਾ ਹੋ ਜਾਂਦਾ ਹੈ। ਮੈਂ ਇੱਕ ਚੀਜ਼ ਦਰਸ਼ਕਾਂ ਨੂੰ ਕਹਿਣਾ ਚਾਹਾਂਗਾ ਕਿ ਮੈਂ ਵੀ ਇਸੇ ਵਾਰਡ 'ਚ ਹੈਗਾ ਤੇ ਇਸ ਵਾਰਡ ਦਿਸ ਇਜ਼ ਅ ਵੈਰੀ ਯੂਨੀਕ ਵਾਰਡ ਆ। ਇਹਦੇ 'ਚ ਤੁਸੀਂ ਦੇਖੋ ਤੇ 52.6% ਜੋ ਹੈ ਉਹ ਪੋਪੂਲੇਸ਼ਨ ਜੋ ਹੈ ਇਮੀਗ੍ਰੈਂਟ ਹੈਗੀ ਹੈ, ਲੇਕਿਨ ਦੂਜੇ ਪਾਸੇ ਦੇਖੋ ਕਿ ਇਮੀਗ੍ਰੈਂਟ ਪੋਪੂਲੇਸ਼ਨ 'ਚ ਇੰਨੀ ਵੋਟਿੰਗ ਪਾਵਰ ਨਹੀਂ ਹੈਗੀ। ਘੱਟ ਤੋਂ ਘੱਟ 50% ਆਫ ਇਮੀਗ੍ਰੈਂਟ ਪੋਪੂਲੇਸ਼ਨ ਇਜ਼ ਨਾਨ ਵੋਟਿੰਗ। ਤੇ ਇਹ ਵਾਰਡ 7 ਤੇ 8 ਇਜ਼ ਵੈਰੀ ਕ੍ਰਿਟੀਕਲ ਟੂ ਵਾਚ ਬਿਕਾਜ਼ ਦਿਸ ਵਿਲ ਟੈਲ ਅਸ ਕਿ ਆਰ ਵੋਟਸ ਰੀਅਲੀ ਸਪਲਿਟ। ਅਸੀਂ ਜਦ ਜਾਣਦੇ ਹਾਂ ਤੇ ਮੈਨੂੰ ਤੇ ਸਾਰੇ ਖੁਸ਼ੀ ਮਿਲਦੇ, ਲੇਕਿਨ ਕਈ ਵਾਰੀ ਲੋਕੀ ਕਹਿੰਦੇ ਕਿ ਨਹੀਂ ਆਪਣੇ ਪੰਜਾਬੀ ਲੋਕੀ ਪੰਜਾਬੀਆਂ ਨੂੰ ਹੀ ਵੋਟ ਦਿੰਦੇ ਤੇ ਗੋਰਿਆਂ ਨੂੰ ਹੀ ਵੋਟ ਦਿੰਦੇ। ਦੀ ਰਿਜ਼ਲਟਸ ਆਫ ਦਿਸ ਵਾਰਡ ਵਿਲ ਟੈਲ ਅਸ ਐਂਡ ਅਗਰ ਅਸੀਂ ਚਾਹੁੰਦੇ ਹਾਂ ਕਿ ਕੋਈ ਆਪਣਾ ਬੰਦਾ ਆਏ ਪਾਵਰ 'ਚ ਤੇ ਸਾਰਿਆਂ ਨੂੰ ਸਾਨੂੰ ਜਾਣਾ ਪਏਗਾ ਵੋਟ ਕਰਨ, ਜਿਨ ਹੈਵੀ ਮਾਤਰਾ 'ਚ ਸਾਨੂੰ ਜਾਣਾ ਪਏਗਾ ਵੋਟ ਕਰਨ ਤੇ ਸਾਨੂੰ ਇੱਕ ਬੰਦਾ ਚੁਣਨਾ ਪਏਗਾ ਘੁੰਮ ਕੇ ਜਿਹਨੂੰ ਕਿ ਅਸੀਂ ਵੋਟ ਕਰਨ ਜਾਈਏ। 50-50 ਵੋਟਰ 'ਚ ਸਪਲਿਟ ਹੈਗਾ ਇਸ ਵਾਰਡ 'ਚੋਂ। ਬਿਲਕੁਲ ਜੀ। ਮੈਨੂੰ ਅੱਜ ਸਾਡੇ ਜਿਹੜੇ ਮੇਅਰਲ ਕੈਂਡੀਡੇਟ ਨੇ ਜੀ ਰਣਜੀਤ ਬੱਗਾ ਹੋਰੀ, ਉਹਨਾਂ ਨੇ ਫੋਨ ਕਰਕੇ ਇਹ ਗੱਲ ਕਹੀ ਕਿ ਭਾਈ ਜੇ ਉਹਨਾਂ ਵੱਲੋਂ ਇਹ ਅਪਰੋਚ ਕੀਤੀ ਜਾ ਰਹੀ ਹੈ ਕਮਿਊਨਿਟੀ ਦੇ ਵੱਖ-ਵੱਖ ਪਤਵੰਤਿਆਂ ਨੂੰ, ਔਰ ਉਹ ਅੱਜ ਮੈਂ ਤਾਂ ਉਹਨਾਂ ਨੂੰ ਕਿਹਾ ਸੀ ਭਾਈ ਤੁਸੀਂ ਮਗਰਲਾ ਅੱਧਾ ਘੰਟਾ ਆ ਜਾਓ, ਤੁਸੀਂ ਆਪਣੀ ਜ਼ਬਾਨੀ ਇਹ ਗੱਲ ਕਰਦੇ ਹੋ। ਉਹ ਕਹਿੰਦੇ ਵੀ ਹੁਣ ਅਸੀਂ 6 ਜਣੇ ਜਿਹੜੇ ਆ ਉਹ ਮੇਅਰਲ ਕੈਂਡੀਡੇਟ ਵਾਸਤੇ ਖੜੇ ਆ, ਕੈਂਡੀਡੇਸੀ ਅਸੀਂ ਜ਼ਾਹਰ ਕੀਤੀ ਹੈ, ਔਰ ਜੇ 6 ਦੇ ਵਿੱਚੋਂ ਜਿੱਤਦਾ ਕੋਈ ਨਹੀਂ ਨਜ਼ਰ ਆਉਂਦਾ। ਇਹ ਗੱਲ ਮੈਂ ਉਦੋਂ ਦੇ ਪਹਿਲੇ ਦਿਨ ਤੋਂ ਕਹਿ ਰਿਹਾ ਵੀ ਸਾਡੇ ਜਿਹੜੇ ਇਹ ਨੇ ਇਹ ਆਪਸ ਵਿੱਚ ਤਾਂ ਇਹਨਾਂ ਦਾ ਮੁਕਾਬਲਾ ਹੋ ਸਕਦਾ ਵੀ ਪੰਜਾਬੀਆਂ 'ਚੋਂ ਪਹਿਲੇ ਨੰਬਰ 'ਤੇ ਕਿਹੜਾ ਆਉਣਾ ਤਾਂ ਅਖੀਰ 'ਤੇ ਕਿਹਨੇ ਆਉਣਾ, ਪਰ ਜਿੱਤਣ ਦੀ ਹਾਲਾਤ ਦੇ ਵਿੱਚ ਬਿਲਕੁਲ ਨਹੀਂ ਲੱਗਦੇ। ਉਹਨਾਂ ਨੇ ਵੀ ਇਹ ਗੱਲ ਕਹੀ ਵੀ ਜੇ ਭਾਈ ਅਸੀਂ ਸਾਰੇ ਹੀ ਖੜੇ ਆ ਤੇ ਸਾਡੇ ਵਿੱਚੋਂ ਜਿੱਤਣਾ ਕੋਈ ਨਹੀਂ। ਉਹ ਕਹਿੰਦੇ ਕੋਈ ਜੇ ਕਮਿਊਨਿਟੀ ਪਹਿਲਾਂ ਤਾਂ ਵੈਸੇ ਤਾਂ ਇਹ ਇਟ ਇਜ਼ ਟੂ ਲੇਟ ਨਾਓ, ਪਰ ਇਹ ਗੱਲ ਕੀਤੀ ਵੀ ਜਾ ਸਕਦੀ ਆ ਵੀ ਇਹਦੇ ਵਿੱਚੋਂ ਜਿਹੜਾ ਬੰਦਾ ਕੈਪੇਬਲ ਆ, ਜਿਹੜਾ ਬੰਦਾ ਮੁਹਾਰਤ ਰੱਖਦਾ, ਉਹਦੇ ਵਿੱਚੋਂ ਇੱਕ ਨੂੰ ਚੂਜ਼ ਕਰ ਲਿਆ ਜਾਵੇ ਤੇ ਉਹਨੂੰ ਜਿਹੜੀਆਂ ਵੋਟਾਂ ਪਾਈਆਂ ਜਾਣ। ਪਰ ਦੂਜੇ ਪਾਸੇ ਮੈਂ ਇਸ ਗੱਲ ਦੇ ਨਾਲ ਕਿਉਂਕਿ ਇਸ ਕਰਕੇ ਵੀ ਸਹਿਮਤ ਨਹੀਂ ਹੁੰਦਾ ਵੀ ਜੇ ਆਪਾਂ ਇਸ ਤਰੀਕੇ ਨਾਲ ਸੋਚਣ ਲੱਗ ਪਿਆ ਤਾਂ ਫਿਰ ਜਿਹੜੇ ਮੇਨ ਸਟ੍ਰੀਮ ਮੀਡੀਆ ਜਿਹੜੀ ਕਮਿਊਨਿਟੀ ਆ ਉਹ ਵੀ ਸੋਚ ਸਕਦੀ ਆ ਵੀ ਇੱਥੇ ਕਿਤੇ ਪੰਜਾਬੀਆਂ ਦਾ ਕਬਜ਼ਾ ਨਾ ਹੋ ਜਾਏ, ਅਸੀਂ ਵੀ ਸਾਰੇ ਇਕੱਠੇ ਹੋ ਜਾਈਏ ਇੱਕ ਪਾਸੇ ਤੇ ਮੁੜ ਕੇ ਫਿਰ ਜਿਹੜੀ ਇੱਕ ਉਹ ਭਾਈਚਾਰਕ ਸਾਂਝ ਆ ਉਹ ਰਹਿੰਦੀ ਵੀ ਨਹੀਂ। ਪਰ ਹਾਂ ਸਾਨੂੰ ਕੋਸ਼ਿਸ਼ ਇਹ ਜ਼ਰੂਰ ਕਰਨੀ ਚਾਹੀਦੀ ਹੈ ਵੀ ਕਈ ਵਾਰੀ ਅਸੀਂ ਐਵੇਂ ਬਗੈਰ ਗੱਲੋਂ ਇਹ ਸੋਚਦੇ ਹਾਂ ਕਿ ਚਲੋ ਯਾਰ $100 ਲੱਗਣਾ, ਫਾਰਮ ਭਰ ਆਉਂਦੇ ਆ, 5-7 ਦਿਨ ਮਸ਼ਹੂਰੀ ਵਾਹਵਾ ਹੋ ਜਾਣੀ ਹੈ। ਕਾਰਨ ਇਹ ਕਿ ਜਿਸ ਬੰਦੇ ਨੇ ਮੀਡੀਆ ਨੂੰ ਐਡਵਰਟਾਈਜ਼ਮੈਂਟ ਕਰਨ ਵਾਸਤੇ ਪੈਸੇ ਦਿੱਤੇ ਆ ਉਹਦਾ ਨਾਂ ਵੀ ਬੋਲਿਆ ਜਾਣਾ, ਤੇ ਜਿਹੜੇ ਬਾਕੀ ਦੇ 3 ਹੋਰ ਖੜੇ ਨੇ ਉਹ ਭਾਵੇਂ 100 ਦਾ ਫਾਰਮ ਭਰ ਕੇ ਉੱਥੇ ਬੈਠੇ ਨੇ, ਨਾ ਉਹਦਾ ਵੀ ਬੋਲਿਆ ਜਾਣਾ ਵੀ ਹੁਣ ਜਿਹੜੇ 5 ਜਾਂ 6 ਜਾਂ 7 ਜਿਹੜੇ ਬੰਦੇ ਨੇ ਇਹ ਆਪਣੀ ਕਮਿਊਨਿਟੀ 'ਚ ਖੜੇ ਨੇ। ਔਰ ਗਾਂਹ ਵਾਸਤੇ ਫਿਰ ਰੈਫਰਲ ਬਣ ਜਾਂਦੀ ਜੇ ਕਿਸੇ ਨੇ ਰੀਅਲ ਸਟੇਟ ਵੀ ਕਰਨੀ ਆ ਜੀ, ਕੌਣ ਸੀ, ਹਾਂ ਮੇਅਰ ਵਾਸਤੇ ਖੜਿਆ ਸੀ। ਸੋ ਬਹੁਤ ਜਿਹੜੇ ਮੇਰੇ ਵਰਗੇ ਆ ਉਹ ਇੱਦਾਂ ਮਸ਼ਹੂਰੀ ਦਾ ਕਰਕੇ ਵੀ ਖੜੇ ਹੋ ਜਾਂਦੇ ਆ। ਪਰ ਮੇਨ ਹੈ ਵੀ ਇਹਦੇ ਇਟ ਇਜ਼ ਐਨ ਸੀਰੀਅਸ ਜੌਬ, ਔਰ ਇਸ ਜੌਬ ਵਾਸਤੇ ਜਿਹੜਾ ਬੰਦਾ ਕੁਆਲੀਫਾਈ ਕਰਦਾ ਸਾਨੂੰ ਉਹਨਾਂ ਨੂੰ ਹੀ ਵੋਟਾਂ ਪਾਉਣੀਆਂ ਚਾਹੀਦੀਆਂ ਨੇ। ਜਿਵੇਂ ਆਪਣੇ ਪਹਿਲੀ ਕਾਲਰ ਨੇ ਦੱਸਿਆ ਸੀ ਕਿ ਜਿਹੜੀ ਖਾਸ ਕਰਕੇ ਜਿਹੜੇ ਸਮੱਸਿਆ ਬਜ਼ੁਰਗਾਂ ਦੇ ਬਹਿਣ ਦੀ ਜੀ, ਹੁਣ ਜਿਹੜੇ ਰੀਕ੍ਰੀਏਸ਼ਨ ਸੈਂਟਰ ਨੇ ਔਰ ਜੇ ਆਪਾਂ ਦੇਖੀਏ ਕਿ ਜਿਹੜਾ ਤੁਹਾਡਾ ਪੁਰਾਣਾ ਵਾਰਡ 7 ਐਂਡ 8 ਆ ਉਹਦੇ ਵਿੱਚ ਤਾਂ ਬਹੁਤ ਮਿਲ ਜਾਂਦੇ ਨੇ। ਜਿਹੜਾ ਨਵਾਂ ਏਰੀਆ ਆ, ਨਵੇਂ ਏਰੀਆਜ਼ ਦੇ ਵਿੱਚ ਮੇਰੇ ਖਿਆਲ 'ਚ 2 ਹੀ ਨੇ, ਇੱਕ ਤਗੋਰ ਤੇ ਐਬਨੀਜ਼ਰ, ਤੇ ਉਹ ਤੁਹਾਡੇ ਵਾਰਡ ਦੇ ਵਿੱਚ ਪੈਂਦਾ। ਇੱਕ ਮੇਰੇ ਖਿਆਲ 'ਚ ਪਰਲੇ ਪਾਸੇ ਨਵਾਂ ਬਣ ਰਿਹਾ ਮੈਕਵੀਨ ਦੇ ਉੱਪਰ, ਇੱਕ ਮੈਕਵੀਨ ਤੇ ਹਜੇ ਕੋਈ ਨਵਾਂ ਨਹੀਂ ਬਣ ਰਿਹਾ, ਸਿਰਫ ਸਕੂਲ ਨਵਾਂ ਬਣਿਆ ਜੀ। ਉੱਥੇ ਥੋੜੀ ਜਿਹੀ ਥਾਂ ਖਾਲੀ ਹੈਗੀ ਹੈ ਤੇ ਸਾਡੀ ਕੋਸ਼ਿਸ਼ ਇਹ ਹੈਗੀ ਹੈ ਕਿ ਅਸੀਂ ਸਿਟੀ ਨੂੰ ਕਹੀਏ ਕਿ ਉੱਥੇ ਜਾਂ ਤੇ ਸੀਨੀਅਰ ਸੈਂਟਰ ਬਣਾਏ ਜਾਂ ਫਿਰ ਹੋਰ ਕੋਈ ਪਬਲਿਕ ਫੈਸਿਲਿਟੀ ਬਣਾਏ। ਇਸ ਵੇਲੇ ਇਟਸ ਜ਼ੋਨ ਫॉर ਅ ਪਲੇਸ ਆਫ ਵਰਸ਼ਿਪ ਜੀ, ਤੇ ਉੱਥੇ ਪਹਿਲੇ ਤੇ ਚਰਚ ਦੀ ਗੱਲ ਹੋ ਰਹੀ ਸੀ ਕਿ ਚਰਚ ਬਣੇਗੀ ਇੱਥੇ, ਫਿਰ ਗੁਰਦੁਆਰੇ ਦੀ ਗੱਲ ਹੋ ਰਹੀ ਸੀ, ਫਿਰ ਹੁਣ ਇਸ ਵੇਲੇ ਮੌਸਕ ਦੀ ਗੱਲ ਹੋ ਰਹੀ ਹੈ ਕਿ ਉੱਥੇ ਮੌਸਕ ਬਣੇਗੀ। ਬਟ ਸਾਡਾ ਕਹਿਣਾ ਹੈਗਾ ਕਿ ਉਸ ਏਰੀਆ 'ਚ ਪਲੇਸਿਸ ਆਫ ਵਰਸ਼ਿਪ ਇਨਫ ਹੈਗੀਆਂ ਤੇ ਹੁਣ ਸਾਨੂੰ ਜੋ ਉੱਥੇ ਸਖਤ ਜ਼ਰੂਰਤ ਹੈਗੀ ਹੈ ਉਹ ਸੀਨੀਅਰ ਸੈਂਟਰ ਦੀ ਜ਼ਰੂਰਤ ਹੈਗੀ ਹੈ ਜਾਂ ਫਿਰ ਕੋਈ ਵੀ ਹੋਰ ਪਲੇਸ ਆਫ ਕਮਿਊਨਿਟੀ ਜਿੱਥੇ ਕਿ ਕਮਿਊਨਿਟੀ ਦਾ ਜਿਵੇਂ ਹੁਣ ਬੱਚਿਆਂ ਦਾ ਸਵਿਮਿੰਗ ਪੂਲ ਉੱਥੇ ਬਣ ਰਿਹਾ ਲੇਕਿਨ ਉਹ ਵੀ ਥੋੜੀ ਦੂਰ ਹੈਗਾ ਹੈ, ਇੱਥੇ ਇੱਕ ਹੋਰ ਕਮਿਊਨਿਟੀ ਪਲੇਸ ਬਣਨੀ ਚਾਹੀਦੀ ਹੈ। ਸੋ ਤੁਸੀਂ ਇਹ ਨਵੀਂ ਇਨਫੋਰਮੇਸ਼ਨ ਦੇ ਗਏ ਹੋ ਜੀ ਕਿ ਉੱਥੇ ਗੁਰਦੁਆਰਾ ਵੀ ਬਣ ਸਕਦਾ। ਹੁਣ ਮੇਰੇ ਖਿਆਲ ਜਿੰਨੇ ਸਾਡੇ ਗੁਰਦੁਆਰਿਆਂ ਦੀਆਂ ਕਮੇਟੀਆਂ ਦੇ ਵਿੱਚ ਜੇ ਕੋਈ ਲੜਾਈ ਹੋ ਕੇ ਬਾਹਰ ਨਿਕਲਿਆ ਭਾਈ ਬੜਾ ਵਧੀਆ ਗੱਲ ਜਗ੍ਹਾ ਆ। ਨਹੀਂ ਬਟ ਮੈਂ ਇਹ ਚੀਜ਼ ਹੋਰ ਦੱਸਣਾ ਚਾਹੁੰਦਾ ਕਿ ਉਹ ਥਾਂ ਬਹੁਤ ਥੋੜੀ ਹੈਗੀ ਹੈ ਜੀ। ਉੱਥੇ ਤੁਸੀਂ ਕਿਸੇ ਵੀ ਸਾਈਜ਼ ਦਾ ਚੱਜ ਨਾਲ ਗੁਰਦੁਆਰਾ ਨਹੀਂ ਬਣਾ ਸਕਦੇ ਤੇ ਉੱਥੇ 2-3 ਬਹੁਤ ਚੰਗੇ ਗੁਰਦੁਆਰੇ ਆਲਰੇਡੀ ਹੈਗੇ। ਠੀਕ ਹੈ, ਐਬਨੇਜ਼ਰ ਤੇ ਗੁਰਦੁਆਰਾ
ਬੜਾ ਹੈਗਾ ਮੈਂ ਉੱਥੇ ਗਿਆ ਆ ਉੱਤੇ ਗੌੜ ਤੇ ਕੈਸਲ ਮੋੜ ਤੇ ਜੀ ਜੀ ਨਾਨਕ ਜੀ ਸਰ ਸੋ ਮੈਂ ਤਾਂ ਟੀਚਰ ਨਾਲ ਗੱਲ ਕੀਤੀ ਹੈ ਕਿ ਸਾਡੇ ਅੱਜ ਕੱਲ੍ਹ ਕਮੇਟੀਆਂ ਦੇ ਵਿੱਚ ਕਾਫੀ ਖਿੱਚੋਤਾਣ ਚੱਲ ਰਹੀ ਹੈ ਸੋ ਵੀ ਦੇ ਆਰ ਲੁਕਿੰਗ ਫॉर ਅ ਕਾਈਂਡ ਆਫ ਪਲੇਸ ਕਿ ਜਿੱਥੇ ਉਹ ਆਪਣਾ ਖੋਲ੍ਹ ਸਕਣ ਇਹ ਵੈਸੇ ਲਾਗੋ ਲਾਗੇ ਹੋ ਜਾਣਾ ਜੀ ਕੰਮ ਇਹਦੇ ਨਾਲ ਸੰਬੰਧਿਤ ਇੱਕ ਮੈਂ ਹੋਰ ਗੱਲ ਕਰਨੀ ਆ ਪਰ ਉਹ ਕਿਸੇ ਦਿਨ ਫੇਰ ਕਰਾਂਗੇ ਨਹੀਂ ਤਾਂ ਗੱਲ ਦਾ ਖਲਾਰਾ ਪੈ ਜਾਣਾ ਖੈਰ ਪੁਲਿਸ ਸਾਹਿਬ ਤੁਸੀਂ ਇਹਦੇ ਬਾਰੇ ਕੀ ਇਨਪੁਟ ਪਾਉਣਾ ਚਾਹੁੰਦੇ ਹੋ ਮੈਂ ਇਹਦੇ ਵਾਸਤੇ ਕੁਝ ਨਾ ਹੀ ਕਹਾਂ ਨਹੀਂ ਜੀ ਨਹੀਂ ਮੈਂ ਉਹਦੇ ਵਾਸਤੇ ਨਹੀਂ ਮੈਂ ਸਿਰਫ ਜਿਹੜੇ ਬਜ਼ੁਰਗਾਂ ਦੇ ਬੈਂਚਾਂ ਵਾਸਤੇ ਜਾਂ ਫਿਰ ਉਹਨਾਂ ਬਜ਼ੁਰਗਾਂ ਦੇ ਬੈਂਚਾਂ ਵਾਸਤੇ ਤੇ ਅਸੀਂ ਕੋਈ ਕਸਰ ਨਹੀਂ ਛੱਡਾਂਗੇ ਇਹ ਤਾਂ ਮਾਮੂਲੀ ਜੀਆਂ ਗੱਲਾਂ ਨੇ ਅਸੀਂ ਵੱਡੇ ਪ੍ਰੋਜੈਕਟ ਜਿਹੜੇ ਬਜ਼ੁਰਗਾਂ ਵਾਸਤੇ ਅਸੀਂ ਉਲੀਕਾਂਗੇ ਐਸੀ ਕੋਈ ਗੱਲ ਨਹੀਂ ਹੈ ਇਹ ਜਿਹੜਾ ਇੱਕ ਬਰੈਂਪਟਨ ਦਾ ਜਿਹੜਾ ਖਾਸ ਕਰਕੇ ਜਿਹੜੀ ਟ੍ਰੈਫਿਕ ਹੈ ਜੀ ਉਹਦੀ ਬੜੀ ਵੱਡੀ ਸਮੱਸਿਆ ਹੈ ਔਰ ਜਦੋਂ ਸਵੇਰ ਨੂੰ ਬਰੈਂਪਟਨ ਤੋਂ ਬਾਹਰ ਨਿਕਲਣਾ ਹੁੰਦਾ ਜੀ ਤੇ ਉਦੋਂ ਸਮੱਸਿਆ ਹੁੰਦੀ ਆ ਵੀ ਅਸੀਂ ਕੰਮ ਤੇ ਕਿੰਨੇ ਟਾਈਮ ਸਿਰ ਪਹੁੰਚਣਾ ਰਾਹ ਦੇ ਵਿੱਚ ਲਾਈਟਾਂ ਦਾ ਜਿਹੜਾ ਹੈਗਾ ਜੀ ਤੇ ਤੁਸੀਂ ਉਹਨੂੰ ਇੱਕ ਲਾਈਟ ਜਿਹੜੀ ਆ ਉਹ ਰੈੱਡ ਮਿਲ ਗਈ ਜੀ ਫਿਰ ਗਾਂਹ ਦੀ ਗਾਂਹ ਜਿਹੜਾ ਲਾਈਟਾਂ ਦਾ ਚੱਲਦਾ ਰਹਿੰਦਾ ਜੀ ਔਰ ਜਦੋਂ ਤੁਸੀਂ ਵਾਪਸ ਆਉਣਾ ਹੁੰਦਾ ਤਾਂ ਫਿਰ ਬਰੈਂਪਟਨ ਤੋਂ ਦੇ ਵਿੱਚ ਵੜਨ ਨੂੰ ਤੁਹਾਨੂੰ ਘੰਟੇ ਡੇਢ ਘੰਟਾ ਲੱਗ ਜਾਂਦਾ ਉਹਦੇ ਵਾਸਤੇ ਯੂ ਹੈਵ ਸਮ ਕੰਕਰੀਟ ਪਲਾਨ ਫॉर दैट ਸਾਡੇ ਅਸੀਂ ਜਦੋਂ ਰਸਤੇ 'ਚ ਆ ਰਹੇ ਸੀ ਤੇ ਆਪਸ ਵਿੱਚ ਡਿਸਕਸ ਕਰ ਰਹੇ ਸੀਗੇ ਆਪਣੇ ਛੋਟੇ ਵੀਰ ਅਮਰਦੀਪ ਹੁਣਾਂ ਨੇ ਸੁਝਾਅ ਦਿੱਤਾ ਸੀ ਔਰ ਸਾਰਿਆਂ ਨੇ ਅਸੀਂ ਐਗਰੀ ਕੀਤਾ ਕਿ ਜਿਹੜਾ ਇਹ ਲਾਈਟਾਂ ਦਾ ਜਿਹੜਾ ਟਾਈਮਿੰਗ ਆ ਉਹ ਸੀਕੁਐਂਸ ਦੇ ਵਿੱਚ ਹੋਣਾ ਚਾਹੀਦਾ ਜੀ ਕਿ ਜਦੋਂ ਇੱਕ ਲਾਈਟ ਤੇ ਅਸੀਂ ਖੜੇ ਆ ਤੇ ਉੱਥੋਂ ਜਦੋਂ ਚੱਲ ਪਏ ਤੇ ਦੂਸਰੀ ਲਾਈਟ ਤੇ ਜਾ ਕੇ ਸਾਨੂੰ ਰੈੱਡ ਲਾਈਟ ਨਾ ਮਿਲੇ ਜੀ ਸੋ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਅਸੀਂ ਆਪਣੇ ਰੱਖਦੇ ਹਾਂ ਕਿ ਇਸ ਤਰ੍ਹਾਂ ਦਾ ਸਿਸਟਮ ਜਿਹੜਾ ਇੰਟਰੋਡਿਊਸ ਟ੍ਰੈਫਿਕ ਨੂੰ ਸੁਜੈਸਟ ਕੀਤਾ ਜਾਵੇ ਟ੍ਰੈਫਿਕ ਡਿਪਾਰਟਮੈਂਟ ਨੂੰ ਕਿ ਸੀਕੁਐਂਸ ਦੇ ਵਿੱਚ ਜਿਹੜੀ ਹੈ ਲਾਈਟਿੰਗ ਦਾ ਜਿਹੜਾ ਟਾਈਮਿੰਗ ਉਹ ਸੈੱਟ ਕੀਤਾ ਜਾਵੇ ਡਿਡ ਯੂ ਸੁਜੈਸਟ ਐਨੀਥਿੰਗ ਟੂ ਹਾਂਜੀ what happens is ਕਾਫੀ ਸਾਰੇ ਸਿਟੀਜ਼ ਹੈਗੇ ਵਰਲਡ 'ਚ ਜੋ ਕਿ ਕੰਪਿਊਟਰਸ ਨੂੰ ਯੂਜ਼ ਕਰਦੇ ਆ ਤੇ ਉਹ ਕੀ ਕਰਦੇ ਆ ਕਿ ਸਿੰਕਰੋਨਾਈਜ਼ ਕਰਦੇ ਆ ਲਾਈਟਸ ਨੂੰ ਤੇ ਜਿਵੇਂ ਤੁਸੀਂ ਕੁਈਨ ਤੇ ਚਲੇ ਜਾ ਰਹੇ ਹੋ ਤੇ ਕੁਈਨ ਤੇ ਪਹਿਲੀ ਤੁਹਾਨੂੰ ਰੈੱਡ ਲਾਈਟ ਮਿਲੇਗੀ ਫਿਰ ਅਗਰ ਕੁਈਨ ਦੀ ਸਪੀਡ 70 ਦੀ ਹੈ ਤੇ ਉਸ ਬਾਕੀ ਸਾਰੀ ਲਾਈਟਸ ਜੋ ਹੈਗੀਆਂ 70 ਦੇ ਹਿਸਾਬ ਸਿਰ ਸੀਕੁਐਂਸ ਹੁੰਦੀ ਹੈ ਤਾਂ ਉਹਨੂੰ ਕਹਿੰਦੇ ਸਿੰਕਰੋਨਾਈਜ਼ਡ ਲਾਈਟਿੰਗ ਲੇਕਿਨ ਉਹਦੇ 'ਚ ਇੱਕ ਕੈਚ ਹੁੰਦੀ ਹੈ ਕਿ ਅਗਰ ਤੁਹਾਡੀ ਮੇਨ ਆਰਟਰੀ ਕੁਈਨ ਹੈਗੀ ਹੈ ਉਹਨੂੰ ਵੀ ਦੂਜੀ ਮੇਨ ਆਰਟਰੀ ਇੰਟਰਸੈਕਟ ਕਰ ਰਹੀ ਹੈ ਤੇ ਯੂ ਹੈਵ ਟੂ ਫਿਗਰ ਆਊਟ ਕਿ ਕਿਹਦੀ ਪ੍ਰਾਇੋਰਟੀ ਜ਼ਿਆਦਾ ਹੋਏਗੀ ਕਿਹਨੂੰ ਤੁਸੀਂ ਪਹਿਲੇ ਸਿੰਕਰੋਨਾਈਜ਼ ਕਰੋਗੇ ਤੇ ਕਾਫੀ ਕੰਪਲਿਕੇਟਡ ਹੁੰਦਾ ਦੋ ਸੜਕਾਂ ਤੇ ਈਜ਼ੀ ਹੈਗੀਆਂ ਫਿਰ ਦੋ ਦੇ ਉੱਤੇ ਤੁਸੀਂ ਦੋ ਹੋਰ ਪਾਓ ਤੇ ਦੋ ਹੋਰ ਪਾਓ ਤੇ ਦੋ ਹੋਰ ਪਾਓ ਤੇ ਫਾਈਨਲੀ ਉਹ ਕੰਪਿਊਟਰ ਚਾਹੀਦੇ ਹੁੰਦੇ ਐਡਵਾਂਸ ਕੰਪਿਊਟਰਸ ਤੇ ਕਾਫੀ ਸਿਟੀਜ਼ ਕਰ ਰਹੇ ਉਹ ਹੋਰ ਵੀ ਐਡਵਾਂਸ ਜਾਂਦੇ ਸਿਟੀਜ਼ ਉਹ ਕੀ ਕਰਦੇ ਹਾਈਵ ਐਨਾਲਿਸਿਸ ਕਰਦੇ ਇੱਕ ਹਾਈਵ ਐਨਾਲਿਸਿਸ ਕਰਕੇ ਵਰਡ ਹੈਗਾ ਉਹਦੇ 'ਚ ਕੀ ਕਰਦੇ ਕਿ ਉਹ ਨਾ ਸਾਰਾ ਪੈਟਰਨ ਦੇਖਦੇ ਕਿ ਕਿੱਥੇ ਜਾ ਰਹੀਆਂ ਗੱਡੀਆਂ ਤੇ ਕਿੱਥੇ ਜਾ ਰਹੀਆਂ ਤੇ ਕਈ ਵਾਰੀ ਇਸ ਤਰ੍ਹਾਂ ਹੁੰਦਾ ਹੈ ਕਿ ਤੁਸੀਂ 2 ਕਿਲੋਮੀਟਰ ਪਿੱਛੇ ਜਾਮ ਲੱਗਾ ਆ ਤੁਸੀਂ ਅੱਗੇ ਦੀ ਲਾਈਟਸ ਆਨ ਕਰਨੀਆਂ ਸ਼ੁਰੂ ਕਰਦੇ ਹੋ ਕੰਪਿਊਟਰ ਆਪੇ ਆਨ ਕਰਨੇ ਸ਼ੁਰੂ ਕਰਦਾ ਤੇ ਉਹਦੇ ਨਾਲ ਜਾਮ ਕਲੀਅਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ 410 ਦੇ ਮਾਮਲੇ 'ਚ ਨਾ ਇਹ ਬਹੁਤ ਹੀ ਇੰਪੋਰਟੈਂਟ ਹੈਗਾ ਕਿਉਂਕਿ ਜਦ ਤੁਸੀਂ 410 ਤੇ ਜਾਮ 'ਚ ਬੈਠੇ ਹੋ ਨਾ ਤੁਸੀਂ ਇਹ ਦੇਖ ਰਹੇ ਹੋ ਕਿ ਇੱਥੇ ਇਹ ਨਹੀਂ ਹੈਗਾ ਕਿ ਸਾਰੀ ਗੱਡੀਆਂ 80 ਦੀ ਸਪੀਡ ਤੇ ਜਾ ਰਹੀਆਂ ਤੇ ਫੇਰ ਵੀ ਜਗ੍ਹਾ ਨਹੀਂ ਹੈਗੀ ਜੀ ਜਦ ਇਸ ਤਰ੍ਹਾਂ ਹੋਏ ਤਦ ਤੁਹਾਨੂੰ ਹੋਰ ਲੇਨਸ ਐਡ ਕਰਨੀਆਂ ਜੀ ਬਟ ਜਦ ਸਾਰੇ ਬੈਠੇ ਹੋ ਤੇ 20 ਦੀ ਸਪੀਡ ਤੇ 30 ਦੀ ਸਪੀਡ ਤੇ ਜੀ ਤੇ ਤਦ ਪ੍ਰੋਬਲਮ ਕੀ ਹੈਗੀ ਕਿ ਕਿੱਥੇ ਅੱਗੇ ਬੋਟਲਨੈਕ ਹੈਗੇ ਜਿਵੇਂ ਤੁਹਾਡੇ ਹਾਰਟ 'ਚ ਹੁੰਦਾ ਰਾਈਟ ਬਲੱਡ ਫਲੋ ਨਹੀਂ ਕਰਦਾ ਕਿਉਂਕਿ ਬਲੌਕੇਜ ਹੁੰਦੀ ਹੈ ਤੇ ਅੱਗੇ ਕਿੱਥੇ ਬਲੌਕੇਜ ਹੈਗੀ ਹੈ ਕਈ ਵਾਰੀ ਤਾਂ ਇਸ ਤਰ੍ਹਾਂ ਦਾ ਮਲਟੀਪਲ ਬਲੌਕੇजेस ਹੈਗੀਆਂ ਜੀ ਤੇ ਫਿਰ ਸਾਨੂੰ ਕੀ ਕਰਨਾ ਹੈ ਸਾਨੂੰ ਉਹੀ ਐਡਵਾਂਸ ਕੰਪਿਊਟਰ ਸਿਸਟਮਸ ਲੈ ਕੇ ਆਣੇ ਹੈ ਕਾਫੀ ਸਾਰੀ ਕੰਪਨੀਆਂ ਹੈਗੀਆਂ ਜੋ ਕਿ ਇਹ ਮਲਟੀਪਲ ਸਿਟੀਜ਼ ਵਾਸਤੇ ਕਰਦੀਆਂ ਤੇ ਸਾਨੂੰ ਸਾਰੀ ਕਾਸਟ ਵੀ ਆਪ ਨਹੀਂ ਬੇਅਰ ਕਰਨੀ ਅਸੀਂ ਕਾਸਟ ਵੀ ਸ਼ੇਅਰ ਕਰਾਂਗੇ ਬਾਕੀ ਸਿਟੀਜ਼ ਨਾਲ ਕਿਉਂਕਿ ਇਹ ਕੰਪਨੀਆਂ ਨੇ ਸਾਰਾ ਕੁਝ ਡਿਵੈਲਪ ਕੀਤਾ ਹੋਇਆ ਦੂਜਿਆਂ ਵਾਸਤੇ ਤੇ ਉਹੀ ਸਾਨੂੰ ਵੀ ਇੰਪਲੀਮੈਂਟ ਕਰਨਗੀਆਂ ਤੇ ਉਹਦੇ ਨਾਲ ਕੀ ਹੋਏਗਾ ਕਿ ਉਹ ਕੰਪਿਊਟਰ ਸਿਸਟਮ ਮੋਨੀਟਰ ਕਰ ਰਿਹਾ ਕਿੱਥੇ ਟ੍ਰੈਫਿਕ ਹੈ ਕਿੱਥੇ ਕੰਜੈਸ਼ਨ ਹੈ ਤੇ ਉਹ ਆਪੇ ਰੈੱਡ ਲਾਈਟਸ ਖੋਲੀ ਜਾ ਰਿਹਾ ਟੂ ਈਜ਼ ਦੀ ਹੋਲ ਥਿੰਗ ਅਪ ਕਈ ਸਿਟੀਜ਼ ਇਹੋ ਜਿਹੇ ਹੈਗੇ ਯੂਰਪ 'ਚ ਜਿਨ੍ਹਾਂ ਨੇ ਔਨ ਐਨ ਐਵਰੇਜ ਆਪਣੇ ਕੰਪਿਊਟਰਸ ਨੂੰ 40 ਮਿੰਟਸ ਬਚਾਏ ਹੈ ਪਰ ਡੇ ਜਸਟ ਬਾਈ ਯੂਜ਼ਿੰਗ ਐਡਵਾਂਸ ਕੰਪਿਊਟਰ ਸਿਸਟਮਸ ਸੋ ਗੱਲ ਕਿ ਸਾਡੇ ਜਿਹੜੇ ਇੱਧਰਲੇ ਪਾਸੇ ਖਾਸ ਕਰਕੇ ਜੇ ਆਪਾਂ ਸਿਟੀ ਕਾਉਂਸਲਰ ਦੀ ਗੱਲ ਕਰ ਲਈਏ ਰੀਜਨਲ ਕਾਉਂਸਲਰ ਦੀ ਗੱਲ ਕਰ ਲਈਏ ਉਹਨਾਂ ਦੇ ਮੇਰੇ ਖਿਆਲ ਦੇ ਵਿੱਚ ਇੰਨੇ ਤਾਂ ਉਹਨਾਂ ਦੇ ਆਪਣੇ ਸਿਰ ਨਹੀਂ ਖੋਲੇ ਜਿੰਨਾ ਤੁਸੀਂ ਕੰਪਿਊਟਰ ਖੋਲ੍ਹਣ ਦੀ ਗੱਲ ਕਰੀ ਜਾਂਦੇ ਹੋ ਸੋ ਇੱਥੋਂ ਤੱਕ ਜੇ ਵਿਜ਼ਨ ਕਿਸੇ ਕੋਲ ਹੋਊਗਾ ਫੇਰ ਹੀ ਉਹ ਇੱਧਰਲੇ ਪਾਸੇ ਸੋਚੇਗਾ ਜੀ ਸਾਡੇ ਤਾਂ ਹੈਗਾ ਜੀ ਉੱਥੇ ਦਰਅਸਲ ਸਾਡੀ ਵੀ ਮਾਨਸਿਕਤਾ ਇੱਕ ਇਹੋ ਜਿਹੀ ਬਣ ਗਈ ਹੈ ਜੀ ਕਿ ਜੇ ਉੱਥੇ ਪੁਲਿਸੀਆ ਖੜਾ ਜੀ ਫਿਰ ਅਸੀਂ ਦੂਰੋਂ ਹੀ ਬ੍ਰੇਕਾਂ ਲਾ ਲਈਆਂ ਭਾਵੇਂ ਮੂਹਰੇ ਹਰੀਆਂ ਹੀ ਹੋਣ ਤੇ ਨਹੀਂ ਤਾਂ ਜੇ ਉੱਥੇ ਕੋਈ ਅੱਗੇ ਛਾਗੇ ਧੌਣ ਘੁਮਾ ਕੇ ਦੇਖੋ ਜੇ ਹੈ ਨਹੀਂ ਨਾ ਫਿਰ ਮਗਰਲਾ ਸੀਟ ਤੇ ਬੈਠਾ ਕਹਿੰਦਾ ਤਾਂ ਕੱਢਦੇ ਹਾਲੇ ਮਗੀਆਂ ਨੇਗੀਆਂ ਵੀ ਇਦੋਂ ਹੋਰ ਲਾਲ ਕਿਹੜੀ ਹੋਣੀ ਆ ਜੀ ਵੀ ਜਿਹੜੀਆਂ ਤੁਸੀਂ ਫੇਰ ਬ੍ਰੇਕਾਂ ਲਾਓਗੇ ਇੱਕ ਕੱਲ ਬੜੀ ਇੱਕ ਰੌਚਕ ਗੱਲ ਆਈ ਜੀ ਕਿਉਂਕਿ ਸਾਡੇ ਜਿਸ ਮੁਲਕ ਦੇ ਵਿੱਚੋਂ ਅਸੀਂ ਆਏ ਆ ਨਾ ਉੱਥੇ ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਨੇ ਜੀ ਚਾਹੇ ਉਹ ਸਿਟੀ ਕਾਉਂਸਲਰ ਨੇ ਚਾਹੇ ਉਹ ਮੇਅਰ ਨੇ ਪਿੰਡ ਦਾ ਪੰਚ ਆ ਸਰਪੰਚ ਆ ਉਹਨਾਂ ਦੀ ਚੱਲਦੀ ਬੜੀ ਹੁੰਦੀ ਆ ਸੋ ਅਸੀਂ ਉਹਨਾਂ ਨੂੰ ਨਾਲ ਫੜ ਕੇ ਲੈ ਜਾਂਦੇ ਆ ਵੀ ਚਾਹੇ ਸਾਡਾ ਤਹਿਸੀਲ 'ਚ ਕੰਮ ਹੋਵੇ ਉਹ ਵੀ ਝੱਟ ਹੋ ਜਾਂਦਾ ਚਾਹੇ ਸਾਡਾ ਥਾਣੇ 'ਚ ਕੰਮ ਹੋਵੇ ਉਹ ਵੀ ਝੱਟ ਹੋ ਜਾਂਦਾ
ਕੁਝ ਇੱਕ ਸਾਡੇ ਜਿਹੜੇ ਸਿਟੀਜ਼ਨ ਨੇ ਜੀ ਉਹ ਐਕਸਪੈਕਟ ਕਰਦੇ ਨੇ, ਜਿਹੜੇ ਸਾਡੇ ਸਿਟੀ ਕਾਉਂਸਲਰ ਨੇ ਜਾਂ ਫਿਰ ਰੀਜਨਲ ਕਾਉਂਸਲਰ ਨੇ, ਉਹਨਾਂ ਨੂੰ ਫੋਨ ਕਰਦੇ ਨੇ, ਯਾਰ ਵੀ ਫਲਾਨਾ ਸਾਡਾ ਕੰਮ ਆ ਵੀ ਤੁਸੀਂ ਕਰਵਾ ਦਿਓਗੇ। ਮੈਂ ਤਾਂ ਕੱਲ੍ਹ ਬੜਾ ਹੈਰਾਨ ਹੋਇਆ ਕਿ ਸਾਡੇ MPP ਨੇ, ਉਹਨਾਂ ਨਾਲ ਮੇਰੀ ਗੱਲ ਹੁੰਦੀ ਸੀ, ਉਹ ਕਹਿੰਦੇ ਵੀ ਸਾਨੂੰ ਕਈ ਵਾਰੀ ਫੋਨ ਹੀ ਆ ਜਾਂਦੇ ਆ ਵੀ ਯਾਰ ਦੇਖ ਤੈਨੂੰ ਅਸੀਂ ਵੋਟਾਂ ਪਾਈਆਂ, ਤੇਰੀਆਂ ਵੋਟਾਂ ਪਾਉਣ ਦਾ ਫਾਇਦਾ ਕੀ ਹੋਇਆ, ਸਾਡੇ ਜਵਾਕ ਨੂੰ ਜਿਹੜੀ ਯੂਨੀਵਰਸਿਟੀ ਦੇ ਵਿੱਚ ਦਾਖਲਾ ਨਹੀਂ ਮਿਲਦਾ ਜੀ। ਸੋ ਭਾਈ ਸਿੱਖੋ, ਇੱਥੇ ਜਿਹੜੀ ਯੂਨੀਵਰਸਿਟੀ 'ਚ ਦਾਖਲਾ ਜਿਹੜਾ ਜੀ ਉਹ ਪ੍ਰਤੀਸ਼ਤ ਦੇ ਹਿਸਾਬ ਨਾਲ ਮਿਲਣਾ, ਜਿੰਨੀਆਂ ਉੱਥੇ ਸੀਟਾਂ ਨੇ ਉਸੇ ਹਿਸਾਬ ਨਾਲ ਹੀ ਮਿਲਣਾ। ਜਿਹੜੇ ਬਾਕੀ ਦੇ ਕੰਮ ਨੇ ਵੀ ਫਲਾਣੇ ਪੁਲਿਸ ਇਹਦੇ ਨਾਲ ਵਾਕਫੀ ਇਹਨਾਂ ਦੀ ਹੋ ਸਕਦੀ ਆ ਤੇ ਇਹ ਮੇਰਾ ਆਹ ਕੰਮ ਕਰਾ ਸਕਦੇ ਨੇ, ਫਲਾਣੇ ਇੰਸਪੈਕਟਰ ਨਾਲ ਇਹਨਾਂ ਦੀ ਵਾਕਫੀ ਹੋ ਸਕਦੀ ਹੈ, ਮੇਰਾ ਆਹ ਕੰਮ ਕਰਾ ਸਕਦੇ ਨੇ, ਇਹ ਇਹਨਾਂ ਦੇ ਵਿੱਚੋਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਇਹਨਾਂ ਦੋਵਾਂ 'ਚੋਂ ਕੋਈ ਨਹੀਂ ਕਰਾ ਸਕਦਾ। ਸੋ ਜਿਹੜੀਆਂ ਬਾਕੀ ਫੈਸਿਲਿਟੀਜ਼ ਵਾਲੀਆਂ ਕੰਮ ਨੇ ਜੀ ਉਹ ਕਰਵਾ ਸਕਦੇ ਨੇ। ਸੋ ਇਹ ਆਪਾਂ ਐਕਸਪੈਕਟ ਕਰਨਾ ਹੀ ਛੱਡੀਏ, ਅਸੀਂ ਉੱਦਾਂ ਦੇ ਫੋਨ ਕਰਨੇ ਹੀ ਛੱਡੀਏ ਕਿ ਭਾਈ ਸਾਡਾ ਜਿਹੜਾ ਆਹ ਕੰਮ ਥੋੜ੍ਹਾ ਜਿਹਾ ਅੜਦਾ ਕੰਮ ਉਹੀ ਆ ਜਿਹੜਾ ਗੈਰ ਕਾਨੂੰਨੀ ਹੋਵੇ, ਤੇ ਇਸ ਨੂੰ ਫਰਮਾਇਸ਼ ਪਾ ਕੇ ਜਾਂ ਫਿਰ ਕਿਸੇ ਬੰਦੇ ਨੂੰ ਕੋਈ ਲੈ ਦੇ ਕੇ ਕਰਵਾਉਣ ਦੀ ਕੋਸ਼ਿਸ਼, ਲੈਣ ਦੇਣ ਚੱਲਦਾ ਰਿਹਾ, ਬਥੇਰਾ ਚੱਲਦਾ ਰਿਹਾ, ਤੁਹਾਨੂੰ ਵੀ ਪਤਾ। ਸੋ ਮੇਰੀ ਹੁਣ ਬਹੁਤੀ ਜ਼ਬਾਨ ਨਾ ਖਲਾਓ ਕਿਉਂਕਿ ਮੇਰੇ ਨਾਲ ਕਈਆਂ ਨੇ ਗੁੱਸੇ ਹੋ ਜਾਣਾ। ਖੈਰ ਰਾਣਾ ਜੀ, ਮੈਂ ਇੱਕ ਚੀਜ਼ ਕਹਿਣਾ ਚਾਹੁੰਦਾ ਇੱਥੇ ਕਿ ਅਸੀਂ ਪ੍ਰੋਸੈਸ ਨੂੰ ਸਮਝਿਆ, ਅਸੀਂ ਇਹਨਾਂ ਦੇ ਪ੍ਰੋਸੀਜਰਸ ਨੂੰ ਸਮਝਿਆ, ਤੇ ਉਹਦੇ ਬਾਅਦ ਕੀ ਹੁੰਦਾ, ਹੁਣ ਜਿਵੇਂ ਮੇਰੇ ਸਟਰੀਟ ਤੇ ਨਾ ਮੈਨੂੰ ਇੱਕ ਲੇਡੀ ਮਿਲੀ, ਉਹਨਾਂ ਨੂੰ ਨਾ ਟਿਕਟ ਮਿਲ ਗਈ ਸੀ ਜੀ, ਤੇ ਉਹ ਮੇਰੇ ਨਾਲ ਐਵੇਂ ਗੱਲ ਕਰ ਰਹੀ ਸੀ ਕਿ ਟਿਕਟ ਮਿਲ ਗਈ ਹੈ, ਸਾਨੂੰ ਇੱਥੇ ਸਪੀਡ ਵਧਵਾਉਣੀ ਚਾਹੀਦੀ ਹੈ ਕਿਉਂਕਿ ਇੱਥੇ ਸਪੀਡਿੰਗ ਦੀ ਟਿਕਟ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਮੈਨੂੰ ਵੀ ਸਪੀਡਿੰਗ ਦੀ ਟਿਕਟ ਮਿਲੀ ਸੀ ਉੱਥੇ ਬਹੁਤ ਪਹਿਲੇ, ਤੇ ਮੈਂ ਫਿਰ ਵੀ ਸਪੀਡਿੰਗ ਇਨਕਰੀਜ਼ ਦੇ ਹੱਕ 'ਚ ਨਹੀਂ ਹੈਗਾ, ਤੇ ਕਿਉਂਕਿ ਉੱਥੇ ਬਜ਼ੁਰਗ ਕ੍ਰਾਸ ਕਰਦੇ ਹੈ, ਤੇ ਕਈ ਵਾਰੀ ਤਾਂ ਤੁਸੀਂ ਆਪਣੇ ਤੇ ਸਾਂਭ ਸਕਦੇ ਹੋ, ਰਾਈਟ, ਯੂ ਕੈਨ ਟੈਲ them ਕਿ ਇਹ ਰੀਜ਼ਨ ਹੈਗਾ ਹੈ ਜਿਹਦੇ ਵਾਸਤੇ ਦਿਸ ਇਜ਼ ਲਾਈਕ ਦਿਸ, ਤੇ ਫਿਰ ਉਹਨਾਂ ਨੂੰ ਗਾਈਡ ਕਰ ਸਕਦੇ ਹੋ। ਤੇ ਉਹਨਾਂ ਨੂੰ ਜੋ ਟਿਕਟ ਮਿਲੀ, ਉਹ ਕਹਿ ਰਹੀ ਸੀ ਮੈਨੂੰ ਇੰਨੇ ਡਾਲਰ ਦੀ ਟਿਕਟ ਮਿਲੀ ਹੈ, ਤੇ ਮੈਂ ਉਹਨਾਂ ਨੂੰ ਗਾਈਡ ਕੀਤਾ ਕਿ ਕਿਵੇਂ ਤੁਸੀਂ ਜਾ ਕੇ ਉੱਥੇ ਕੋਰਟ 'ਚ ਜਾ ਸਕਦੇ ਹੋ, ਤੇ ਕੋਰਟ 'ਚ ਜਾ ਕੇ ਤੁਸੀਂ ਜੋ ਵੀ ਤੁਹਾਡਾ ਪ੍ਰੋਸੀਕਿਊਟਰ ਹੈ ਉਹਦੇ ਨਾਲ ਗੱਲ ਕਰ ਸਕਦੇ ਹੋ, ਤੇ ਸਿਰਫ ਬਿਕੋਜ਼ ਯੂ ਵਿਲ ਸ਼ੋ ਅਪ ਐਂਡ ਯੂ ਵਿਲ ਟਾਕ ਨਾਈਸਲੀ, ਉਹ ਤੁਹਾਨੂੰ ਫਿਰ ਵੀ ਉਹਦੇ 'ਚ ਡਿਸਕਾਊਂਟ ਦੇਣਗੇ ਤੇ ਤੁਹਾਨੂੰ ਪੂਰੀ ਟਿਕਟ ਵੀ ਨਹੀਂ ਅਦਾ ਕਰਨੀ ਪਏਗੀ। ਤੇ ਜਸਟ ਨੋਇੰਗ ਦੀ ਪ੍ਰੋਸੈਸ ਐਟ ਟਾਈਮਸ ਤੁਸੀਂ ਗਾਈਡ ਕਰ ਸਕਦੇ ਹੋ ਦੂਜੇ ਲੋਕਾਂ ਨੂੰ ਕਿ ਕਿਵੇਂ ਉਹਨੂੰ ਹੈਲਪ ਹੋ ਸਕਦੀ ਹੈ। ਸੋ ਤੁਸੀਂ ਜੀ ਫੋਨ ਕਰ ਸਕਦੇ ਹੋ। ਹੁਣ ਮੈਂ ਮਾਫੀ ਚਾਹੁੰਦਾ, ਖੰਘ ਕਾਫੀ ਹੈ ਜੀ, ਕਿਉਂਕਿ ਮੈਂ ਕੇਜਰੀਵਾਲ ਦਾ ਸਪੋਰਟਰ ਹਾਂ ਜੀ, ਮੈਨੂੰ ਜਦੋਂ ਦਾ ਉਹਨਾਂ ਦਾ ਸਪੋਰਟ ਕਰਨ ਲੱਗਾ ਜੀ ਪੱਕੀ ਖੰਘ ਲੱਗ ਗਈ ਜੀ। ਸੋ ਉਹ ਵੀ ਕੈਮਰੇ ਦੇ ਉੱਪਰ ਖੰਘਦੇ ਰਹਿੰਦੇ ਹੁੰਦੇ ਆ ਜੀ। ਸੋ ਮੇਰਾ ਵੀ ਇਹ ਪੱਕੀ, ਮੇਰਾ ਤਾਂ ਕਦੇ ਕਦੇ ਜੀ ਕਰਦਾ ਹੁੰਦਾ ਵੀ ਇਹਨੂੰ ਡੀਜ਼ਲ ਤੇ ਕਰਾ ਲਈਏ, ਸ਼ਾਇਦ ਸਸਤੀ ਪੈ ਜਾਏ। ਤੁਸੀਂ ਫੋਨ ਕਰ ਸਕਦੇ ਹੋ ਜੀ 905 915 84 84, ਔਰ ਜਾਂ ਫਿਰ ਤੁਸੀਂ ਫੋਨ ਕਰ ਸਕਦੇ ਹੋ 647 ਏਰੀਆ ਕੋਡ ਦੇ ਵਿੱਚ 776 26 20 776 26 20 ਦੇ ਉੱਪਰ ਤੁਸੀਂ ਗੱਲਬਾਤ ਕਰ ਸਕਦੇ ਹੋ। ਅਫੋਰਡੇਬਲ ਹਾਊਸਿੰਗ ਜਿਹੜੀ ਹੈ, ਕਿਉਂਕਿ ਉਹ ਮੈਂ ਤੁਹਾਨੂੰ ਸਵਾਲ ਕਰਾਂਗਾ ਕਿਉਂਕਿ ਤੁਹਾਡੇ ਜੁਰਿਸਡਿਕਸ਼ਨ ਦੇ ਵਿੱਚ ਆਉਣਾ ਜੀ। ਅਫੋਰਡੇਬਲ ਹਾਊਸਿੰਗ ਪ੍ਰੋਵਾਈਡ ਕਰਨ ਦੇ ਵਿੱਚ ਸਿਟੀ ਤਕਰੀਬਨ ਬਹੁਤ ਨਾਕਾਮ ਰਹੀ ਹੈ, ਔਰ ਜੇ ਆਪਾਂ ਚਲੋ ਟੋਰਾਂਟੋ ਜਾਂ ਫਿਰ ਜਿਹੜੀਆਂ ਵੱਡੀਆਂ ਸਿਟੀਜ਼ ਨੇ ਉਹਦੇ ਬਾਰੇ ਤਾਂ ਆਪਾਂ ਸੁਣਦੇ ਹਾਂ, ਪਰ ਸਾਡੇ ਇੱਥੇ ਜਿਹੜੇ ਨੇ ਉਹ ਸੈਂਕੜਿਆਂ ਦੇ ਹਿਸਾਬ ਦੇ ਨਾਲ ਹੋਮਲੈਸ ਲੋਕ ਨੇ। ਜਦੋਂ ਜਿਹੜੀ ਬੇਸਮੈਂਟਾਂ ਦੀ ਇਸ਼ੂ ਦੀ ਗੱਲ ਚੱਲਦੀ ਆ, ਉਦੋਂ ਸਿਟੀ ਜਿਹੜੀ ਆ ਉਹ 'ਤੇ ਰਾਜਨੀਤੀ ਖੇਡਦੀ ਆ, ਨਹੀਂ ਜੀ ਅਸੀਂ ਪਾਸ ਨਹੀਂ ਕਰਨੀ ਆ। ਦੂਜੇ ਪਾਸੇ ਜਦੋਂ ਅਫੋਰਡੇਬਲ ਹਾਊਸਿੰਗ ਦੀ ਗੱਲ ਚੱਲਦੀ ਆ, ਉੱਥੇ ਉਹ ਨਲਾਇਕੀ ਵਰਤਦੇ ਨੇ। ਤੁਹਾਡੇ ਕੋਲ ਕੋਈ ਪਲਾਨ ਹੈ ਵੀ ਉਹਨਾਂ ਲੋਕਾਂ ਵਾਸਤੇ ਜਿਹੜੇ ਖਾਸ ਕਰਕੇ ਨਿਊ ਕਮਰਸ ਨੇ, ਖਾਸ ਕਰਕੇ ਜੇ ਮੰਨ ਲਓ ਸਿੰਗਲ ਮੌਮਸ ਨੇ, ਉਹਨਾਂ ਨੂੰ ਕਿਤੇ ਮਜਬੂਰੀ ਵਸ, ਜਾਂ ਫਿਰ ਸਾਡੇ ਸੀਨੀਅਰਸ ਨੇ ਉਹਨਾਂ ਨੂੰ ਬੱਚੇ ਨਹੀਂ ਸਾਂਭਦੇ, ਉਹਨਾਂ ਨੂੰ ਇਹੋ ਜਿਹੇ ਘਰਾਂ ਦੇ ਵਿੱਚ ਜਾ ਕੇ ਮੂਵ ਹੋਣਾ ਪੈਂਦਾ, ਉਹ ਕਿੱਥੇ ਜਾਣ ਵਿਚਾਰੇ? ਸਾਡਾ ਬਹੁਤ ਵਧੀਆ ਸਵਾਲ ਹੈ ਰਾਣਾ ਜੀ, ਸਾਡਾ ਸਾਰਿਆਂ ਦਾ ਕੰਸਰਨ ਆ ਇਹ ਕਿ ਜਿਵੇਂ ਜਿਵੇਂ ਸਾਡੀ ਜਿਹੜੀ ਪਾਪੂਲੇਸ਼ਨ ਵੱਧਦੀ ਹੈ ਬਰੈਂਪਟਨ ਦੇ ਵਿੱਚ, ਉਸ ਪਾਪੂਲੇਸ਼ਨ ਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਵਰਗ ਆ, ਹਰ ਤਰ੍ਹਾਂ ਦੇ ਲੋਕ ਨੇ ਜਿਹੜੇ ਹਾਊਸ ਨੂੰ ਨਹੀਂ ਅਫੋਰਡ ਕਰ ਸਕਦੇ, ਔਰ ਜਾਂ ਜਿਹੜੇ ਬਹੁਤ ਜ਼ਿਆਦਾ ਕੰਫਰਟੇਬਲ ਨੇ ਉਹ ਵੱਡੇ ਵੱਡੇ ਹਾਊਸਿਸ ਅਫੋਰਡ ਕਰ ਸਕਦੇ ਨੇ, ਔਰ ਮੈਕਸਿਮਮ ਟੈਕਸਿਸ ਜਿਹੜੇ ਪੇ ਕਰਦੇ ਨੇ। ਜਦੋਂ ਸਾਡੇ ਕੋਲ ਐਡਾ ਵੱਡਾ ਬਜਟ ਹੈ ਤੇ ਸਾਨੂੰ ਕੀ ਪ੍ਰੋਬਲਮ ਹੈ ਕਿ ਅਸੀਂ ਉਹਨਾਂ ਲੋਕਾਂ ਨੂੰ ਅਕਮੋਡੇਟ ਨਹੀਂ ਕਰ ਸਕਦੇ, ਉਹਨਾਂ ਨੂੰ ਫੈਸਿਲਿਟੀਜ਼ ਜਿਹੜੀਆਂ ਉਹ ਪ੍ਰੋਵਾਈਡ ਨਹੀਂ ਕਰ ਸਕਦੇ? ਇਹ ਇੱਕ ਬਹੁਤ ਵੱਡਾ ਸਵਾਲ ਹੈ। ਅਸੀਂ ਇਸ ਦੇ ਵਾਸਤੇ ਜਿਹੜਾ ਬਜਟ ਹੈ ਉਹਦੀ ਰੇਸ਼ੋ ਜਿਹੜੀ ਹੈ ਉਹਨਾਂ ਦੇ ਮੁਤਾਬਕ ਉਹਨਾਂ ਲੋਕਾਂ ਵਾਸਤੇ ਬਜਟ ਰੱਖਿਆ ਜਾਣਾ ਚਾਹੀਦਾ ਹੈ। ਉਹਨਾਂ ਹਾਊਸਿੰਗ ਜਿਹੜੀ ਡਿਵੈਲਪਮੈਂਟ ਹੁੰਦੀ ਹੈ ਉਹਦੀ ਰੇਸ਼ੋ ਦੇ ਮੁਤਾਬਕ ਉਹਨਾਂ ਦੇ ਵਾਸਤੇ ਵੀ ਉਨੇ ਹੀ ਜਿਹੜੇ ਘਰ ਉਹ ਬਣਾਏ ਜਾਣੇ ਚਾਹੀਦੇ ਆ ਜੀ। ਔਰ ਅਸੀਂ ਜਦੋਂ ਕੌਂਸਲ ਦੇ ਵਿੱਚ ਜਾਵਾਂਗੇ, ਪਾਵਰ ਦੇ ਵਿੱਚ ਆਵਾਂਗੇ, ਇਹਨੂੰ ਬਰਾਬਰ ਦਾ ਜਿਹੜਾ ਉਹ ਹਿੱਸਾ ਜਿਹੜਾ ਉਹਨਾਂ ਨੂੰ ਮੰਨ ਕੇ ਚੱਲਾਂਗੇ। ਤੁਸੀਂ ਕਾਲ ਕਰ ਸਕਦੇ ਹੋ ਜੀ 905 915 84 84। ਸੋ ਵੀ ਆਰ ਵੇਟਿੰਗ ਫॉर ਯੂਰ ਕਾਲ। ਹਾਂਜੀ, ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਂ ਕਹਿਣਾ ਚਾਹੁੰਦਾ ਸੀ ਕਿ ਜਦ ਤੁਸੀਂ ਕਾਸਟ ਆਫ ਹਾਊਸਿੰਗ ਦੇਖਦੇ ਹੋ
ਤੇ 100 ਤੋਂ $125 ਪਰ ਸਕੁਆਇਰ ਫੁੱਟ ਇਜ਼ ਦੀ ਕਾਸਟ ਆਫ ਕੰਸਟਰਕਸ਼ਨ। ਤੇ 100 ਤੋਂ $125 ਦੇ ਵਿੱਚ ਤੁਸੀਂ ਘਰ ਕੰਸਟਰਕਟ ਕਰ ਸਕਦੇ ਹੋ ਪਰ ਸਕੁਆਇਰ ਫੁੱਟ ਜੀ। ਤੇ ਅਗਰ ਤੁਸੀਂ ਅਫੋਰਡੇਬਲ ਹਾਊਸਿੰਗ ਸਿਟੀ ਐਕਚੁਅਲੀ ਬਣਾਉਣਾ ਚਾਹੇ ਜਾਂ ਰੀਜਨ ਐਕਚੁਅਲੀ ਬਣਾਉਣਾ ਚਾਹੇ ਤੇ 1000 ਸਕੁਆਇਰ ਫੁੱਟ 'ਚ ਬੜੀ ਚੰਗੀ ਲਿਵੇਬਲ ਸਪੇਸ ਬਣ ਜਾਂਦੀ ਹੈ। ਤੇ ਲੱਖ ਸਵਾ ਲੱਖ ਦੇ ਵਿੱਚ ਤੁਸੀਂ ਇੱਕ ਚੰਗਾ ਅਫੋਰਡੇਬਲ ਘਰ ਬਣਾ ਕੇ ਕਿਸੇ ਨੂੰ ਦੇ ਸਕਦੇ ਹੋ। ਤਾਂ ਇਟਸ ਵੈਰੀ ਪੋਸੀਬਲ। ਮੇਰਾ ਮੰਨਣਾ ਇਹ ਹੈ ਕਿ ਵੀ ਬੀਨ ਲੈਕਿੰਗ ਦੀ ਵਿਲ ਐਂਡ ਦੀ ਡਿਜ਼ਾਇਰ ਟੂ ਮੇਕ ਦਿਸ ਹੈਪਨ। ਸਾਡੇ ਕੋਲ ਜੁਗਤ ਨਹੀਂ ਹੈਗੀ ਸੀ ਹਜੇ ਤੱਕ ਕਿ ਅਸੀਂ ਇਹਦੇ ਤੇ ਹਿੰਮਤ ਕਰਕੇ ਕੰਮ ਕਰ ਸਕੀਏ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਹੁਤ ਸੋਹਣਾ ਪ੍ਰੋਗਰਾਮ ਚੱਲ ਰਿਹਾ ਜੀ। ਮੈਂ ਪਹਿਲੇ ਮੈਂ ਤੁਹਾਨੂੰ ਇੱਕ ਦੋ ਵਾਰੀ ਫੋਨ ਕੀਤਾ ਸੀ, ਉਹੀ ਗੱਲ ਕੀਤੀ ਜਿਹੜੀ ਤੁਸੀਂ ਅੱਜ ਕੀਤੀ ਹੈ ਵੀ 5-6 ਬੰਦੇ ਖੜੇ ਆ ਜੀ ਕਿਹਨੂੰ ਵੋਟ ਪਾਈ ਹੈ ਜੀ। ਇਹਦਾ ਕੋਈ ਸੋਲੂਸ਼ਨ ਲੱਭੋ, ਕਿਉਂਕਿ ਐਕਚੁਅਲੀ ਆਪਾਂ ਨੂੰ ਚਾਂਸ ਬਹੁਤ ਵਧੀਆ ਹੈ ਜੀ, ਕਿਉਂਕਿ ਬੰਦੇ ਵੋਟ ਪਾਉਣਗੇ, ਆਪਣੇ ਬੰਦੇ ਖੜੇ ਵੀ ਆ। ਕੋਈ ਫਾਰਮੂਲਾ ਲੱਭੋ ਕਿ ਜਾਂ ਕੋਈ ਮੀਡੀਆ ਇਕੱਠਾ ਹੋ ਕੇ ਕੁਛ ਕਰੋ ਵੀ ਇਨਡਾਇਰੈਕਟਲੀ ਡਾਇਰੈਕਟਲੀ ਰਿਕਮੈਂਡ ਕਰੋ ਵੀ ਇਹ ਚੰਗਾ ਬੰਦਾ ਆ ਫਸਟ ਵਾਟ ਐਵਰ ਰਾਈਟ। ਉਹਦੇ ਨਾਲ ਕੀ ਹੋ ਫਿਰ ਲੋਕਾਂ ਨੂੰ ਪਤਾ ਲੱਗ ਜਾਊਗਾ ਵੀ ਕਿਹੜੇ ਬੰਦੇ ਨੂੰ ਅਸੀਂ ਵੋਟ ਪਾਈਏ, ਕਿਹੜਾ ਬੰਦਾ ਜਿੱਤ ਸਕਦਾ ਰਾਈਟ। ਜੇ 5% ਨਾ ਆਪਾਂ 40% ਖਤਮ ਹੋ ਗਏ, ਉਹ 30% ਵਾਲਿਆਂ ਨੇ ਵਿਨ ਹੋ ਜਾਣਾ ਰਾਈਟ ਜੀ। ਤੇ ਉਹਦੇ ਕਰਕੇ ਤੁਹਾਡੀ ਸੋਚ ਬਹੁਤ ਸੋਹਣੀ ਆ, ਪਰ ਜੇ ਕੁਛ ਕਿਸੇ ਇਹਦਾ ਕਰੋ ਨਾ ਕੁਛ ਵੀ ਐਪਰੀਸ਼ੀਏਟ। ਥੈਂਕ ਯੂ ਵੈਰੀ ਮਚ। ਬਹੁਤ ਮਿਹਰਬਾਨੀ ਜੀ। ਦਰਅਸਲ ਕੀ ਹੁੰਦਾ ਕਿ ਅੱਜ ਅਸੀਂ ਵੈਸੇ ਲਾਈਟ ਨੋਟ ਦੇ ਵਿੱਚ ਮੈਂ ਗੱਲ ਕਰਨੀ ਚਾਹੁੰਦਾ। ਅੱਜ ਗੱਲ ਚੱਲ ਪਈ ਇਸੇ ਇਸ਼ੂ 'ਤੇ ਗੱਲ ਚੱਲਦੀ ਸੀ, ਸਾਡੀ ਮੀਡੀਆ ਦੀ ਮੀਟਿੰਗ ਸੀ ਤੇ ਕਹਿੰਦੇ ਜੀ ਕਿਹੜਾ ਬੰਦਾ ਸਭ ਤੋਂ ਅੱਗੇ ਚੱਲ ਰਿਹਾ ਆਪਣਾ। ਇੱਕ ਨੇ ਵੈਸੇ ਵਧੀਆ ਗੱਲ ਕੀਤੀ, ਉਹ ਕਹਿੰਦਾ ਜੀ ਵੀ ਪੈਸੇ ਦੇਣ ਦੇ ਵਿੱਚ ਸਭ ਤੋਂ ਅੱਗੇ ਫਲਾਨਾ ਚੱਲ ਰਿਹਾ ਤੇ ਵੋਟਾਂ ਦੀ ਪਰਸੈਂਟੇਜ ਦਾ ਬੰਦਾ ਆ ਅੱਗੇ ਆ। ਹਾਂਜੀ ਤੇ ਇੱਕ ਹੋਰ ਗੱਲ ਹੋਈ ਕਿ ਲਾਇਕ ਕੌਣ ਗਾਇਆ ਉਹ ਵੱਖਰੀ ਗੱਲ ਹੋ ਗਈ ਜੀ। ਹਾਂਜੀ ਤੇ ਕੈਪੇਬਲ ਕਿਹੜਾ ਉਹ ਵੱਖਰੀ ਗੱਲ ਆ ਜੀ। ਉਹ ਕਹਿੰਦੇ ਵੀ ਜਿਹੜੇ ਸਪੋਰਟ ਦੇ ਵਿੱਚ ਤੇ ਆਹ ਸਭ ਤੋਂ ਅੱਗੇ ਆ ਜੀ, ਤੇ ਪੈਸੇ ਦੇਣ ਦੇ ਵਿੱਚ ਆਹ ਸਭ ਤੋਂ ਅੱਗੇ ਆ ਜੀ। ਫਿਰ ਉੱਥੇ ਪਾ ਲਾ ਕੇ ਮੁੜ ਕੇ ਗੱਲ ਉਹੀ ਆ ਜਾਂਦੀ ਆ ਕਿ ਹਰ ਇੱਕ ਬੰਦਾ ਆਪਣੇ ਆਪ ਨੂੰ ਜਿੱਤਿਆ ਹੋਇਆ ਮਹਿਸੂਸ ਕਰ ਰਿਹਾ। ਜਿਵੇਂ ਸਾਡੀ ਹਾਲਾਤ ਹਮੇਸ਼ਾ ਹੀ ਜਿਹੜੇ ਆ ਉਹ ਕਬੂਤਰ ਵਾਲੇ ਹੁੰਦੇ ਆ ਜੀ। ਜਦੋਂ ਕਬੂਤਰ ਦੇ ਸਾਹਮਣੇ ਬਿੱਲੀ ਆਉਂਦੀ ਆ ਤੇ ਕਬੂਤਰ ਉਹਦੇ ਵੱਲ ਅੱਖਾਂ ਮੀਟ ਕੇ ਇਹ ਮਹਿਸੂਸ ਕਰਦਾ ਵੀ ਹੁਣ ਮੈਂ ਬਿੱਲੀ ਨੂੰ ਦਿਖ ਨਹੀਂ ਰਿਹਾ ਤੇ ਬਿੱਲੀ ਉਹਨੂੰ ਖਾ ਜਾਂਦੀ ਆ। ਸੋ ਸਦੀਆਂ ਬੀਤ ਗਈਆਂ ਜੀ, ਕਬੂਤਰ ਨੇ ਵੀ ਆਪਣੀ ਆਦਤ ਨਹੀਂ ਛੱਡੀ ਤੇ ਬਿੱਲੀ ਨੇ ਵੀ ਆਪਣਾ ਸੁਭਾਅ ਬਦਲਿਆ ਨਹੀਂ। ਉਹਨੂੰ ਵੀ ਤਰਸ ਨਹੀਂ ਆਉਂਦਾ ਵੀ ਭਾਈ ਇਹ ਜਾਣਬੁੱਝ ਕੇ ਮੇਰੇ ਸਾਹਮਣੇ ਕਮਲਾ ਬਣਦਾ, ਔਰ ਕਬੂਤਰ ਨੂੰ ਅਕਲ ਆ ਹੀ ਨਹੀਂ ਰਹੀ। ਉਹੀ ਹਾਲਾਤ ਜਿਹੜੇ ਨੇ ਉਹ ਸਾਡੇ ਨੇ। ਅਸੀਂ ਕੁਝ ਕੁ ਚੀਜ਼ਾਂ ਜਿਹੜੀਆਂ ਨੇ ਨਾ ਉਹ ਬੜੀਆਂ ਅਨਭੋਲਪੁਣੇ ਦੇ ਵਿੱਚ ਬੁੱਧੂਪੁਣੇ ਦੇ ਵਿੱਚ ਕਰ ਜਾਂਦੇ ਆ ਜੀ। ਉਹ ਮੈਨੂੰ ਇੱਕ ਅੱਜ ਮੈਂ ਇਸੇ ਵਿਸ਼ੇ 'ਤੇ ਇੱਕ ਚੁਟਕਲਾ ਸੁਣਾਉਂਦਾ ਸੀ ਵੀ ਉਹ ਕੋਈ ਬੰਦਾ ਜਾਂਦਾ ਸੀ ਤੇ ਕੋਈ ਮੋਹਰੇ ਬੱਕਰਾ ਖੜਾ ਤੇ ਬੱਕਰੇ ਨੇ ਸਿੰਗ ਮਾਰਿਆ ਨਾ ਵੱਖੀ 'ਚ, ਤੇ ਉਹ ਮਲਦਾ ਤੇ ਅੱਗੇ ਤੁਰਿਆ ਤੇ ਮੋਹਰੇ ਕਿਤੇ ਖੋਤਾ ਖੜਾ ਸੀ। ਉਹ ਕਹਿੰਦਾ ਵੀ ਹੁਣ ਮੈਂ ਤੇ ਮੋਹਰ ਦੇ ਨਹੀਂ ਲੰਘਣਾ। ਉਹ ਪਿੱਛੋਂ ਦੀ ਲੰਘਣ ਲੱਗਾ ਤਾਂ ਉਹਨੇ ਦਲੱਤਾ ਮਾਰਤਾ। ਉਹ ਘੁੰਮ ਕੇ ਖੋਤੇ ਦੇ ਮੋਹਰਲੇ ਪਾਸੇ ਖੜ ਗਿਆ। ਕਹਿੰਦਾ ਹੁਣ ਜੇ ਪੇ ਦਾ ਪੋਤਿਆਂ ਦਾ ਸਿੰਗ ਮਾਰ ਕੇ ਦਿਖਾ। ਸੋ ਸਾਡੇ ਹਾਲਾਤ ਆ ਵੀ ਉਹਦੇ ਸਿੰਗ ਤਾਂ ਭਾਵੇਂ ਹੁੰਦੇ ਨਹੀਂ, ਪਰ ਅਸੀਂ ਉਹਨੂੰ ਕਹਿੰਦੇ ਆ ਵੀ ਜੇ ਜ਼ਰੂਰਤ ਆ ਤੂੰ ਹੁਣ ਆਹ ਕਰਕੇ ਦਿਖਾ। ਅਸੀਂ ਉਹ ਹਿੰਡ ਲੈ ਕੇ ਬੈਠੇ ਆ ਕਿ ਭਾਈ ਚਾਹੇ ਬੰਦੇ ਨੂੰ 500 ਵੋਟ ਵੀ ਨਾ ਪੈਣੀ ਹੋਵੇ, ਪਰ ਅੱਜ ਦੀ ਤਰੀਕ ਦੇ ਵਿੱਚ ਜੇ ਕਿਸੇ ਕੋਲ ਅਸੀਂ ਜਾ ਕੇ ਬੇਨਤੀ ਕਰਦੇ ਹਾਂ ਕਿ ਭਾਈ ਤੁਹਾਨੂੰ 500 ਤੋਂ ਲੈ ਕੇ 1000 ਵੋਟ ਪੈਣ ਦੇ ਅਸਾਰ ਹੈਗੇ ਆ, ਅਗਲਾ ਕਹਿੰਦਾ ਵੀ ਤੁਸੀਂ ਨਿਜੂਮੀ ਕਦੋਂ ਦੇ ਬਣ ਗਏ, ਮੈਂ ਤਾਂ ਜਿੱਤਿਆ ਬੈਠਾ। ਇਹੋ ਜਿਹੀ ਮੇਰੀ ਦੇਖੋ ਪਲੇਟਫਾਰਮ ਦੇ ਵਿੱਚ ਮੈਂ ਆਹ ਕੁਛ ਲਿਖਿਆ ਆਪਣੇ। ਇਹੋ ਜਿਹੇ ਮੁੱਦੇ ਜਿਹੜੇ ਆ ਬਾਕੀ ਕਿਸੇ ਨੇ ਨਾ ਲਿੰਡਾ ਜੈਫਰੀ ਨੇ ਉਠਾਏ ਆ, ਨਾ ਜੌਨ ਸੈਂਡਰਸਨ ਨੇ ਉਠਾਏ ਆ, ਨਾ ਸੁਜ਼ਨ ਫੈਨਲ ਨੇ ਉਠਾਏ ਆ। ਇਹ ਤਾਂ ਮੁੱਦੇ ਸਾਰੇ ਮੇਰੇ ਆ, ਵੋਟਾਂ ਤਾਂ ਸਾਰੀਆਂ ਪੈਣੀਆਂ ਮੈਨੂੰ ਆ। ਸੋ ਕੌਣ ਕਵੇ ਰਾਣੀ ਅੱਗਾ ਢੱਕ, ਪਰ ਇੰਨਾ ਜ਼ਰੂਰ ਆ ਕਿ ਬੰਦੇ ਨੂੰ ਜਦੋਂ ਤਕਾਲਾਂ ਨੂੰ ਬੰਦਾ ਸੌਣ ਲੱਗਦਾ ਨਾ, ਆਪਾਂ ਦਿਨੇ ਜਿੰਨੀਆਂ ਮਰਜ਼ੀ ਗੱਪਾਂ ਮਾਰੀਆਂ ਹੋਣ, ਉਦੋਂ ਬੰਦੇ ਨੂੰ ਇੱਕ ਅਹਿਸਾਸ ਜ਼ਰੂਰ ਹੁੰਦਾ ਕਿ ਮੈਂ ਕਿੰਨੇ ਕੁ ਪਾਣੀ 'ਚ ਆ। ਇਹ ਵੱਖਰੀ ਗੱਲ ਹੈ ਕਿ ਤੁਸੀਂ ਉਸ ਨੂੰ ਕੇਸ ਭਾਵਕਤਾ ਦੇ ਨਾਲ, ਕੇਸ ਸਿੱਧਤ ਦੇ ਨਾਲ, ਕੇਸ ਇਮਾਨਦਾਰੀ ਦੇ ਨਾਲ ਮਹਿਸੂਸ ਕਰਦੇ ਹੋ। ਔਰ ਮੈਂ ਇਸ ਗੱਲੋਂ ਮੈਂ ਰਣਜੀਤ ਸਿੰਘ ਬੱਗਾ ਹੋਰਾਂ ਦੀ ਸਿਫਤ ਕਰਨੀ ਚਾਹਾਂਗਾ ਕਿ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਭਾਈ ਇਕੱਠੇ ਹੋ ਜਾਓ, ਜੇ ਕੋਈ ਜਿਹੜਾ ਬੰਦਾ ਕਾਬਲ ਆ ਆਪਾਂ ਸਾਰੇ ਰਲ ਕੇ ਉਹਦੀ ਮਦਦ ਜਿਹੜੀ ਆ ਉਹ ਕਰੀਏ। ਘੱਟੋ ਘੱਟ ਉਹਨਾਂ ਨੇ ਕੋਈ ਇਨੀਸ਼ੀਏਟਿਵ ਲਿਆ ਨਾ, ਔਰ ਉਹਨਾਂ ਨੇ ਇਹ ਗੱਲ ਜਿੱਦਾਂ ਮੈਂ ਟੀਵੀ ਤੇ ਕਹਿੰਦਾ ਉਹ ਕਈ ਵਾਰੀ ਗੱਲ ਉਹਨਾਂ ਨੂੰ ਹੋ ਸਕਦਾ ਚੁੱਭਦੀ ਹੋਵੇ, ਪਰ ਉਹਨਾਂ ਨੇ ਘੱਟੋ ਘੱਟ ਇਹ ਗੱਲ ਮੰਨੀ ਤੇ ਆ ਵੀ ਭਾਈ ਜੇ ਅਸੀਂ ਸਾਰੇ ਦੇ ਸਾਰੇ 6 ਦੇ 6 ਖੜੇ ਰਹਿੰਦੇ ਆ ਔਰ ਸਾਡੇ ਵਿੱਚੋਂ ਜਿੱਤਣਾ ਕਿਸੇ ਨੇ ਵੀ ਨਹੀਂ। ਔਰ ਇਹੀ ਗੱਲ ਹੈਗੀ ਆ ਸਾਰੇ ਆਮ ਵੋਟਰਾਂ ਦੇ ਮਨਾਂ ਦੇ ਵਿੱਚ ਵੀ ਜੇ ਭਾਈ ਇਹਨਾਂ ਨੇ ਜਿੱਤਣਾ ਨਹੀਂ ਤਾਂ ਆਪਾਂ ਇਹਨੂੰ ਵੋਟ ਕਿਉਂ ਪਾਈਏ। ਇਸੇ ਕਰਕੇ ਹੋ ਸਕਦਾ ਵੀ ਸ਼ਾਇਦ ਇਹਨਾਂ ਨੂੰ ਜਿਹੜੀ ਵੋਟ ਪਰਸੈਂਟੇਜ ਘੱਟ ਪਵੇ। ਜੇ ਮੰਨ ਲਓ ਵੋਟ ਪਰਸੈਂਟੇਜ ਘੱਟ ਪੈਂਦੀ ਆ ਤੇ ਬਾਕੀ ਬਾਹਰ ਜਿਹੜੀ ਆ ਮੈਸੇਜ ਇਹ ਜਾਂਦਾ ਆ ਵੀ ਇਹ ਇਹਨਾਂ ਦੀਆਂ ਵੋਟਾਂ, ਕਿਉਂਕਿ ਜੇ ਕੱਲ ਨੂੰ ਕੋਈ ਕਾਬਲ ਬੰਦਾ ਵੀ ਖੜਦਾ ਨਾ ਉਹਨੂੰ ਵੀ ਸਾਡੇ ਲੋਕਾਂ ਨੇ ਸਿੰਸੀਅਰਲੀ ਨਹੀਂ ਲੈਣਾ। ਰਾਣਾ ਜੀ ਇੱਥੇ ਇੱਕ ਗੱਲ ਮੈਂ ਐਡ ਕਰਨੀ ਚਾਹਾਂਗਾ ਕਿ 6 ਬੰਦੇ ਆਪਣੇ
ਇਸ ਵੇਲੇ ਮੇਅਰਲ ਕੈਂਡੀਡੇਟ ਨੇ ਜੀ ਤੇ ਸਾਨੂੰ ਕਿਤੇ ਨਾ ਕਿਤੇ ਕੰਪਰੋਮਾਈਜ਼ ਕਰਨਾ ਪਏਗਾ। ਜਿਵੇਂ ਅਜੇ ਜੀ ਨੇ ਦੱਸਿਆ ਕਿ ਸਾਰਿਆਂ ਦੇ ਵਿੱਚ ਸਾਰੀ ਕੁਆਲਿਟੀਆਂ ਨਹੀਂ ਮਿਲਣ ਲੱਗੀਆਂ ਜੀ ਆਪਾਂ ਨੂੰ। ਜੀ ਤੁਸੀਂ ਜਿਵੇਂ ਜ਼ਿਕਰ ਕੀਤਾ ਕਿ ਪੈਸੇ ਖਰਚ ਸਕਦਾ, ਦੂਜਾ ਇਸ਼ੂਜ਼ ਨੂੰ ਅੰਡਰਸਟੈਂਡ ਕਰਦਾ। ਸੋ ਇਸ ਵੇਲੇ ਸਾਨੂੰ ਕੰਪਰੋਮਾਈਜ਼ ਕਰਨ ਦੀ ਲੋੜ ਹੈ, ਨਾ ਕਿ ਇਹ ਦੇਖੀਏ ਕਿ ਉਹਦੇ ਵਿੱਚ ਕੀ ਉਣਤਾਈ ਹੈ ਤੇ ਇਹਦੇ ਵਿੱਚ ਕੀ ਗੁਣ ਆ। ਜੀ ਸੋ ਸਾਰੇ ਗੁਣ ਕਿਸੇ 'ਚ ਮਿਲਣੇ ਨਹੀਂ ਔਰ ਸਾਰੀਆਂ ਉਣਤਾਈਆਂ ਵੀ ਸਾਰਿਆਂ ਦੇ ਵਿੱਚ ਨਹੀਂ ਹੈਗੀਆਂ। ਜੀ ਸੋ ਵਕਤ ਬਹੁਤਾ ਨਹੀਂ ਰਿਹਾ, ਪਰ ਜੇ ਅਸੀਂ ਕਿਤੇ ਇਸ ਦੇ ਉੱਤੇ ਕੰਪਰੋਮਾਈਜ਼ ਕਰ ਜਾਈਏ ਤੇ ਵੀ ਵਿਲ ਬੀ ਦ ਵਿਨਰ। ਇਹ ਤਾਂ ਸਾਡੀ 300 ਸਾਲ ਦੀ ਹਿਸਟਰੀ ਵੀ ਰਹੀ ਹੈ। ਦੀ ਓਨਲੀ ਵੇ ਬ੍ਰਿਟਿਸ਼ ਕੇਮ ਇਨਟੂ ਇੰਡੀਆ ਇਜ਼ ਬਿਕਾਜ਼ ਆਫ ਡਿਵਾਈਡ ਐਂਡ ਕੌਂਕਰ। ਉਹਨਾਂ ਨੇ ਵੀ ਆਪਸ 'ਚ ਪਹਿਲੇ ਲੜਾਇਆ ਤੇ ਫਿਰ ਉਹ ਕਾਬੂ ਕਰ ਪਾਏ। ਤਾਂ ਦਿਸ ਇਜ਼ ਸਮਥਿੰਗ ਵੀ ਹੈਵ ਟੂ ਵਰਕ ਟੂਵਰਡਸ। ਵੈਸੇ ਤੁਹਾਨੂੰ ਦੋਹਾਂ ਨੂੰ ਇਹ ਸਵਾਲ ਪੁੱਛਣਾ ਬਣਦਾ ਤਾਂ ਨਹੀਂ, ਪਰ ਮੈਂ ਸਾਰਿਆਂ ਨੂੰ ਪੁੱਛਦਾ ਹੁੰਦਾ। ਆਮ ਤੌਰ ਤੇ ਕੀ ਹੁੰਦਾ ਕਿ ਜਦੋਂ ਇੱਕ ਵਾਰੀ ਇਲੈਕਸ਼ਨ ਸਾਡੇ ਬੰਦੇ ਲੜਦੇ ਨੇ, ਉਸ ਇਲੈਕਸ਼ਨ ਤੋਂ ਬਾਅਦ, ਕਿਉਂਕਿ ਜਦੋਂ ਤੁਸੀਂ ਇਲੈਕਸ਼ਨ ਲੜ ਰਹੇ ਹੁੰਦੇ ਹੋ, ਤੁਸੀਂ ਆਪਣੇ ਆਪ ਨੂੰ ਐਜ਼ ਏ ਲੀਡਰ ਪੇਸ਼ ਕਰਦੇ ਹੋ ਕਿ ਮੈਂ ਭਾਈ ਤੁਹਾਨੂੰ ਰਿਪਰੈਜ਼ੈਂਟ ਕਰਨ ਦੇ ਬਾਕੀਆਂ ਨਾਲੋਂ ਵੱਧ ਕਾਬਲ ਹਾਂ। ਇਹ ਵੱਖਰੀ ਗੱਲ ਹੈ ਕਿ ਤੁਹਾਨੂੰ ਵੋਟਾਂ ਪੈਂਦੀਆਂ ਜਾਂ ਨਹੀਂ ਪੈਂਦੀਆਂ। ਜਦੋਂ ਤੁਸੀਂ ਕਿਤੇ ਮੰਨ ਲਓ ਹਾਰ ਜਾਂਦੇ ਹੋ, ਫਿਰ ਤੁਸੀਂ ਚੁੱਪ ਚਪੀਤੇ ਆਰਾਮ ਨਾਲ ਘਰੇ ਬਹਿ ਜਾਂਦੇ ਹੋ। ਉਸ ਤੋਂ ਬਾਅਦ ਫਿਰ ਵੋਟਾਂ ਆਉਂਦੀਆਂ ਤੇ ਫਿਰ ਉਹ ਬੰਦਾ ਅੰਗੜਾਈ ਜੀ ਲੈਂਦਾ ਵੀ ਨਹੀਂ ਯਾਰ ਵੀ ਭਾਰੀ ਆਈਏ ਫਾਰਮ, ਹੈ ਨਾ। ਤੁਸੀਂ ਇਦਾਂ ਤਾਂ ਨਾ ਕਰੋਗੇ? ਬਿਲਕੁਲ ਹਮੇਸ਼ਾ ਰਾਣਾ ਜੀ ਕਮਿਊਨਿਟੀ ਦੇ ਵਿੱਚ ਰਹੇ ਔਰ ਰਹਿਣਾ ਜੀ। ਜਿੱਤ ਹਾਰ ਪਰਮਾਤਮਾ ਦੇ ਹੱਥ ਹੈ ਜੀ। ਇਨਸਾਨ ਦਾ ਕੰਮ ਹੈ, ਕੈਂਡੀਡੇਟ ਦਾ ਕੰਮ ਹੈ ਸਿੰਸੀਅਰਲੀ ਆਪਣੇ ਜਿਹੜੇ ਵੋਟਰ ਨੇ ਉਹਨਾਂ ਨੂੰ ਆਪਣੀ ਸਥਿਤੀ ਤੋਂ ਜਾਣੂ ਕਰਾਵੇ ਜੀ। ਔਰ ਸਿੰਸੀਅਰਲੀ ਜਿਹੜੀ ਆਪਣੀ ਕੰਪੇਨ ਹੈ ਇਮਾਨਦਾਰੀ ਨਾਲ ਰਨ ਕਰੇ। ਸੋ ਮੇਰਾ ਨਹੀਂ ਖਿਆਲ ਕਿ ਉਹ ਤੁਹਾਨੂੰ ਇਗਨੋਰ ਕਰਨਗੇ, ਤੁਹਾਨੂੰ ਜ਼ਰੂਰ ਸਪੋਰਟ ਮਿਲੇਗੀ। ਬਿਲਕੁਲ ਜੀ, ਮੈਂ ਤੁਹਾਡੀ ਇਸ ਗੱਲ ਨਾਲ 100% ਸਹਿਮਤ ਹਾਂ ਵੀ ਜੇ ਤੁਸੀਂ ਕਮਿਊਨਿਟੀ ਦੇ ਨਾਲ ਤੁਸੀਂ ਰਹਿੰਦੇ ਹੋ ਜੀ, ਆਟੋਮੈਟਿਕਲੀ ਤੁਹਾਨੂੰ ਫਿਰ ਜਾ ਕੇ ਦੁਬਾਰਾ ਦੱਸਣਾ ਨਹੀਂ ਪੈਂਦਾ ਵੀ ਤੁਸੀਂ ਕੌਣ ਹੋ। ਹਾਂਜੀ। ਔਰ ਜੇ ਤੁਸੀਂ ਬਾਰ-ਬਾਰ ਤੁਸੀਂ ਅਗਲਾ ਕੋ ਪੁੱਛੇ ਤੁਹਾਨੂੰ ਵੀ ਤੁਹਾਨੂੰ ਤਜਰਬਾ ਕੀ ਆ, ਮੈਂ ਫਿਰ ਦੱਸੋ ਜੀ ਮੈਂ ਪਿਛਲੀ ਵਾਰੀ ਵੀ ਲੜਿਆ ਸੀਗਾ ਜੀ। ਮੈਂ ਸਮਝਦਾ ਜਿਹੜੀ ਤੁਸੀਂ ਗੱਲ ਕਰਨੀ ਚਾਹੁੰਦੇ ਆ ਜੀ ਕਿ 4 ਸਾਲ ਪਹਿਲਾਂ ਅਸੀਂ ਇਲੈਕਸ਼ਨ ਲੜੀ ਸੀ ਕੁਝ ਸੱਜਣਾ ਨੇ, ਔਰ 4 ਸਾਲਾਂ ਦੇ ਦੌਰਾਨ ਉਹ ਕਦੇ ਨਜ਼ਰ ਨਹੀਂ ਆਏ ਜੀ। ਨਾ ਕਿਸੇ ਕਈ 10 ਸਾਲਾਂ ਦੇ ਬਾਅਦ ਦੌਰਾਨ ਨਹੀਂ ਨਜ਼ਰ ਆਏ ਜੀ। 10 ਸਾਲਾਂ ਦੇ ਵਿੱਚ ਵੀ ਨਜ਼ਰ ਨਹੀਂ ਆਏ ਜੀ। ਸੋ ਇਹ ਇੱਕ ਮਾੜਾ ਰੁਝਾਨ ਹੈ ਕਿ ਜਦੋਂ ਇਲੈਕਸ਼ਨ ਆਉਂਦੀ ਹੈ ਤੇ ਉਦੋਂ ਆਪਾਂ ਬਾਹਰ ਨਿਕਲ ਆਈਏ, ਨਹੀਂ ਤਾਂ ਆਪਾਂ ਆਪਣਾ ਕੰਮ ਨਾਲ ਮਤਲਬ ਰੱਖੀਏ, ਕਮੇਟੀ ਨਾਲ ਕੋਈ ਵਾਸਤਾ ਨਾ ਰੱਖੀਏ। ਕਿਉਂਕਿ ਉਹ ਬਹੁਤ ਥੋੜੇ ਕ੍ਰੀਚਰ ਆ ਜੀ ਜਿਹੜੇ ਜਦੋਂ ਮੀਂਹ ਪੈਂਦਾ ਜੀ ਉਦੋਂ ਬਾਹਰ ਨਿਕਲਦੇ ਆ। ਜੀ। ਉਹ ਕਈ ਜਿਹੜੇ ਹੈਗੇ ਆ ਜੋ ਸਿਰਫ ਉਹ ਮਿੱਟੀ ਜੀ ਪੱਟਦੇ ਹੁੰਦੇ ਆ। ਉਹ ਆਪਣੇ ਆਮ ਤੌਰ ਦੇ ਉੱਪਰ ਜਦੋਂ ਬਾਜਰੇ ਦੇ ਚਰੀ ਦੇ ਵੱਢ 'ਚ ਹੁੰਦੇ ਸੀ, ਸੋ ਉਹ ਮੈਨੂੰ ਯਾਦ ਆ ਕਿ ਉਹ ਵਾਹ ਜੀ ਮੇਰੇ ਆਹ ਮੇਰੇ ਪੈਂਟ ਪਾਈ ਹੁਣ ਤੁਹਾਨੂੰ ਦਿਸਣੀ ਨਹੀਂ, ਇਸ ਰੰਗ ਦੇ ਹੁੰਦੇ ਸੀ। ਜਾਂ ਫਿਰ ਜਿਹੜੇ ਉਹ ਡੱਡੂ, ਉਹ ਵੀ ਉਹਨਾਂ ਨੂੰ ਇਸੇ ਕਰਕੇ ਆਪਾਂ ਜਿਹੜੀ ਬਹੁਤਾ ਕੰਪੈਰੀਜ਼ਨ ਬਰਸਾਤੀ ਡੱਡੂਆਂ ਨਾਲ ਕਰਦੇ ਆ ਵੀ ਉਹ ਜਦੋਂ ਮੀਂਹ ਪੈਂਦਿਆਂ ਤੋਂ ਬਾਹਰ ਨਿਕਲਦੇ ਸੀਗੇ ਤੇ ਜਦੋਂ ਇਲੈਕਸ਼ਨ ਆਉਂਦੀ ਹੈ ਉਦੋਂ ਬਾਹਰ ਨਿਕਲਦੇ ਆ। ਉਹ ਕਈ ਧਰਮ ਦੇ ਨਾਲ ਨਾ ਜਦੋਂ ਕਿਤੇ ਜਿਹੜੀ ਮਰਜ਼ੀ ਇਲੈਕਸ਼ਨ ਆਵੇ ਨਾ, ਕਈ ਬੰਦੇ ਜਿਹੜੇ ਨੇ, ਹਾਲਾਂਕਿ ਅਸੀਂ ਕਮਿਊਨਿਟੀ ਦੇ ਬਹੁਤੇ ਪ੍ਰੋਗਰਾਮਾਂ ਦੇ ਵਿੱਚ ਵਿਚਰਦੇ ਰਹਿੰਦੇ ਆ, ਉਹ ਸਾਨੂੰ ਇਲੈਕਸ਼ਨਾਂ ਵੇਲੇ ਮਿਲਦੇ ਨੇ ਜੀ। ਸੋ ਐਤਕੀ ਮੈਨੂੰ ਬੜਾ ਚਿਰ ਹੋ ਗਿਆ ਯਾਰ ਮਿਲੇ ਨੂੰ। ਮੈਂ ਕੋਈ ਗੱਲ ਨਹੀਂ, ਹੁਣ ਇਲੈਕਸ਼ਨ ਆ ਗਈਆਂ, ਮੂਹਰੇ ਨੋਮੀਨੇਸ਼ਨ ਆ ਜਾਣੀਆਂ, ਹੁਣ ਆਪਾਂ ਰੋਜ਼ ਹੀ ਮਿਲਿਆ ਕਰਨਾ। ਸੋ ਕਈ ਬੰਦੇ ਜਿਹੜੇ ਨੇ ਨਿਕਲਦੇ ਉਦੋਂ ਬਾਹਰ ਨੇ ਜਦੋਂ ਕਿਤੇ ਇਲੈਕਸ਼ਨ ਕਈ ਸਪੋਰਟਰ ਉਦੋਂ ਬਾਹਰ ਨਿਕਲਦੇ ਨੇ ਤੇ ਕਈ ਜਿਹੜੇ ਉਮੀਦਵਾਰ ਨੇ ਉਦੋਂ ਨਿਕਲਦੇ ਨੇ ਜਦੋਂ ਕਿਤੇ ਇਲੈਕਸ਼ਨ ਦਾ ਸਮਾਂ ਆਉਂਦਾ। ਤੇ ਤੁਹਾਡਾ ਕੁਐਸਚਨ ਹੁਣ ਮੇਰੇ ਵੱਲ ਵੀ ਆਣਾ ਹੈ ਤੇ ਮੈਂ ਜਵਾਬ ਦੇ ਦਾਂ ਜੀ। ਤੇ ਦੇਖੋ, ਮੈਂ ਤੇ ਕੰਮ ਵੀ ਕਮਿਊਨਿਟੀ ਦਾ ਕਰਨਾ ਸ਼ੁਰੂ ਕੀਤਾ ਤਦ ਮੈਨੂੰ ਰਿਅਲਾਈਜ਼ ਹੋਇਆ ਕਿ ਕੀ ਜੋ ਸਾਨੂੰ ਹੋਰ ਸਪੋਰਟ ਚਾਹੀਦੀ ਹੈ ਉਹ ਸਿਟੀ ਕੌਂਸਲ 'ਚ ਜਾ ਕੇ ਮਿਲ ਸਕਦੀ ਹੈ। ਤੇ ਇਸ ਕਰਕੇ ਮੈਂ ਸਿਟੀ ਕੌਂਸਲ ਵੱਲ ਗਿਆ ਤੇ ਮੈਂ ਕੰਮ ਕਰਦੇ ਰਹਿਣਾ ਜੀ ਕਮਿਊਨਿਟੀ ਦਾ। ਤੇ ਮੈਂ ਕਹਿ ਵੀ ਨਹੀਂ ਰਿਹਾ, ਮੇਰੀ ਸਾਰੀ ਸਪੋਰਟ ਜੋ ਹੈਗੀ ਹੈ ਲੋਕੀ ਆ ਪਾਉਂਦੇ ਆ ਕਮਿਊਨਿਟੀ ਤੋਂ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਮੈਂ ਉਹਨਾਂ ਵਾਸਤੇ ਕੰਮ ਕੀਤਾ। ਇਹ ਮੇਰੇ ਤੁਹਾਡੇ ਤੋਂ ਥੋੜ੍ਹੀ ਜਿਹੀ ਐਕਸਪੈਕਟੇਸ਼ਨਸ ਹੋਰ ਵੱਧ ਨੇ। ਮੈਂ ਤੁਹਾਡੇ ਤੋਂ ਇਹ ਵਾਅਦਾ ਲੈਣਾ ਚਾਹੁੰਦਾ ਕਿ ਪ੍ਰਮਾਤਮਾ ਕਰੇ ਤੁਸੀਂ ਜਿੱਤੋ। ਜੇ ਮੰਨ ਲਓ ਤੁਸੀਂ ਨਹੀਂ ਵੀ ਜਿੱਤਦੇ, ਜਿਸ ਢੰਗ ਦੇ ਨਾਲ ਤੁਸੀਂ ਆਪਣੇ ਗੁਆਂਢ ਦੇ ਵਿੱਚ ਕੰਮ ਕੀਤਾ, ਅਸੀਂ ਉਸ ਨੂੰ ਇੱਕ ਮਾਡਲ ਵਜੋਂ ਡਿਵੈਲਪ ਕਰ ਸਕਦੇ ਹਾਂ। ਅਸੀਂ ਜਿਹੜੇ ਬਾਕੀ ਦੇ ਮੁਹੱਲੇ ਵੀ ਨੇ, ਬਾਕੀ ਦੇ ਜਿਹੜੇ ਏਰੀਆਜ਼ ਵੀ ਨੇ, ਅਸੀਂ ਉਹਨਾਂ ਦੇ ਵਿੱਚ ਵੀ ਸੇਮ ਢੰਗ ਦੇ ਨਾਲ ਅਸੀਂ ਉੱਥੇ ਇੱਕ ਬੰਦਾ ਜਿਹੜੀ ਕਿ ਭਾਵੇਂ ਆਪਾਂ ਸੁਸਾਇਟੀ ਜਿਹੜੀ ਆ ਉਹ ਜੇ ਆਪਾਂ 8 ਤੇ 9 7-8 ਦੀ ਗੱਲ ਕਰ ਲਈਏ ਜਾਂ ਫਿਰ 7-8 ਦੇ ਨਾਲ ਅਸੀਂ ਗੁਆਂਢ ਦੇ ਵਿੱਚ ਅਸੀਂ 9-10 ਤੇ ਪੈਂਦੇ ਆ, ਅਸੀਂ ਉੱਥੇ ਜਿਹੜੇ ਆ ਉੱਥੇ ਇੱਕ ਤਰੀਕੇ ਦੇ ਨਾਲ ਕੋਈ ਇਹੋ ਜਿਹੀ ਸੁਸਾਇਟੀ ਬਣਾ ਕੇ ਇੱਕ ਬੰਦੇ ਦੀ ਡਿਊਟੀ ਲਾਈਏ, ਖਾਸ ਕਰਕੇ ਜਿਹੜਾ ਡਰੱਗ ਆ ਉਹਦਾ ਦੈਂਤ ਜਿਹੜਾ ਸਾਨੂੰ ਨਿਕਲਣ ਨੂੰ ਫਿਰਦਾ। ਔਰ ਜਿਹੜੀਆਂ ਸਾਡੇ ਬਾਕੀ ਦੀਆਂ ਹੋਰ ਚੀਜ਼ਾਂ ਨੇ ਜੀ, ਅਸੀਂ ਉਸ ਨੂੰ ਐਜ਼ ਏ ਮਾਡਲ, ਕਿਉਂਕਿ ਤੁਸੀਂ IT ਦੇ ਪ੍ਰੋਫੈਸ਼ਨਲ ਹੋ, ਤੁਸੀਂ ਸਿਟੀ ਕਿਸ ਢੰਗ ਨਾਲ ਕੰਮ ਕਰਦੀ ਆ ਤੁਸੀਂ ਉਹ ਵੀ ਕਿਉਂਕਿ ਤਜਰਬਾ ਕੀਤਾ, ਤੁਸੀਂ ਸਿਰਫ ਇਹ ਨਹੀਂ ਦੱਸ ਰਹੇ ਵੀ ਸਾਨੂੰ ਇੱਦਾਂ ਨਹੀਂ ਤੇ ਇੱਦਾਂ ਕਰਨੀ ਚਾਹੀਦੀ ਆ, ਤੁਸੀਂ ਉਹ ਕਰਕੇ ਦੇਖਿਆ। ਔਰ ਮੈਂ ਇਨਕਰੇਜ ਕਰਾਂਗਾ ਕਿ ਤੁਸੀਂ ਜਿਹੜਾ ਆਉਣ ਵਾਲੇ 4 ਸਾਲ ਨੇ, ਜੇ ਤੁਸੀਂ ਜਿੱਤ ਜਾਂਦੇ ਹੋ ਤਾਂ ਫਿਰ ਅਸੀਂ ਤੁਹਾਨੂੰ ਜਾ ਕੇ ਕੰਨੋਂ ਫੜ ਲਿਆ ਕਰਨਾ, ਭਾਈ ਆਹ ਕੰਮ ਕਰੋ ਜੀ। ਹੋ ਸਕਦਾ ਵੀ ਸ਼ਾਇਦ ਤੁਹਾਨੂੰ ਕੰਨੋਂ ਫੜਨ ਦੀ ਲੋੜ ਵੀ ਨਾ ਪਵੇ ਔਰ ਤੁਸੀਂ ਆਪਣੇ ਆਪ ਕਰੀ ਜਾਓ, ਮੈਨੂੰ ਤੁਹਾਡੇ ਤੋਂ ਇਹ ਉਮੀਦ ਆ। ਔਰ ਜੇ ਕਿਤੇ ਤੁਸੀਂ ਨਹੀਂ ਵੀ ਜਿੱਤਦੇ,
ਔਰ ਤੁਹਾਡੇ ਤੋਂ ਮੈਂ ਇਹ ਵਾਅਦਾ ਲੈਣਾ ਚਾਹੁੰਦਾ ਕਿ ਤੁਸੀਂ ਉਸੇ ਸਪੀਡ ਦੇ ਨਾਲ ਇਕੱਲਾ ਆਪਣੇ ਵਾਰਡ 'ਚ ਕੰਮ ਨਹੀਂ ਕਰਨਾ, ਤੁਸੀਂ ਬਾਕੀ ਦੇ ਜਿਹੜੇ ਵਾਰਡਸ ਵੀ ਨੇ ਉੱਥੇ ਵੀ ਕਹੋਗੇ ਅਸੀਂ ਤੁਹਾਡਾ ਪੂਰਾ ਸਾਥ ਦੇਵਾਂਗੇ ਜੀ, ਔਰ ਉਸ ਵਾਰਡ ਦੇ ਵਿੱਚ ਆਪਾਂ ਕੰਮ ਕਰਕੇ ਦਿਖਾਉਣਾ ਕਿ ਇਦਾਂ ਕੰਮ ਕਰੀਦਾ। ਤੁਸੀਂ ਇਹ ਵਾਅਦਾ ਕਰਦੇ ਹੋ? ਬਿਲਕੁਲ ਰਾਣਾ ਜੀ, ਬਿਲਕੁਲ। ਇੱਕ ਤੇ ਵਾਅਦਾ ਕਰਨਾ, ਦੂਜਾ ਵਾਅਦਾ ਕਰਨ ਦੀ ਲੋੜ ਵੀ ਨਹੀਂ ਹੈ, ਕਿਉਂਕਿ ਮੈਂ ਹਜੇ ਵੀ ਇਹ ਕੰਮ ਕਰ ਰਿਹਾ। ਮੈਂ ਜਦ ਗਿਆ ਡੌਨ ਮਿਨੇਕਰ ਪਾਰਕ 'ਚ ਤੇ ਉੱਥੇ ਮੈਨੂੰ ਕਾਫੀ ਬਜ਼ੁਰਗ ਮਿਲੇ, ਉਹ ਕਹਿੰਦੇ ਸਾਡੀ ਬੈਠਣ ਦੀ ਪ੍ਰੋਬਲਮ ਆ ਗਈ ਹੈ। ਤੇ ਮੈਂ ਉਹਨਾਂ ਨੂੰ ਕਿਹਾ ਦੇਖੋ ਇਹ ਮੈਂ 1 ਮਹੀਨਾ 2 ਮਹੀਨਾ ਨਾ ਕੰਪਲੀਟਲੀ ਸਾਰੇ ਲੋਕਾਂ ਨੂੰ ਮਿਲਣ ਵਾਸਤੇ ਇਲੈਕਸ਼ਨ ਵਾਸਤੇ ਰੱਖਿਆ ਹੈ, ਤੇ ਮੈਂ ਖਾਲੀ ਮਿਲ ਨਹੀਂ ਰਿਹਾ ਤੁਹਾਨੂੰ ਆ ਕੇ, ਇਹ ਨਹੀਂ ਕਹਿ ਰਿਹਾ ਕਿ ਮੈਨੂੰ ਵੋਟ ਦੇਵੋ ਤੇ ਬਾਅਦ 'ਚ ਦੇਖਾਂਗੇ। ਮੈਂ ਤੁਹਾਡੀ ਪ੍ਰੋਬਲਮ ਨਾਲ ਹੀ ਨਾਲ ਸੋਲਵ ਕਰ ਦੇਣਾ। IT ਦਾ ਬੰਦਾ ਆਗਾ ਨਾ, ਨਾਲ ਨਾਲ ਕੰਮ ਕਰਨ ਦੀ ਆਦਤ ਹੈਗੀ ਹੈ ਜੀ। ਤੇ ਮੈਂ 2 ਦਿਨ ਦਾ ਉਹਨਾਂ ਕੋਲੋਂ ਟਾਈਮ ਲਿੱਤਿਆ, ਮੈਂ ਉਹਨਾਂ ਦੀ ਪ੍ਰੋਬਲਮ ਸਟੱਡੀ ਕੀਤੀਆਂ, ਪਿਕਚਰਸ ਗੂਗਲ ਤੋਂ ਖਿੱਚੀਆਂ, ਸਿਟੀ ਤੋਂ ਡੇਟਾ ਖਿੱਚਿਆ, ਤੇ ਮੈਂ ਉਹਨਾਂ ਦਾ ਪਟੀਸ਼ਨ ਬਣਾਤਾ 2 ਦਿਨ 'ਚ। ਮੈਂ ਲਿਜਾ ਕੇ ਉਹਨਾਂ ਨੂੰ 2 ਦਿਨ 'ਚ ਦਿੱਤਾ। ਮੈਂ ਕਿਹਾ ਦੇਖੋ ਇਹ ਪਟੀਸ਼ਨ ਰਿਹਾ, ਤੇ ਮੈਂ ਪ੍ਰੂਫ ਕਰ ਦਿੱਤਾ ਸਿਟੀ ਨੂੰ ਕਿ ਉਹਨੂੰ ਤੁਹਾਨੂੰ ਇਹ ਫੈਸਿਲਿਟੀਜ਼ ਦੇਣੀਆਂ ਚਾਹੀਦੀਆਂ, ਕਿਉਂਕਿ ਇੱਥੇ ਦੀ ਇੰਨੀ ਪਾਪੂਲੇਸ਼ਨ ਹੈਗੀ ਹੈ, ਇਸ ਪਾਪੂਲੇਸ਼ਨ ਦੇ ਹਿਸਾਬ ਸੇ ਇੰਨੀ ਜਗ੍ਹਾ ਚਾਹੀਦੀ ਹੈ, ਤੇ ਉਹਨਾਂ ਨੇ ਇਹ ਫੈਸਿਲਿਟੀਜ਼ ਨਹੀਂ ਦਿੱਤੀਆਂ ਹੋਈਆਂ। ਤੇ ਹੁਣ ਤੁਸੀਂ ਸਾਰੇ ਜਣੇ ਇਹਨੂੰ ਸਾਈਨ ਕਰੋ ਤੇ ਮੈਂ ਸਿਟੀ 'ਚ ਜਮ੍ਹਾਂ ਕਰਾਉਣਾ। ਉਹਨਾਂ ਨੇ ਸਾਰਿਆਂ ਨੇ ਸਾਈਨ ਕੀਤਾ, ਮੈਨੂੰ 68 ਸਿਗਨੇਚਰਸ ਮਿਲੇ ਉੱਥੇ, ਵਿਚ ਵਾਸ ਬਿਊਟੀਫੁਲ। ਫਿਰ ਮੈਂ ਸਿਟੀ 'ਚ ਜਮ੍ਹਾਂ ਕਰਾਇਆ। ਫਿਰ ਐਜ਼ ਯੂਜੂਅਲ ਮੈਂ ਤੁਹਾਨੂੰ ਦੱਸਿਆ ਸਾਰੀ ਬਿਊਰੋਕ੍ਰੇਸੀ ਇਸੇ ਤਰ੍ਹਾਂ ਕੰਮ ਕਰਦੀ ਹੈ। 2 ਦਿਨ ਤੱਕ ਮੈਨੂੰ ਕੋਈ ਰਿਸਪੌਂਸ ਨਹੀਂ ਆਇਆ। ਫਿਰ ਮੈਂ ਰੌਬ ਗ੍ਰੀਨ, ਉਹਨਾਂ ਦਾ ਜੋ ਡਾਇਰੈਕਟਰ ਹੈਗਾ ਉਸ ਫੈਸਿਲਿਟੀਜ਼ ਦਾ, ਮੈਂ ਉਹਨੂੰ ਪੇਜ ਕੀਤਾ। ਤੋ ਹੀ ਇਜ਼ ਅ ਵੈਰੀ ਨਾਈਸ ਗਾਏ। ਉਹਨੇ ਸਵੇਰੇ ਸੰਡੇ ਵੀ ਸਵੇਰੇ ਮੈਨੂੰ ਜਵਾਬ ਦਿੱਤਾ ਕਿ ਮੈਨੂੰ ਗਿਵ ਮੀ 2 ਡੇਜ਼, ਮੈਂ ਆਪਣੀ ਟੀਮ ਨਾਲ ਵਰਕ ਕਰਕੇ ਫਿਰ ਦੱਸਣਾ। ਤਾਂ ਹੁਣ ਮੈਨੂੰ 2 ਦਿਨ ਦਿੱਤੇ ਹੈ, 2 ਦਿਨ ਅੱਜ ਖਤਮ ਹੋ ਗਏ ਹੈ। ਹੁਣ ਮੈਂ ਕੱਲ ਸਵੇਰੇ ਫਿਰ ਉਹਨੂੰ ਮੈਸੇਜ ਕਰ ਦੇਣਾ। ਤੇ ਆਈ ਵਿਲ ਕੀਪ ਵਰਕਿੰਗ ਬਿਕਾਜ਼ ਦੈਟਸ ਵਾਟ ਆਈ ਡੂ। ਬਹੁਤ ਮਿਹਰਬਾਨੀ ਜੀ। ਸੋ ਮੈਂ ਆਪਾਂ ਲਾਸਟ ਕਾਲ ਲੈ ਲਈਏ ਜੀ, ਆਪਣੇ ਕੋਲ ਸਮਾਂ ਤਕਰੀਬਨ ਸਮਾਪਤ ਆ, ਪਰ ਇੱਕ ਵਾਰੀ ਆਪਾਂ ਫਿਰ ਜਦੋਂ ਤੱਕ ਇਲੈਕਸ਼ਨ ਆਉਂਦੀਆਂ ਨੇ, ਭੁੰਦੀ ਸਾਹਿਬ ਮੇਰਾ ਤੁਹਾਡੇ ਨਾਲ ਵਾਅਦਾ ਰਿਹਾ ਵੀ ਇੱਕ ਵਾਰੀ ਆਪਾਂ ਫਿਰ ਬੈਠਾਂਗੇ। ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਸਿੱਧੂ ਸਾਹਿਬ ਜੀ। ਮੈਂ ਹੀ ਪਤਾ ਕਰਨਾ ਜਿਹੜੀ ਅੱਜ ਦੀ ਡਿਸਕਸ਼ਨ ਬਹੁਤ ਵਧੀਆ ਚੱਲ ਰਹੀ ਹੈ, ਇਹ ਇਸ ਤਰ੍ਹਾਂ ਪੇਡ ਹੈ ਕਿ ਜਾਂ ਬਾਕੀ ਕੈਂਡੀਡੇਟਾਂ ਨੂੰ ਵੀ ਇਨਵੀਟੇਸ਼ਨ ਦਿੱਤਾ ਗਿਆ ਹੈ? ਨਹੀਂ ਜੀ, ਦਰਅਸਲ ਮੈਂ ਇਹ ਮੀਟਰ ਬਿਲਕੁਲ ਨਹੀਂ ਲਾ ਰਿਹਾ ਵੀ ਕਿਹੜਾ ਬੰਦਾ ਪੇਡ ਆ ਕਿਹੜਾ ਨਹੀਂ ਪੇਡ। ਮੈਂ ਹਾਜ਼ਰੀ ਦੇ ਦੇਣਾ ਇਸ ਗੱਲ ਦੀ, ਮੈਂ ਇੱਕ ਪੈਸਾ ਨਹੀਂ ਦਿੱਤਾ ਔਰ ਇਸ ਵਾਸਤੇ ਕੋਈ ਪੈਸਾ ਨਹੀਂ ਜੀ। ਔਰ ਮੈਂ ਇਹਨਾਂ ਦੇ ਵਿੱਚੋਂ ਮਨਨ ਗੁਪਤਾ ਹੋਰੀ ਸਨ, ਉਹ ਪਿਛਲੇ ਹਫਤੇ ਇੱਥੇ ਆ ਕੇ ਗਏ ਨੇ। ਮੇਰੀ ਕੋਸ਼ਿਸ਼ ਆ ਕਿ ਜਿਹੜਾ ਵੀ ਅਪਰੋਚੇਬਲ ਹੈ, ਜਿਹਨੂੰ ਫੋਨ ਕਰਾਂ, ਕਈ ਦਰਅਸਲ ਇਸ ਕਰਕੇ ਫੋਨ ਨਹੀਂ ਚੱਕਦੇ ਵੀ ਅੱਜ ਕੱਲ੍ਹ ਮੀਡੀਆ ਵਾਲੇ ਪੈਸੇ ਬਹੁਤ ਮੰਗਦੇ ਆ। ਕਈ ਤਾਂ ਮੈਨੂੰ ਓਪਨਲੀ ਕਹਿਣ ਦੇ ਵਿੱਚ ਕੋਈ ਹਰਜ ਨਹੀਂ, ਕਈ ਤਾਂ ਮੀਡੀਆ ਵਾਲੇ ਇਹਨਾਂ ਦਿਨਾਂ ਦੇ ਵਿੱਚ ਉਹਨਾਂ ਨੇ ਉਹ ਡਾਕੂਆਂ ਦਾ ਰੂਪ ਧਾਰਨ ਕੀਤਾ ਵੀ ਦੇ ਐਡ ਨਹੀਂ ਤਾਂ ਤੈਨੂੰ ਹਰਾ ਕੇ ਦਿਖਾ ਦੂੰ। ਇੱਥੇ ਘੱਟੋ ਘੱਟ ਸਾਡੇ ਇਹ ਮੀਟਰ ਬਿਲਕੁਲ ਹੈ ਨਹੀਂ ਗਾ ਜੀ। ਔਰ ਨਾ ਹੀ ਅਸੀਂ ਇਹ ਆ ਵੀ ਮੂੰਹ ਅੱਡ ਕੇ ਪੈਸੇ ਮੰਗਦੇ ਆ। ਅੱਜ ਹੀ ਗੱਲ ਚੱਲਦੀ ਸੀ, ਕਿਉਂਕਿ ਦਰਅਸਲ ਸਾਡੇ ਵੀ ਕਿਸੇ ਮੀਡੀਆ ਵਾਲੇ ਕੋਲ ਕਿੰਨੇ ਕੁ ਪੈਸੇ ਆ, ਕਿੰਨੀ ਕੁ ਵਧੀਆ ਕਾਰ ਰੱਖੀ, ਅਸੀਂ ਉਹਦੀ ਕਾਮਯਾਬੀ ਉਹ ਤੋਂ ਗਿਣਦੇ ਆ। ਅੱਜ ਕੱਲ੍ਹ ਇਹ ਫਲਾਣੇ ਰੇਡੀਓ ਵਾਲਿਆਂ ਨੇ ਜੀ $50,000 ਬਣਾ ਲਿਆ। ਮੈਂ ਕਿਹਾ ਯਾਰ ਇਹ ਤਾਂ ਗੱਪ ਲੱਗਦੀ ਆ। ਨਹੀਂ ਯਾਰ, ਜੇ 10 ਉਮੀਦਵਾਰ ਆ ਉਹਨਾਂ ਤੋਂ 5-5 ਹਜ਼ਾਰ ਲਿਆ, 50,000 ਬਣ ਗਿਆ ਹੋਣਾ। ਨਹੀਂ ਯਾਰ, ਉਹ ਕਹਿੰਦਾ ਨਹੀਂ 55 ਬਣ ਗਿਆ ਹੋਣਾ। ਸੋ ਸਾਡੇ ਮੀਡੀਆ ਵਾਲੇ ਇਹ ਗੱਲਾਂ ਕਰਦੇ ਨੇ, ਇਹ ਗੱਲਾਂ ਨਹੀਂ ਕਰਦੇ ਵੀ ਕਿਹੜੇ ਨੇ ਕਿੰਨਾ ਟਾਈਮ ਜਿਹੜਾ ਜੀ ਰੇਡੀਓ ਦੇ ਉੱਪਰ ਆਉਣਗੇ ਜੀ, ਸਿਰਫ 3-3 4-4 ਮਿੰਟ ਦੇ ਕੇ। ਸਾਡੇ ਕੋਲ ਟਾਈਮ ਬੜਾ ਘੱਟ ਹੈ। ਤੁਸੀਂ ਆਪਣੇ ਬਾਰੇ ਦੱਸੋ, ਕੰਪੇਨ ਆਫਿਸ ਦਾ ਨੰਬਰ ਦਿਓ ਜੀ। ਸਤਿ ਸ਼੍ਰੀ ਅਕਾਲ। ਸੋ ਤੁਸੀਂ ਘੱਟੋ ਘੱਟ ਅਸੀਂ SSTV, ਜੇ ਸਾਨੂੰ ਇਹ ਕਮਿਊਨਿਟੀ ਨੇ ਹੀ ਸਾਨੂੰ ਬਖਸ਼ਿਆ ਜੀ, ਔਰ ਅਸੀਂ ਇਹਦਾ ਲਾਹਾ ਇਸ ਕਰਕੇ ਲੈਣਾ ਚਾਹੁੰਦੇ ਹਾਂ ਕਿ ਤੁਹਾਨੂੰ ਪਤਾ ਲੱਗੇ, ਤੁਸੀਂ ਆਪਣਾ ਸਹੀ ਉਮੀਦਵਾਰ ਚੁਣ ਸਕੋ। ਔਰ ਜਿਹੜਾ ਅਸੀਂ ਵੋਟ ਪਾਉਣ ਜਾਣ ਦਾ ਜਿਹੜਾ ਘੰਟਾ ਅੱਧਾ ਘੰਟਾ ਅਸੀਂ ਲਾ ਕੇ ਆਉਣਾ ਨਾ, ਇਸ ਅੱਧਾ ਘੰਟਾ ਅਸੀਂ ਇਨਵੈਸਟ ਕਰਨਾ ਆਪਣੇ ਮੂਹਰਲੇ 4 ਸਾਲਾਂ ਦੇ ਵਿੱਚ ਸਾਨੂੰ ਇਹਦੀ ਰਿਟਰਨ ਮਿਲਣੀ ਹੈ। ਔਰ ਜੇ ਅਸੀਂ ਜਿੱਦਾਂ ਪਹਿਲੇ ਸਾਲਾਂ ਦੇ ਵਿੱਚ ਨਲਾਇਕ ਬੰਦੇ ਚੁਣ ਕੇ ਭੇਜ ਰਹੇ ਹਾਂ, ਹੁਣ ਅਸੀਂ ਉਹਨਾਂ ਦੀ ਆਲੋਚਨਾ ਕਰਨ ਲੱਗੇ ਹਾਂ। ਜੇ ਅਸੀਂ ਐਤਕੀ ਵੀ ਉਹੀ ਕੰਮ ਕੀਤਾ, ਅਸੀਂ ਨਲਾਇਕ ਚੁਣ ਕੇ ਭੇਜੀ ਗਏ, ਫਿਰ ਜੀ ਤਾਂ ਆਪਾਂ ਕਰਦੇ ਰਹਿਣਾ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਧੰਨਵਾਦ ਜੀ। ਸੋ ਕੱਲ ਨੂੰ ਫਿਰ ਮਿਲਦੇ ਹਾਂ ਜੀ। ਤਦ ਤੱਕ ਰੱਬ ਰੱਖਾ।